ਮਨੁੱਖ ਕਦੇ ਵੀ ਆਖਰੀ ਸੱਚ ਦੀ ਭਾਲ 'ਚ ਨਹੀਂ ਹੁੰਦਾ। ਮਨੁੱਖ ਹਮੇਸ਼ਾ ਬਿਹਤਰ ਸੱਚ ਦੀ ਭਾਲ 'ਚ ਹੁੰਦਾ ਹੈ। ਇਸ਼ਕ ਦੀ ਧਰਤੀ ਤੇ ਪਹਿਲੀ ਵਾਰ ਨਫ਼ਰਤ 47 ਨੇ ਪੈਦਾ ਕੀਤੀ ਜਾਂ ਉਦੋਂ ਪਹਿਲਾਂ ਇਹਦੀਆਂ ਬੀਜਿਆ ਜਾ ਚੁੱਕਿਆ ਸੀ ਬਹੁਤ ਸਾਰਾ ਕੁਝ 47 ਤਾਂ ਰਿਫਲੈਕਟ ਹੋਇਆ। ਅਸੀਂ ਤੇ 47 ਦੀ ਵੰਡ ਦੇ ਸਾਜੇ ਹੋਏ ਪੰਜਾਬੀ ਹੈ ਨਾ, ਜਿਹੜੇ ਪਹਿਲਾਂ ਵੰਡੀਆਂ ਮੁਕਰਰ ਕਰਦੇ ਨੇ ਕਿ ਜੀ ਅਸੀਂ ਆ ਹਾਂ ਤੇ ਆ ਨਹੀਂ ਹਾਂ। ਸਚਲ ਸਰਮਸਤ ਨੇ ਬੁੱਲੇ ਸ਼ਾਹ ਵਾਰਿਸ ਸ਼ਾਹ ਦੇ ਸਮਕਾਲੀ ਨੇ ਉਹ ਬਾਬਾ ਨਾਨਕ ਨੂੰ ਰਾਵੀ ਦਾ ਰਾਂਝੂ ਆਖ ਕੇ ਸੰਬੋਧਨ ਕਰਦੇ। ਭਾਈ ਨਬੀ ਖਾਨ ਗਨੀ ਖਾਨ ਨੂੰ ਅਸੀਂ ਹੁਣ ਸਿੱਖ ਆਖਾਂਗੇ ਕਿ ਨਹੀਂ ਆਖਾਂਗੇ? ਭਾਈ ਕਹਿ ਕੇ ਅਸੀਂ ਉਹਨਾਂ ਨੂੰ ਕਹਿ ਹੀ ਰਹੇ ਹਾਂ। ਪੰਜਾਬ ਸ਼ਿਵ ਜੀ ਦੀ ਧਰਤੀ ਵੀ ਹੈ। ਗੁਰੂ ਨਾਨਕ ਸਾਹਿਬ ਤੇ ਕਬੀਰ ਤੇ ਰਵਿਦਾਸ ਤੇ ਨਾਮਦੇਵ ਤੇ ਇਹਨਾਂ ਸਾਰਿਆਂ ਦੀ ਸਾਂਝ ਦੇ ਨਾਲ ਜਿਹੜਾ ਇੱਕ ਕੋਈ ਨਵਾਂ ਕੋਈ ਸਿਰਜਣਾ ਦਾ ਤੇ ਸਿਧਾਂਤਕਾਰੀ ਦਾ ਜਿਹੜਾ ਕੋਈ ਮੋਰਚਾ ਖੋਲ੍ਹਿਆ ਜਾ ਰਿਹਾ ਸੀ, ਜਿਸ ਦੀ ਸਭ ਤੋਂ ਵੱਡੀ ਮਿਸਾਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਵਿੱਚ ਸਾਨੂੰ ਦਿਸਦੀ ਹੈ, ਉਹਨੂੰ ਰੱਦ ਕਰਕੇ ਮੱਧਕਾਲ ਦੀ ਇਸ ਜੁਝਾਰੂ ਚੇਤਨਾ ਨੂੰ ਰੱਦ ਕਰਦਿਆਂ ਹੋਇਆਂ ਵੇਦਾਂ ਦੀ ਸੁਪੀਰੀਓਰਿਟੀ ਨੂੰ, ਉਹਨਾਂ ਦੀ ਸ਼੍ਰੇਸ਼ਠਤਾ ਨੂੰ ਦੁਬਾਰਾ ਤੋਂ ਸਥਾਪਿਤ ਕਰਦੇ ਹੈ। ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪੰਜਾਬੀ ਹੈ, ਗੁਰਮੁਖੀ ਲਿਪੀ ਦੇ ਵਿੱਚ ਹੈ। ਉਹਨੂੰ ਉਹ ਧਾਰਮਿਕ ਤੌਰ ਤੇ ਮੰਨਦੇ ਆ ਤੇ ਇਹਨਾਂ ਨੂੰ ਪੰਜਾਬੀ ਮੰਨਣੀ ਪੈ ਰਹੀ ਹੈ। ਪਰ ਇਸ ਐਲੀਟ ਦੀ ਸਾਂਝੀ ਚੂਲ ਕਿੱਥੇ ਹੈ? ਅੰਗਰੇਜ਼ੀ ਪੜ੍ਹਨ ਦੇ ਵਿੱਚ। ਉਰਦੂ ਵਾਲਾ ਪੰਜਾਬ ਉੱਥੇ, ਹਿੰਦੀ ਵਾਲਾ ਪੰਜਾਬ ਇਹ, ਪੰਜਾਬੀ ਵਾਲਾ ਪੰਜਾਬ ਇਹ, ਜਿੱਥੇ ਕਿ ਇਹਨਾਂ ਤਿੰਨਾਂ ਜ਼ੁਬਾਨਾਂ ਦੀ ਦੁਰਗਤ ਹੈ ਤੇ ਚੜ੍ਹਾਈ ਤੇ ਸਰਦਾਰੀ ਦਰਅਸਲ ਅੰਗਰੇਜ਼ੀ ਦੀ ਹੈ। ਬਿਲਕੁਲ ਹੋਇਆ ਜੀ। ਕੀ ਹਿੰਦੁਸਤਾਨ ਤੋਂ ਸਦਾ ਦੇ ਲਈ ਰੁੱਸ ਜਾਣਾ ਚਾਹੀਦਾ ਪੰਜਾਬ ਨੂੰ? ਰੁੱਸ ਕੇ ਕਿੱਥੇ ਜਾਏਗਾ? ਜੇ ਅਸੀਂ ਰੁੱਸਣ ਤੇ ਆ ਗਏ ਤਾਂ ਫਿਰ ਕੀ ਪੰਜਾਬ ਦੇ ਅੰਦਰ ਜਿਹੜਿਆਂ ਦਾ ਰੋਸਾ ਸਿੱਖਾਂ ਦੇ ਨਾਲ ਹੈ, ਫਿਰ ਉਹਨਾਂ ਨੂੰ ਵੀ ਕੀ ਹੱਕ ਹੈ ਕਿ ਉਹ ਵੀ ਰੁੱਸ ਕੇ ਆਪਣਾ ਕੋਈ ਰਾਹ ਅਖਤਿਆਰ ਕਰ ਲੈਣ? ਅਸੀਂ ਜਦੋਂ ਸਾਰਿਆਂ ਨੂੰ ਹਿੰਦੂ ਰਾਸ਼ਟਰਵਾਦ ਕਹਿ ਕੇ ਇੱਕ ਐਸੀ ਗੱਲ ਦੇ ਵਿੱਚ ਉਹਨਾਂ ਨੂੰ ਧੱਕ ਦਿੰਦੇ ਆ ਕਿ ਜੀ ਮਤਲਬ ਹਿੰਦੁਸਤਾਨ ਦੀ ਗੱਲ ਕਰਨੀ ਰਾਸ਼ਟਰਵਾਦ ਹੋ ਗਿਆ। ਕਿਵੇਂ ਹੋ ਗਿਆ? ਰਾਸ਼ਟਰਵਾਦ ਤੇ ਰਾਸ਼ਟਰ ਦੋ ਬਿਲਕੁਲ ਵੱਖਰੀਆਂ ਵੱਖਰੀਆਂ ਗੱਲਾਂ ਨੇ। ਹਿੰਦੂ ਰਾਸ਼ਟਰਵਾਦ ਇੱਕ ਤੀਸਰੀ ਵੱਖਰੀ ਗੱਲ ਹੈ। ਇਹ ਜਿਹੜੀਆਂ ਸਲਿਪੇਜਸ ਸਾਡੇ ਇੱਥੇ ਕਰਦੇ ਨੇ ਉਹ ਬੰਦੇ ਕਰਦੇ ਨੇ ਜਿਹੜੇ ਲਗਾਤਾਰ ਇਸ ਗੱਲ ਦੇ ਉੱਤੇ ਪਹਿਰਾ ਦੇ ਰਹੇ ਨੇ ਕਿ ਕਿਤੇ ਦੂਜਿਆਂ ਸੱਭਿਆਚਾਰਾਂ ਦੇ ਨਾਲ ਕੋਈ ਸਾਂਝ ਪਾਉਣ ਵਾਲੀ ਗੱਲ ਅੱਗੇ ਤੁਰ ਨਾ ਪਏ, ਕਿਉਂਕਿ ਇਹਦੇ ਨਾਲ ਉਹਨਾਂ ਦੇ ਰੁਜ਼ਗਾਰ ਨੂੰ ਵੱਡਾ ਖਤਰਾ ਖੜਾ ਹੁੰਦਾ ਹੈ। ਉਹ ਇਹ ਆਰਗੂਮੈਂਟ ਦਿੰਦੇ ਨੇ ਕਿ ਇਹਦੀ ਜ਼ਮੀਨ ਕੌਣ ਤਿਆਰ ਕਰਦਾ, ਅਸੀਂ ਕੀਤੀ ਹੈ ਜਾਂ ਕਿਸੇ ਨੇ ਹੋਰ ਕੀਤੀ ਹੈਗੀ। ਇਤਿਹਾਸ ਜੇ ਅਸੀਂ ਇਹ ਰਿਐਕਟ ਕਰ ਰਹੇ ਹਾਂ, ਅਸੀਂ ਤਾਂ ਰਿਐਕਟ ਹੀ ਕਰ ਰਹੇ ਹਾਂ ਕਿਉਂਕਿ ਸਾਡੇ ਲਈ ਤਾਂ ਹਾਲਾਤ ਪੈਦਾ ਕਰ ਦਿੱਤੇ। ਰਿਐਕਟ ਕਰਨ ਦੇ ਕਈ ਤਰੀਕੇ ਹੁੰਦੇ ਨੇ, ਰਿਐਕਟ ਕਰਨ ਦੇ ਬੜੇ ਸਿਰਜਣਾਤਮਕ ਤਰੀਕੇ ਹੁੰਦੇ ਨੇ। ਪੰਜਾਬ ਦੇ ਅੰਦਰ ਲੈਫਟ ਵੀ ਹੈ, ਪੰਜਾਬ ਦੇ ਅੰਦਰ ਰਾਈਟ ਵੀ ਹੈਗਾ, ਸੈਂਟਰ ਵੀ ਹੈ, ਸਭ ਕੁਝ ਤੁਸੀਂ ਦੇਖਦੇ ਹੋ। ਇਹ ਕਲਚਰ ਸਾਰੇ ਕਿਤੇ ਇੱਕੋ ਜਾਂ ਇੱਕੋ ਥਾਂ ਦੇ ਹੈ? ਤੁਹਾਡੀ ਇੱਕ ਵਿਆਖਿਆ ਰਹੀ ਪੰਜਾਬ ਨੂੰ ਲੈ ਕੇ ਕਿ ਪੰਜਾਬ ਕਿਵੇਂ ਬੁਣਿਆ ਜਾਂਦਾ। ਮੈਂ ਕਿਹਾ ਜਿਵੇਂ ਸੱਭਿਆਚਾਰ ਦੇ ਹਵਾਲੇ ਨਾਲ ਕਹਿੰਦੇ ਜਾਂ ਕਲਾ ਦੇ ਹਵਾਲੇ ਨਾਲ ਜਾਂ ਸਾਹਿਤ ਦੇ ਹਵਾਲੇ ਨਾਲ, ਜਿਵੇਂ ਹੀਰ ਵੰਨੇ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ, ਤੁਹਾਨੂੰ ਦੋਵੇਂ ਧਿਰਾਂ ਨੇ ਟਾਰਗੇਟ ਕੀਤਾ। ਮੈਂ ਦੇਖਦਾ ਰਿਹਾਗਾ, ਤੁਹਾਨੂੰ ਲੈਫਟ ਨੇ ਵੀ ਟਾਰਗੇਟ ਕੀਤਾ, ਵੱਡੇ ਵੱਡੇ ਆਰਟੀਕਲ ਛਾਪੇ ਕਾਮਰੇਡਾਂ ਨੇ ਵੀ, ਤੇ ਤੁਹਾਨੂੰ ਖਾਲਿਸਤਾਨ ਧਿਰਾਂ ਨੇ ਵੀ ਟਾਰਗੇਟ ਕੀਤਾ। ਕਿਉਂਕਿ ਮੈਂ ਫਰਕ ਲੱਗਦਾ ਤੁਹਾਨੂੰ ਉਹਨਾਂ 'ਚ? ਮੈਂ ਤੁਹਾਡੇ ਤੋਂ ਤਾਂ ਪੁੱਛ ਰਿਹਾ, ਕਾਮਰੇਡਾਂ ਨੂੰ ਕਿਵੇਂ ਦੇਖਦੇ ਹੋ? ਮੈਂ ਦੋ ਤਰ੍ਹਾਂ ਦੇ ਨਾਲ ਇੱਕ ਤੇ ਇਸ ਗੱਲ ਨੂੰ ਕਹਿਣਾ ਚਾਹੁੰਦਾ ਕਿ ਦੋਵਾਂ ਨੇ ਕੋਈ ਸਬਸਟੈਂਟਿਵ ਸਵਾਲ ਨਹੀਂ ਉਠਾਇਆ। ਜਿਹੜਾ ਸੰਵਾਦ ਹੈਗਾ, ਮੈਂ ਕਹਿ ਰਿਹਾ ਜਿਹੜਾ ਤੁਸੀਂ ਕਹਿੰਦੇ ਜਿਹੜਾ ਹੁਨਰ ਤੁਸੀਂ ਸਿੱਖਿਆ, ਕਿ ਉਹ ਬਿਲਕੁਲ ਧੁਰ ਵਿਰੋਧੀ ਲੋਕਾਂ ਦੇ ਨਾਲ ਬਹਿ ਕੇ ਕੀਤਾ ਜਾ ਸਕਦਾ, ਜਿਵੇਂ ਗੁਰੂ ਨਾਨਕ ਸਾਹਿਬ ਸਿੱਧਾਂ ਨਾਲ ਬੈਠਦੇ ਸੀਗੇ। ਉਹ ਧੁਰ ਵਿਰੋਧੀ ਨਹੀਂ ਸਨ, ਧੁਰ ਵਿਰੋਧੀ ਨਹੀਂ ਸਾਨੂੰ ਤਾਂ ਫਿਰ ਵੀ, ਪਰ ਬੈਠਦੇ ਸੀ ਵਿਚਾਰਕ, ਉਹਨਾਂ ਦੇ ਨਾਲ ਵਿਚਾਰਕ ਮਤਭੇਦਾਂ ਵਾਲਿਆਂ ਨਾਲ ਕਹਿ ਲਓ। ਮੈਂ ਸਿੱਧ ਗੋਸ਼ਟ ਜਿਹੜੇ ਹੁਣ ਸਾਡੇ ਸਿੱਧ ਨੇ, ਉਹ ਸਾਡੇ ਅਕਾਦਮਿਕ ਬੁੱਧੀਜੀਵੀ ਸਿੱਧ ਹੀ ਨੇ ਨਾ, ਜਿਹੜੇ ਪਹਾੜੀ ਚੜੇ ਹੋਏ ਨੇ, ਉਹਨਾਂ ਦੇ ਨਾਲ ਬਿਲਕੁਲ ਬੈਠੀਦਾ। ਉਹਨਾਂ ਨੂੰ ਲਾਉਣੇ ਪਹਾੜਾਂ ਤੋਂ
ਨਹੀਂ ਪਹਾੜਾਂ ਤੋਂ ਕੀ ਗੱਲਬਾਤ ਚੱਲਦੀ ਹੈ, ਕਈ ਵਾਰੀ ਆਪ ਪਹਾੜਾਂ ਤੇ ਜਾਈਦਾ, ਕਈ ਵਾਰੀ ਉਹ ਵੀ ਮੈਦਾਨ 'ਚ ਆ ਜਾਂਦੇ ਨੇ। ਮੈਂ ਇਹ ਪੁੱਛ ਰਿਹਾ ਤੁਹਾਡੇ ਤੋਂ, ਇਸ ਕਰਕੇ ਪੁੱਛ ਰਿਹਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੀਜੀ ਧਾਰਾ ਦੀ ਜਾਂ ਮੱਧੇ ਮਾਰਗ ਕਹਿ ਦਈਏ, ਕੁਝ ਵੀ ਤਾਂ ਹੁਣ ਵਿਆਖਿਆ ਤੁਹਾਡੀ ਹੋ ਸਕਦੀ ਹੈ, ਉਹ ਜਦੋਂ ਇਹ ਦੋ ਵੱਡੇ ਨੈਰੇਟਿਵ ਜਿਹੜੇ ਭਾਰੂ ਨੇ ਹਰ ਗੱਲ ਤੇ, ਜਿਨ੍ਹਾਂ ਦੀ ਪੂਰੀ ਇੱਕ ਕੈਡਰ ਹੈ, ਜਦੋਂ ਹੀ ਤੁਸੀਂ ਕੋਈ ਗੱਲ ਕਰਦੇ ਹੋ ਤੁਹਾਨੂੰ ਧਾਰਾਸ਼ਾਹੀ ਕਰ ਦਿੰਦਾ ਉਹ ਮਿੰਟ 'ਚ, ਤਾਂ ਮੈਂ ਕਹਿ ਰਿਹਾ ਉਹਦੇ 'ਚ ਖੜ ਕੇ ਗੱਲ ਕਰਨੀ ਕਿੰਨੀ ਕੁ। ਮੈਂ ਕਹਿ ਰਿਹਾ ਕਿ ਇਹੋ ਹੀ ਲੜਾਈ ਹੈ, ਇਹੋ ਹੀ ਧਰਮ ਯੁੱਧ ਹੈ ਜਿਹੜਾ ਲੜਨ ਦੀ ਲੋੜ ਹੈ ਪੰਜਾਬ ਦੇ ਵਿੱਚ। ਡਰਨਾ ਨਹੀਂ ਹੈ ਇਹਨਾਂ ਦੇ ਦਲ ਬਲ ਤੋਂ ਤੇ ਰੌਲੇ ਗੌਲੇ ਤੋਂ। ਡਰ ਕੇ ਜੇ ਪਿੱਛੇ ਹਟ ਗਏ ਤਾਂ ਫਿਰ ਇਹ ਸਾਡੀ ਕਮਜ਼ੋਰੀ ਹੈ। ਮੈਂ ਬੜੀ ਪ੍ਰੈਕਟੀਕਲ ਗੱਲ ਤੁਹਾਡੇ ਤੋਂ ਪੁੱਛ ਰਿਹਾ ਕਿ ਕੀ ਤੁਸੀਂ ਕਦੇ, ਜਿਵੇਂ ਤੁਹਾਡੇ 'ਚ ਹੁਨਰ JNU 'ਚ ਆਇਆ, ਤੁਸੀਂ ਕਹਿੰਦੇ ਹੋ ਬਿਲਕੁਲ ਵਿਰੋਧੀ ਧਾਰਾ ਦੇ ਬੰਦਿਆਂ ਨਾਲ ਬੈਠ ਕੇ ਗੱਲ ਕਰਨਾ, ਪੰਜਾਬ 'ਚ ਕਦੇ ਤੁਸੀਂ ਇਹ ਪਹਿਲ ਕਦਮੀ ਕੀਤੀ, ਕਦੇ ਤਜਰਬਾ ਕੀਤਾ ਜਾਂ ਕਰੋਗੇ ਕਿ ਉਹਨਾਂ ਤਰ੍ਹਾਂ ਦੇ ਨਾਲ ਬੈਠਿਆ ਜਾਵੇ, ਗੱਲ ਕਰੋ ਤੁਸੀਂ? ਇੱਕ ਵਿਚਾਰਕ ਕੰਗਾਲੀ ਹੈ, ਉਹਦੇ ਉੱਤੇ ਸਾਰਿਆਂ ਦੀ ਸਹਿਮਤੀ, ਉਹ ਸਾਰਿਆਂ ਨੂੰ ਸੂਟ ਕਰਦੀ ਹੈ ਕਿ ਸਵਾਲ ਨਾ ਉੱਠ ਸਕਣ। ਸਵਾਲ ਜਿਹੜਾ ਉਠਾਵੇ ਉਸ ਬਿਲਕੁਲ ਉਨੇ ਕੁ ਹੀ ਸਾਂਚਿਆਂ ਦੇ ਵਿੱਚ ਹੋਣ ਜਿੱਥੇ ਕਿ ਅਸੀਂ ਦੇ ਸਕੀਏ, ਤੇ ਜਿਹੜਾ ਨਹੀਂ ਹੈਗਾ ਉਹ ਸਾਡੇ ਲਈ ਏਜੰਸੀਆਂ ਦਾ ਬੰਦਾ ਹੈ, ਕਿਸੇ ਦੇ ਲਈ ਉਹ ਹਿੰਦੂ ਰਾਸ਼ਟਰਵਾਦ ਦਾ ਕਾਮਰੇਡੀ ਏਜੰਟ ਹੈ, ਕਿਸੇ ਦੇ ਲਈ ਉਹ ਸਿੱਧਾ ਹੀ ਖਾਲਿਸਤਾਨੀ ਹੈ। ਇਹ ਕਹਿਣਾ ਬਹੁਤ ਸੌਖਾ ਹੈ। ਮੁੱਢ ਕਦੀਮ ਤੋਂ ਹੀ ਸਮਾਜ 'ਚ ਵਾਪਰਦੀਆਂ ਘਟਨਾਵਾਂ ਦਾ ਦਸਤਾਵੇਜ਼ੀਕਰਨ ਹੁੰਦਾ ਰਿਹਾ ਹੈ। ਉਸ ਸਮੇਂ ਦੇ ਵਿਆਖਿਆਕਾਰ ਘਟਨਾਵਾਂ ਦੀ ਵਿਆਖਿਆ ਵੀ ਕਰਦੇ ਰਹੇ ਨੇ, ਤਬਸਰਾ ਵੀ ਕਰਦੇ ਰਹੇ ਨੇ, ਇਤਿਹਾਸਕਾਰ ਕਲਮਬੱਧ ਕਰਦੇ ਨੇ ਇਤਿਹਾਸ 'ਚ ਉਹਨਾਂ ਘਟਨਾਵਾਂ ਨੂੰ। ਪਰ ਮਨੁੱਖ ਕਦੇ ਵੀ ਆਖਰੀ ਸੱਚ ਦੀ ਭਾਲ 'ਚ ਨਹੀਂ ਹੁੰਦਾ, ਮਨੁੱਖ ਹਮੇਸ਼ਾ ਬਿਹਤਰ ਸੱਚ ਦੀ ਭਾਲ 'ਚ ਹੁੰਦਾ ਹੈ। ਆਈਡੀਓਲੌਗ ਪ੍ਰੋਗਰਾਮ 'ਚ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਵੱਖ-ਵੱਖ ਵਿਚਾਰਧਾਰਾਵਾਂ ਦੇ ਜ਼ਰੀਏ ਕਿਹੋ ਜਿਹਾ, ਧਰਮਾਂ ਦੇ ਜ਼ਰੀਏ ਕਿਹੋ ਜਿਹਾ, ਜਾਂ ਪੰਜਾਬ ਇੱਕ ਹੀ ਹੈ, ਪੰਜਾਬ ਕਿਸ ਤਰ੍ਹਾਂ ਪੜ੍ਹਿਆ ਜਾਵੇ। ਸਭ ਤੋਂ ਵੱਡਾ ਸਵਾਲ ਇਹ ਹੈ, ਜਾਂ ਕਿਸ ਤਰ੍ਹਾਂ ਪੜ੍ਹਿਆ ਗਿਆ, ਪੰਜਾਬ ਤੋਂ ਕੀ ਗਲਤੀਆਂ ਹੋਈਆਂ ਔਰ ਪੰਜਾਬ ਅੱਗੇ ਕਿਹੋ ਜਿਹਾ ਹੋਵੇ। ਇਹਦੇ 'ਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਡਾਕਟਰ ਸਮੇਲ ਸਿੰਘ ਸਿੱਧੂ ਨੇ, ਜਿਹੜੇ ਇਤਿਹਾਸਕਾਰ ਵੀ ਨੇ, ਖਾਸ ਤੌਰ ਦੇ ਉੱਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਅੰਦਰ ਪੜ੍ਹੇ ਨੇ, ਪੜ੍ਹੇ ਤਾਂ ਉੱਥੋਂ ਬਹੁਤ ਲੋਕ ਨੇ, ਇਹ ਗੁੜੇ ਵੀ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਨਾਲ ਇਹ ਕਿਵੇਂ ਇੰਗੇਜ ਕਰਦੇ ਆ, ਕਿਉਂਕਿ ਇਹਨਾਂ ਦੀ ਇੱਕ ਆਪਣੀ ਥਿਊਰੀ ਹੈ, ਜਾਂ ਇਹਨਾਂ ਨੇ ਕਹੀਏ ਕਿ ਸੱਭਿਆਚਾਰ ਦੇ ਵਿੱਚੋਂ ਪੰਜਾਬ ਨੂੰ ਜਾਣਨ ਦੀ ਕੋਸ਼ਿਸ਼। ਜਿਵੇਂ ਕਿਹਾ ਜਾਂਦਾ ਨਾ ਕਿ ਜਿਹੜੀਆਂ ਗੱਲਾਂ ਦੇ ਜਵਾਬ ਕਈ ਵਾਰ ਸਿਆਸਤ ਕੋਲ ਨਹੀਂ ਹੁੰਦੇ, ਉਹ ਗੱਲਾਂ ਦੇ ਜਵਾਬ ਕਲਾ ਤੇ ਸੱਭਿਆਚਾਰ ਕੋਲ ਹੁੰਦੇ ਨੇ, ਕਿਉਂਕਿ ਉਹਦੇ ਕੋਲ ਡਾਇਲਾਗ ਹੁੰਦਾ ਕਰਨ ਦੇ ਲਈ। ਡਾਕਟਰ ਸਮੇਲ ਸਿੱਧੂ ਦੇ ਨਾਲ ਪਹਿਲਾਂ ਵੀ ਬਹੁਤ ਸਾਰੇ ਇੰਟਰਵਿਊ ਕੀਤੇ ਨੇ, ਅੱਜ ਫਿਰ ਆਈਡੀਓਲੌਗ ਪ੍ਰੋਗਰਾਮ ਸਾਡੇ ਸਟੂਡੀਓ ਨੇ ਗੱਲਬਾਤ ਸ਼ੁਰੂ ਕਰਦੇ ਹਾਂ। ਸਵਾਗਤ ਹੈ ਬਾਈ ਜੀ, ਬਹੁਤ 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 ਧੰਨਵਾਦ ਤੁਹਾਡਾ ਇੱਥੇ ਇਹ ਅਵਸਰ ਦੇਣ ਦੇ ਲਈ ਯਾਦਵਿੰਦਰ ਜੀ। ਕੀ ਲੱਗਦਾ ਗਾ ਤੁਹਾਡੀ ਨਜ਼ਰ 'ਚ, ਮੈਂ ਪੁੱਛਾਂ ਪੰਜਾਬ ਕੀ ਹੈਗਾ, ਜਾਂ ਪੰਜਾਬ ਕਿਹੋ ਜਿਹਾ ਸੀ, ਕਿਹੋ ਜਿਹਾ ਹੈ, ਕਿਹੋ ਜਿਹਾ ਹੋਣਾ ਚਾਹੀਦਾ? ਪੰਜਾਬ ਨੂੰ ਜੇ ਦੇਖਣਾ ਹੋਵੇ ਤਾਂ ਇਹ ਦੁਨੀਆ ਦੇ ਹੋਰ ਖਿੱਤਿਆਂ ਵਰਗਾ ਇੱਕ ਖਿੱਤਾ, ਜਿਸ ਦੀਆਂ ਆਪਣੀਆਂ ਪਰੰਪਰਾਵਾਂ ਨੇ, ਆਪਣੇ ਸੋਚਣ ਦੇ ਢੰਗ ਨੇ, ਤੇ ਲੋਕਾਂ ਦੇ ਅੰਦਰ ਜੋ ਇੱਕ ਆਪਣੇ ਪੰਜਾਬੀ ਹੋਣ ਦਾ ਅਹਿਸਾਸ ਹੈ, ਉਹ ਬਾਕੀ ਖਿੱਤਿਆਂ ਦੇ ਵਿੱਚ ਵੀ ਇਹ ਪ੍ਰਵਿਰਤੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਪੰਜਾਬੀਆਂ ਨੇ ਇਸ ਇੱਕ ਸਾਂਝੀ ਮਨੁੱਖੀ ਸਭਿਅਤਾ ਦੇ ਵਿੱਚ ਕੁਝ ਆਪਣੇ ਵਿਲੱਖਣ ਨਕਸ਼ ਤੇ ਰੰਗ ਭਰੇ ਨੇ। ਸਾਨੂੰ ਉਹਨਾਂ ਦਾ ਅਹਿਸਾਸਮੰਦ ਹੁੰਦਿਆਂ ਹੋਇਆਂ, ਉਹਨਾਂ ਦਾ ਨੋਟਿਸ ਲੈਂਦਿਆਂ ਹੋਇਆਂ ਦੁਨੀਆ ਦੇ ਬਾਰੇ ਗੱਲ ਕਰਨੀ ਆਉਣੀ ਚਾਹੀਦੀ ਹੈ। ਪੰਜਾਬ ਦੇ ਬਾਰੇ ਗੱਲ ਕਰਨੀ ਹੋਵੇ ਤਾਂ ਇੱਕ ਵੇਲਾ ਆਪਾਂ ਕਹਿ ਹੀ ਸਕਦੇ ਹਾਂ ਕਿ ਹੜੱਪਾ ਦੀ ਸਭਿਅਤਾ ਦਾ, ਮਲੂਹਾ ਇੱਕ ਨਾਮ ਸੀ ਇਸ ਖਿੱਤੇ ਦਾ, ਗਣਾਂ ਦੀ ਧਰਤੀ ਸੀ ਇਹ, ਔਰ ਇੱਥੇ ਮੁਕਾਬਲਤਨ ਆਜ਼ਾਦੀ ਦਾ ਇੱਕ ਦੂਜੇ ਖਿੱਤਿਆਂ ਦੇ ਨਾਲੋਂ ਇੱਥੇ ਜ਼ਰਾ ਜ਼ਿਆਦਾ ਸਾਨੂੰ ਦੇਖਣ ਨੂੰ, ਪ੍ਰਾਚੀਨ ਪੰਜਾਬ ਦੇ ਵਿੱਚ ਵੀ ਸਾਨੂੰ ਉਹਦੇ ਨਿਸ਼ਾਨ ਮਿਲਦੇ ਨੇ। ਦੂਸਰੀ ਜਿਹੜੀ ਗੱਲ ਸੀ ਕਿ ਇੱਥੇ ਹੀ ਫਿਰ ਇਹਦੇ ਹੀ ਨਦੀਆਂ ਦੇ ਕਿਨਾਰੇ ਨਵੀਂ ਆਰੀਅਨ ਸਭਿਅਤਾ ਨੇ ਜਿਸ ਕਿਸਮ ਦੀ ਜਦੋਜਹਿਦ ਤੇ ਉਹ ਆ ਕੇ ਇੱਥੇ ਵਸੇ, ਤੇ ਜੋ ਉਹਦੇ ਵਿੱਚੋਂ ਇੱਕ ਗਿਆਨ ਵੇਦਾਂ ਦਾ ਸਾਡੇ ਸਾਹਮਣੇ ਆਇਆ, ਜਿਸ ਕਿਸਮ ਦੀ ਇੱਥੇ ਜ਼ੁਬਾਨ ਖੜੀ ਹੋਈ, ਵਿਆਕਰਣ ਲਿਖੀ ਗਈ, ਸੋ ਇਹ ਵੀ ਪੰਜਾਬ ਦਾ ਸਰਮਾਇਆ। ਤੇ ਫਿਰ ਜਦੋਂ ਉਹਦੇ ਖਿਲਾਫ ਉਹ ਜਿੰਨੀ ਪੀੜੀ ਹੁੰਦੀ ਗਈ, ਉਹਦੀ ਪਕੜ, ਬਾਹਰੋਂ ਵੀ ਆਉਂਦੇ ਰਹੇ, ਧਾੜ ਵੀ ਰਚਦੇ ਰਹੇ ਪੰਜਾਬ 'ਚ। ਪੰਜਾਬ ਉਸ ਕਿਸਮ ਦਾ ਇੱਕ ਫਰੰਟੀਅਰ ਦਾ ਖਿੱਤਾ ਹੈ, ਔਰ ਇਸ ਲਿਹਾਜ਼ ਦੇ ਨਾਲ ਇਹ ਅਫਗਾਨਿਸਤਾਨ, ਅੱਜ ਦਾ ਪੱਛਮੀ ਪੰਜਾਬ,
ਪੂਰਬੀ ਪੰਜਾਬ, ਜੰਮੂ ਕਸ਼ਮੀਰ ਦੇ ਹਿੱਸੇ, ਹਿਮਾਚਲ, ਹਰਿਆਣਾ ਅੱਜ ਦਾ ਜੇ ਆਪਾਂ ਜੋੜ ਕੇ ਤੇ ਹੇਠਾਂ ਇਹਨੂੰ ਸਿੰਧ ਤੱਕ ਲੈ ਜਾਈਏ, ਮੁਲਤਾਨ ਤੋਂ ਹੁੰਦਿਆਂ ਹੋਇਆਂ, ਤੇ ਰਾਜਸਥਾਨ ਦੇ ਮਾਰੂਥਲ ਦੇ ਜਿਹੜੇ ਹਿੱਸੇ ਨੇ, ਇਹ ਇੱਕ ਸਾਂਝਾ ਸੱਭਿਆਚਾਰਕ ਇੱਕ ਖਿੱਤਾ ਬਣਦਾ ਹੈ। ਸੋ ਪੰਜਾਬ ਦੀਆਂ ਜਿਹੜੀਆਂ ਲੜੀਆਂ ਨੇ, ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਕਿ ਗੁਰੂ ਨਾਨਕ ਸਾਹਿਬ ਰਾਵੀ ਦੇ ਕਿਨਾਰਿਆਂ ਦੇ ਉੱਤੇ ਕਰਤਾਰਪੁਰ ਵਸਦਾ ਹੈ ਅਤੇ ਉਹਨਾਂ ਦਾ ਇੱਥੇ ਕਾਫੀ ਅਸਰ ਹੈ, ਅਤੇ ਸਿੰਧ ਦੇ ਸੂਫੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਿਰਣਾਇਕ ਅਸਰ ਹੈ ਉਹਨਾਂ ਦਾ। ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਗੁਰੂ ਨਾਨਕ ਸਾਹਿਬ ਦੇ ਨਾਲ ਗੱਲ ਕਰਦਿਆਂ ਹੋਇਆਂ ਨੇ। ਸਚਲ ਸਰਮਸਤ ਨੇ, ਬੁੱਲੇ ਸ਼ਾਹ ਵਾਰਿਸ ਸ਼ਾਹ ਦੇ ਸਮਕਾਲੀ ਨੇ, ਉਹ ਬਾਬਾ ਨਾਨਕ ਨੂੰ ਰਾਵੀ ਦਾ ਰਾਂਝੂ ਆਖ ਕੇ ਸੰਬੋਧਨ ਕਰਦੇ ਨੇ। ਅਸੀਂ ਭੁੱਲ ਆਏ ਹਾਂ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਦੀ ਹੋਸ਼ ਨਹੀਂ ਹੈ, ਕੋਈ ਤੌਫੀਕ ਨਹੀਂ ਹੈ ਕਿ ਗੁਰੂ ਨਾਨਕ ਨੂੰ ਵੀ ਇੱਕ ਮਹਾਨ ਸੂਫੀ ਨੇ, ਸਿੰਧ ਦੇ ਮਹਾਨ ਸੂਫੀ ਸਚਲ ਸਰਮਸਤ ਨੇ ਰਾਵੀ ਦਾ ਰਾਂਝੂ ਆਖਿਆ ਹੋਇਆ। ਔਰ ਜਿਹੜੀ ਇਹ ਇੱਕ ਸਾਂਝ ਹੈ ਆਪਣੇ ਆਪ ਦੇ ਵਿੱਚ ਕਿ ਇੱਕ ਤੇ ਖਿੱਤੇ ਦੀਆਂ ਸੱਭਿਆਚਾਰਕ ਵਿਚਾਰਧਾਰਕ ਜਿਹੜੀਆਂ ਪਰੰਪਰਾਵਾਂ ਨੇ, ਔਰ ਉਹਦੇ 'ਚ ਆਪਾਂ ਗੱਲ ਕਰ ਰਹੇ ਹਾਂ ਕਿ ਵੇਦਾਂ ਦੀ ਇੱਕ ਸੱਭਿਅਤਾ ਦਾ ਵੀ ਪੰਘੂੜਾ ਪੰਜਾਬ ਰਿਹਾ, ਪਰ ਇੱਥੇ ਹੀ ਬੁੱਧ ਧਰਮ ਦਾ ਵੀ ਅਸਰ ਰਿਹਾ। ਬੁੱਧ ਧਰਮ ਨੇ ਇੱਕ ਖਾਸ ਕਿਸਮ ਦੀ ਬਰਾਬਰਤਾ ਦੀ ਜਿਹੜੀ ਗੱਲ ਕੀਤੀ। ਹਿੰਦੂ ਧਰਮ ਦੀਆਂ ਵੀ ਜਿਹੜੀਆਂ ਦੋ ਸ਼ਾਖਾਵਾਂ ਨੇ, ਇੱਕ ਨੂੰ ਅਸੀਂ ਸ਼ੈਵ ਕਹਿ ਲੈਂਦੇ ਹਾਂ, ਦੂਜੇ ਨੂੰ ਅਸੀਂ ਵੈਸ਼ਨਵ ਕਹਿ ਲੈਂਦੇ ਹਾਂ। ਪੰਜਾਬ ਸ਼ਿਵਜੀ ਦੀ ਧਰਤੀ ਵੀ ਹੈ। ਆ ਤੁਹਾਡੇ ਹੀ ਜਿੱਥੇ ਸਟੂਡੀਓ ਹੈ, ਜੇ ਜਦੋਂ ਥੋੜ੍ਹਾ ਬਾਹਰ ਜਾ ਆਈਏ ਤਾਂ ਤੁਹਾਨੂੰ 200 ਮੀਟਰ ਦੇ ਫਾਸਲੇ ਦੇ ਉੱਤੇ ਹੀ ਇੱਥੇ ਗੁੱਗਾ ਮਾੜੀ ਦੀਆਂ ਨਿਸ਼ਾਨੀਆਂ ਦਿਸ ਜਾਣਗੀਆਂ। ਕੀ ਨੇ ਉਹ? ਸੱਪ ਦੀ ਪੂਜਾ ਹੈ, ਔਰ ਉਹਦੀ ਕਿੱਡੀ ਵੱਡੀ ਇੱਕ ਪਰੰਪਰਾ ਹੈ, ਰਾਜਸਥਾਨ ਤੱਕ ਉਹ ਜਾਂਦੀ ਹੈ। ਅਤੇ ਆਹ ਸਾਰਾ ਪੁਆਧ, ਮਾਲਵਾ, ਹੋਰ ਪਾਸੇ ਇਹ ਹੁਣ ਸ਼ਿਵਜੀ ਦਾ ਜੋਗੀਆਂ ਦੀ ਧਰਤੀ ਹੈ। ਇਹ ਰਾਂਝਾ ਜੋਗੀ ਹੋ ਜਾਂਦਾ ਅਤੇ ਆਪਣੇ ਆਪ ਨੂੰ ਉਹ ਮਹਾਦੇਵ ਦਾ ਚੇਲਾ ਕਹਿੰਦਾ ਹੈ। ਮੁਸਲਮਾਨ ਚੌਧਰੀਆਂ ਦਾ ਮੁੰਡਾ ਇਸ਼ਕ ਦੇ ਵਿੱਚ ਉਹਨੂੰ ਨਿਭਾਉਂਦਿਆਂ ਹੋਇਆਂ ਜਿੰਨੀ ਆਸਾਨੀ ਦੇ ਨਾਲ ਉਹ ਜੋਗੀ ਬਣ ਜਾ ਰਿਹਾ, ਅਤੇ ਸਾਨੂੰ ਇਹ ਵੀ ਮਹਿਸੂਸ ਨਹੀਂ ਹੁੰਦਾ ਕਿ ਇਹਨੇ ਤਾਂ ਆਪਣਾ ਧਰਮ ਪਰਿਵਰਤਨ ਕਰ ਲਿਆ। ਅੱਜ ਕੱਲ੍ਹ ਤਾਂ ਅਸੀਂ ਉਹਨੂੰ ਇਹ ਕਹਿਣ ਲੱਗ ਜਾਂਗੇ ਨਾ, ਇੱਥੇ ਤੇ ਜੀ ਨੈਰੇਟਿਵ ਆ ਗਿਆ ਹੈ, ਇੱਥੇ ਤੇ ਨਵੀਆਂ ਗੱਲਾਂ ਆ ਗਈਆਂ ਹਨ, ਇਹ ਤੇ ਆਪਣੀ ਪਰੰਪਰਾ ਨੂੰ ਹੀ ਛੱਡ ਗਿਆ, ਇਹ ਇਸ਼ਕ ਕਿਵੇਂ ਨਿਭਾ ਸਕਦਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ਼ਕ ਨਿਭਾਉਣ ਦਾ ਜਿਹੜਾ ਇਖਲਾਕ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਲੀਹ ਹੈ। ਅਤੇ ਈਰਾਨ ਦੇ ਲੋਕ ਵੀ ਇਹ ਗੱਲ ਕਹਿੰਦੇ ਹੈ ਕਿ ਬਹੁਤ ਕੁਝ ਇਸ਼ਕ ਦੇ ਕਿੱਸੇ ਅਤੇ ਉਹਨਾਂ ਦੀ ਇੱਕ ਖਾਸ ਸਟਰਕਚਰ ਉੱਥੋਂ ਆਇਆ, ਪਰ ਉਹ ਆਪ ਮੰਨਦੇ ਆ ਕਿ ਇਸ਼ਕ ਦੀ ਧਰਤੀ ਉਵੇਂ ਈਰਾਨ ਨਹੀਂ ਹੈ। ਹਾਫਿਜ਼ ਸ਼ਿਰਾਜ਼ੀ ਦੇ ਬਾਵਜੂਦ, ਰੂਮੀ ਦੇ ਬਾਵਜੂਦ ਇਸ਼ਕ ਦੀ ਧਰਤੀ ਪੰਜਾਬ ਹੈ। ਇਸ਼ਕ ਦੀ ਧਰਤੀ ਤੇ ਪਹਿਲੀ ਵਾਰ ਨਫ਼ਰਤ 47 ਨੇ ਪੈਦਾ ਕੀਤੀ, ਜਾਂ ਉਦੋਂ ਪਹਿਲਾਂ ਇਹਦੀਆਂ ਬੀਜਿਆ ਜਾ ਚੁੱਕਿਆ ਸੀ ਬਹੁਤ ਸਾਰਾ ਕੁਝ? 47 ਤਾਂ ਰਿਫਲੈਕਟ ਹੋਇਆ ਉਹ? ਬਿਲਕੁਲ ਸਹੀ ਕਿ 47 ਦੇ ਵਿੱਚ ਸਾਨੂੰ ਉਹ ਇੱਕ ਪ੍ਰਕਿਰਿਆ ਜਿਹੜੀ ਕਿ 1875 ਦੇ ਵਿੱਚ ਸਤਿਆਰਥ ਪ੍ਰਕਾਸ਼ ਦੇ ਆਉਣ ਦੇ ਨਾਲ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਜਿਹੜੀਆਂ ਸਾਂਝੀਆਂ ਰਵਾਇਤਾਂ ਸਨ ਸਾਰੇ ਪੰਜਾਬੀਆਂ ਦੀਆਂ। ਉਹਦੀ ਇੱਕ ਮਿਸਾਲ ਹੈ ਕਿ ਸਿੱਖਾਂ ਨੂੰ ਸਾਂਝੇ ਮੰਨਿਆ ਜਾਂਦਾ ਸੀ, ਅਲੱਗ ਫਿਰਕਾ ਹੀ ਨਹੀਂ ਸੀ ਮੰਨਿਆ ਜਾਂਦਾ। ਤੁਸੀਂ ਗੌਰ ਕਰੋ ਕਿ ਸ਼ਾਹ ਮੁਹੰਮਦ 1845-46 ਦੀ ਜਿਹੜੀ ਪਹਿਲੀ ਅੰਗਰੇਜ਼ਾਂ ਤੇ ਸਿੰਘਾਂ ਦੀ ਜਿਹੜੀ ਜੰਗ ਹੁੰਦੀ ਹੈ, ਉਹਦੇ ਬਾਰੇ ਉਹਦਾ ਜੰਗਨਾਮਾ ਸ਼ਾਹ ਮੁਹੰਮਦ ਹੈ। ਉਹਦੇ ਵਿੱਚ ਉਹਦੀ ਇੱਕ ਸੈਂਟੈਂਸ ਕਹਿੰਦਾ ਕਿ ਰਾਜ਼ੀ ਰਹਿੰਦੇ ਬਹੁਤ ਹਿੰਦੂ ਮੁਸਲਮਾਨ ਦੋਵੇਂ, ਵਿੱਚ ਸਿਰ ਦੋਹਾਂ ਦੇ ਨਵੀਂ ਆਫਾਤ ਆਈ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜ਼ਾਤ ਆਈ। ਸੋਚੋ ਕਿ ਉਹ ਕਿਸੇ ਆਪਣੇ ਜੰਗਨਾਮੇ ਦਾ ਨਾਮ ਤੇ ਰੱਖ ਰਿਹਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ। ਉੱਥੇ ਤੇ ਸਿੰਘ ਨੇ, ਜਿਹੜੀ ਫੌਜ ਆ ਉਹਦਾ ਨਾਮ ਖਾਲਸਾ ਫੌਜ ਹੈ, ਪਰ ਜਦੋਂ ਉਹ ਜ਼ਾਤਾਂ ਗਿਣ ਰਿਹਾ ਕਿ ਕਿਹੜੇ ਫਿਰਕੇ ਨੇ ਤੇ ਉਹ ਸਿਰਫ ਹਿੰਦੂ ਤੇ ਮੁਸਲਮਾਨ ਨੇ, ਉੱਥੇ ਉਹ ਸਿੱਖਾਂ ਨੂੰ ਗਿਣੀ ਨਹੀਂ ਰਿਹਾ। ਹੁਣ ਦੇ ਤੇ ਅਸੀਂ ਫਿਰ ਉਹਦੇ ਗੱਲ ਪੈ ਜਾਵਾਂਗੇ, ਅਸੀਂ ਤੇ 47 ਦੀ ਵੰਡ ਦੇ ਸਾਜੇ ਹੋਏ ਪੰਜਾਬੀ ਹੈ ਨਾ, ਜਿਹੜੇ ਪਹਿਲਾਂ ਵੰਡੀਆਂ ਮੁਕਰਰ ਕਰਦੇ ਨੇ ਕਿ ਜੀ ਅਸੀਂ ਆਹ ਹਾਂ ਤੇ ਆਹ ਨਹੀਂ ਹਾਂ। ਤੇ ਜਦੋਂ ਇਹ ਪੰਜਾਬੀ ਆਪਣੇ ਸਾਂਝੇ ਹੋਣ ਦੀਆਂ ਰਵਾਇਤਾਂ ਨੂੰ ਇਹ ਦੇਖਦੇ ਨੇ ਤਾਂ ਮੈਂ ਨਹੀਂ ਸਮਝਦਾ ਕਿ ਇਹਨਾਂ ਦੇ ਕੋਲ ਉਨੀ ਉਹ ਨਜ਼ਰ ਬਚੀ ਹੈ, ਉਹ ਸਮਝਦਾਰੀ ਬਚੀ ਹੈ। ਇਸ ਗੱਲ 'ਚ ਆਏ ਸੀ ਕਿ ਕਿਉਂ ਹੋਇਆ ਇਹ? ਮੈਂ ਇਸੇ ਤੇ ਹੀ ਆ ਰਿਹਾ ਕਿ ਇੱਕ ਉਹ ਵੇਲਾ ਹੈ ਕਿ ਜਿਹੜਾ 1875 ਤੋਂ ਪਹਿਲਾਂ ਵੀ ਸਾਰੀ ਗੱਲਬਾਤ ਦੇ ਬਾਵਜੂਦ ਖਾਲਸਾ ਫੌਜ ਦੀ ਅਗਵਾਈ ਨੂੰ ਮੰਨਦਿਆਂ ਹੋਇਆਂ, ਜਿਹਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਬਰਾਬਰ ਲੜ ਰਹੇ ਨੇ ਅੰਗਰੇਜ਼ਾਂ ਦੇ ਖਿਲਾਫ, ਪੰਜਾਬ ਦੀ ਆਜ਼ਾਦੀ ਦੇ ਲਈ ਲੜਿਆ ਜਾ ਰਿਹਾ ਹੈ,
ਉਸ ਹਾਰ ਤੋਂ ਬਾਅਦ ਜਦੋਂ ਅੰਗਰੇਜ਼ ਹਾਵੀ ਹੁੰਦੇ ਨੇ ਤੇ ਉਹ ਜਿਸ ਕਿਸਮ ਦੇ ਇਤਿਹਾਸ ਤੇ ਪੰਜਾਬ ਦੇ ਬਾਬਤ ਉਹ ਜਿਸ ਕਿਸਮ ਦੀ ਇੱਕ ਨੌਲੇਜ ਪ੍ਰੋਡਕਸ਼ਨ ਨੂੰ ਉਹ ਅੱਗੇ ਲੈ ਕੇ ਆਉਂਦੇ ਨੇ, ਜਿਸ ਕਿਸਮ ਦਾ ਉਹ ਗਿਆਨ ਤੇ ਕਿਤਾਬਾਂ ਤੇ ਆਪਣੇ ਹੋਰ ਟੈਕਸਟ ਜਿਹੜੇ ਉਹ ਲਿਖਦੇ ਨੇ, ਉਹਦੇ ਅੰਦਰ ਇਹ ਬਹੁਤ ਸਾਫ਼-ਸਾਫ਼ ਹੈ ਕਿ ਇਹਨਾਂ ਨੂੰ ਇਕੱਠਿਆਂ ਨਹੀਂ ਰਹਿਣ ਦੇਣਾ। ਹਰ ਥਾਂ ਦੇ ਉੱਤੇ ਉਹਨਾਂ ਨੂੰ ਇਸ ਗੱਲ ਦਾ ਫਿਕਰ ਰਹਿੰਦਾ ਕਿ ਜੇ ਇਹ ਦੁਬਾਰਾ ਇਕੱਠੇ ਹੋ ਗਏ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਇੱਥੋਂ ਬਾਹਰ ਕੱਢੇ ਜਾਵਾਂਗੇ, ਇਹਨਾਂ ਨੂੰ ਵੰਡ ਕੇ ਰੱਖੋ ਤਾਂ ਸਾਡਾ ਇੱਥੇ ਰਾਜ ਰਹੇਗਾ। ਹੁਣ ਉਸ ਸਾਰੀ ਗੇੜ ਦੇ ਵਿੱਚ ਜਦੋਂ ਸਵਾਮੀ ਦਇਆਨੰਦ ਸਰਸਵਤੀ ਇੱਥੇ ਆਉਂਦੇ ਹੈ ਤੇ ਸਤਿਆਰਥ ਪ੍ਰਕਾਸ਼ ਦੀ ਜਿਹੜੀ ਸਾਰੀ ਦਲੀਲ ਹੈ ਉਹ ਇਹ ਹੈ ਕਿ ਜਿਹੜੀ ਅਸੀਂ ਉਹਨੂੰ ਮੱਧਕਾਲ ਕਹਿ ਲਈਏ, ਮੈਂ ਉਹਨੂੰ ਪੂਰਵ ਆਧੁਨਿਕ ਕਾਲ ਕਹਿਣਾ, ਅਰਲੀ ਮਾਡਰਨ ਐਰਾ, ਕਿ ਗੁਰੂ ਨਾਨਕ ਸਾਹਿਬ ਤੇ ਕਬੀਰ ਤੇ ਰਵਿਦਾਸ ਤੇ ਨਾਮਦੇਵ ਤੇ ਇਹਨਾਂ ਸਾਰਿਆਂ ਦੀ ਸਾਂਝ ਦੇ ਨਾਲ ਜਿਹੜਾ ਇੱਕ ਕੋਈ ਨਵਾਂ ਕੋਈ ਸਿਰਜਣਾ ਦਾ ਤੇ ਸਿਧਾਂਤਕਾਰੀ ਦਾ ਜਿਹੜਾ ਕੋਈ ਮੋਰਚਾ ਖੋਲ੍ਹਿਆ ਜਾ ਰਿਹਾ ਸੀ, ਜਿਸ ਦੀ ਸਭ ਤੋਂ ਵੱਡੀ ਮਿਸਾਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਵਿੱਚ ਸਾਨੂੰ ਦਿਸਦੀ ਹੈ, ਉਹਨੂੰ ਰੱਦ ਕਰਕੇ ਮੱਧਕਾਲ ਦੀ ਇਸ ਜੁਝਾਰੂ ਚੇਤਨਾ ਨੂੰ ਰੱਦ ਕਰਦਿਆਂ ਹੋਇਆਂ ਵੇਦਾਂ ਦੀ ਸੁਪੀਰੀਓਰਿਟੀ ਨੂੰ, ਉਹਨਾਂ ਦੀ ਸ਼੍ਰੇਸ਼ਠਤਾ ਨੂੰ ਦੁਬਾਰਾ ਤੋਂ ਸਥਾਪਿਤ ਕਰਦੇ ਹੈ ਤੇ ਆਰਗੂਮੈਂਟ ਇਹ ਦਿੰਦੇ ਨੇ ਕਿ ਜੋ ਕੁਝ ਇਹਦੇ 'ਚ ਆਖਿਆ ਜਾ ਰਿਹਾ ਇਹ ਸਾਰਾ ਕੁਝ ਵੇਦਾਂ 'ਚ ਪਹਿਲਾਂ ਆਖਿਆ ਜਾ ਚੁੱਕਿਆ। ਪਹਿਲੀ ਗੱਲ। ਦੂਜੀ ਗੱਲ ਕਿ ਇਹ ਪ੍ਰਸਿੱਧ ਜਾਂ ਲੋਕਾਂ 'ਚ ਹਰਮਨ ਪਿਆਰਾ ਤਾਂ ਹੋ ਸਕਿਆ ਕਿਉਂਕਿ ਇਹ ਪੰਜਾਬੀ 'ਚ ਲਿਖਿਆ ਗਿਆ, ਇਸ ਕਰਕੇ ਸਮਝ ਆ ਗਿਆ ਲੋਕਾਂ ਦੇ, ਤੇ ਪੰਜਾਬੀ ਦੇ ਵਿੱਚ ਕਿੰਨੀ ਕੁ ਗੱਲ ਕੀਤੀ ਜਾ ਸਕਦੀ ਹੈ। ਤੀਸਰੀ ਗੱਲ ਜਿਹੜੀ ਉਹ ਇਹਦੇ 'ਚ ਜੋੜਦੇ ਨੇ ਕਿ ਇਹ ਤਾਂ ਪੰਜਾਬੀ ਜ਼ੁਬਾਨ ਦੇ ਬਾਬਤ ਜਿਵੇਂ ਉਹ ਕਹਿ ਰਹੇ ਹੋਣ ਕਿ ਬਸ ਇਹਨਾਂ ਨੇ ਤਾਂ ਨਾ ਨਵੇਂ ਢੰਗ ਦੇ ਨਾਲ ਲੋਕਾਂ ਦੀ ਜ਼ੁਬਾਨ ਦੇ ਵਿੱਚ ਮਜਮਾ ਜਿਹਾ ਲਾ ਲਿਆ ਕਿ ਜੇ ਕੋਈ ਚੰਗੀ ਗੱਲ ਹੈ ਤਾਂ ਉਹ ਵੇਦਾਂ ਦੇ ਕਰਕੇ ਹੈ, ਪਰ ਉਹ ਪੰਜਾਬੀ ਤੇ ਲੋਕਾਂ ਦੇ ਨਜ਼ਦੀਕ ਹੋਣ ਕਰਕੇ ਜੇ ਹੈ ਤਾਂ ਉਹ ਤੁਸੀਂ ਇੱਕ ਆਪਣਾ ਉਹਦੇ ਵਿੱਚੋਂ ਕੋਈ ਚਲਾ ਲਿਆ, ਕੋਈ ਸਟੇਜ ਤੇ ਕੋਈ ਆਪਦਾ ਹੀ ਤੁਸੀਂ ਪੰਥ ਨੂੰ ਖੜਾ ਕਰ ਲਿਆ, ਪਰ ਸਿਧਾਂਤਕ ਤੌਰ ਦੇ ਉੱਤੇ ਇਹ ਠੀਕ ਨਹੀਂ ਹੈ, ਇਹਦੀ ਸਾਰੀ ਜੜ ਉੱਥੇ ਹੀ ਹੈ। ਇਹ ਉਹਨਾਂ ਦੀ ਇਕੱਲੀ ਗੁਰੂ ਨਾਨਕ ਸਾਹਿਬ ਦੇ ਬਾਰੇ ਨਹੀਂ, ਸਾਰੇ ਮੱਧਕਾਲੀ ਜਿਹੜਾ ਭਗਤੀ ਲਹਿਰ ਹੋਈ ਹੈ ਉਹਦੇ ਖਿਲਾਫ ਉਹਨਾਂ ਦੀ ਇਹ ਆਰਗੂਮੈਂਟ ਹੈ। ਇਹ ਹਿੰਦੀ ਦੇ ਵਿੱਚ ਜਿਹੜਾ ਕੰਮ ਹੋਇਆ, ਜਿਹੜਾ ਅੰਗਰੇਜ਼ੀ ਦੇ ਵਿੱਚ ਇਤਿਹਾਸਕਾਰੀ 'ਚ ਕੰਮ ਹੋਇਆ, ਜੋ ਅਸੀਂ ਪੰਜਾਬ 'ਚ ਸਮਝਦੇ ਹਾਂ, ਇਹ ਉਹਦੀ ਸਾਂਝਾ ਇੱਕ ਸੂਤਰ ਹੈ ਸਵਾਮੀ ਦਇਆਨੰਦ ਸਰਸਵਤੀ ਨੂੰ ਲੈ ਕੇ। ਹੁਣ ਇਸ ਗੱਲ ਨੇ ਸਾਡੇ ਵੱਲ ਜਿਹੜਾ ਫੰਡਾਮੈਂਟਲ ਕੰਮ ਕੀਤਾ ਕਿ ਪੰਜਾਬ ਨੂੰ ਜੋੜ ਕੇ ਰੱਖਣ ਵਾਲੀ ਚੀਜ਼ ਕੀ ਹੈ ਜਿਹਦੇ ਕਰਕੇ ਅਸੀਂ ਪੰਜਾਬੀ ਹਾਂ, ਇਹਦਾ ਗੱਲ ਦਾ ਉਹਨਾਂ ਜ਼ਿਕਰ ਨਹੀਂ ਕੀਤਾ ਜਾਂਦਾ। ਉਹ ਹੈ ਜ਼ੁਬਾਨ, ਪੰਜਾਬੀ। ਪੰਜਾਬੀ ਜ਼ੁਬਾਨ ਤੋਂ ਖਹਿੜਾ ਛੁਡਾਉਣਾ ਤਿੰਨਾਂ ਧਰਮਾਂ ਦੇ ਵਡੇਰਿਆਂ ਦਾ, ਐਲੀਟ ਦਾ, ਕੁਲੀਨ ਵਰਗਾਂ ਦਾ ਸਾਂਝਾ ਪ੍ਰੋਜੈਕਟ ਹੈ। ਮੁਸਲਮਾਨ ਐਲੀਟ ਕਹਿ ਰਿਹਾ ਪੰਜਾਬ ਦਾ ਕਿ ਸਾਡੀ ਜ਼ੁਬਾਨ ਪੰਜਾਬੀ ਨਹੀਂ, ਉਰਦੂ ਹੈ। ਹਿੰਦੂ ਐਲੀਟ ਕਹਿ ਰਿਹਾ ਹੈ ਕਿ ਸਾਡੀ ਜ਼ੁਬਾਨ ਪੰਜਾਬੀ ਨਹੀਂ, ਹਿੰਦੀ ਹੈ। ਸਿੱਖ ਐਲੀਟ ਨੂੰ ਇਸ ਕਰਕੇ ਪੰਜਾਬੀ ਕਹਿਣੀ ਪੈ ਰਹੀ ਹੈ ਕਿਉਂਕਿ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪੰਜਾਬੀ ਹੈ, ਗੁਰਮੁਖੀ ਲਿਪੀ ਦੇ ਵਿੱਚ ਹੈ, ਉਹਨੂੰ ਉਹ ਧਾਰਮਿਕ ਤੌਰ ਤੇ ਮੰਨਦੇ ਆ ਤੇ ਇਹਨਾਂ ਨੂੰ ਪੰਜਾਬੀ ਮੰਨਣੀ ਪੈ ਰਹੀ ਹੈ। ਪਰ ਇਸ ਐਲੀਟ ਦੀ ਸਾਂਝੀ ਚੂਲ ਕਿੱਥੇ ਹੈ? ਅੰਗਰੇਜ਼ੀ ਪੜ੍ਹਨ ਦੇ ਵਿੱਚ, ਕਿ ਇਹ ਇੱਥੇ ਉਹਦੀਆਂ ਜ਼ੁਬਾਨਾਂ। ਅਦਰਵਾਈਜ਼ ਸਾਂਝੀ ਜ਼ੁਬਾਨ ਕਿਹੜੀ ਹੋਏਗੀ? ਖਿਆਲਾਂ ਦੀ ਤੇ ਭਵਿੱਖ ਦੀ ਤੇ ਸਾਇੰਸ ਦੀ ਤੇ ਸਿਵਲਾਈਜੇਸ਼ਨ ਦੀ, ਅੰਗਰੇਜ਼ੀ। ਕਿੰਨੇ ਮਰਜ਼ੀ ਇਹ ਤਿੰਨ ਪੰਜਾਬ ਹੋ ਜਾਣ, ਪੱਛਮੀ ਪੰਜਾਬ ਹੋ ਜਾਏ, ਪੂਰਬੀ ਪੰਜਾਬ ਹੋ ਜਾਏ, ਹਰਿਆਣਾ ਹੋ ਜਾਏ, ਮੁਸਲਮਾਨ, ਸਿੱਖ ਤੇ ਹਿੰਦੂ ਮੈਜੋਰਿਟੀ ਦੇ ਸੂਬੇ ਹੋ ਜਾਣ, ਇਸ ਗੱਲ ਦੇ ਉੱਤੇ ਬਿਲਕੁਲ ਇਕੱਠੇ ਹੈ ਕਿ ਜ਼ੁਬਾਨਾਂ ਦੇ ਉੱਤੇ ਉਰਦੂ ਵਾਲਾ ਪੰਜਾਬ ਉੱਥੇ, ਹਿੰਦੀ ਵਾਲਾ ਪੰਜਾਬ ਇਹ, ਪੰਜਾਬੀ ਵਾਲਾ ਪੰਜਾਬ ਇਹ, ਜਿੱਥੇ ਕਿ ਇਹਨਾਂ ਤਿੰਨਾਂ ਜ਼ੁਬਾਨਾਂ ਦੀ ਦੁਰਗਤ ਹੈ ਤੇ ਚੜ੍ਹਾਈ ਤੇ ਸਰਦਾਰੀ ਦਰਅਸਲ ਅੰਗਰੇਜ਼ੀ ਦੀ ਹੈ। ਅਸਲ ਦੇ ਵਿੱਚ ਗੱਲ ਇਹ ਹੈ। ਸੋ ਜਿਹੜਾ ਅਸੀਂ 47 ਤੱਕ ਜਦੋਂ ਪਹੁੰਚੇ ਤਾਂ ਗਿਆਨੀ ਹੀਰਾ ਸਿੰਘ ਦਰਦ ਹੋਣਾ ਦੀ ਇਹ ਉਹਨਾਂ ਦੀ ਸਮਝਦਾਰੀ ਹੈ, ਉਹਨਾਂ ਨੂੰ ਸਾਨੂੰ ਵਾਰ-ਵਾਰ ਸਲਾਮ ਕਰਨਾ ਚਾਹੀਦਾ ਹੈ ਕਿ ਜਿਹੜੇ ਬੰਦਿਆਂ ਨੇ ਅਗਾਂਹ ਕੀ ਹੋਣ ਵਾਲਾ ਹੈ ਕਿ ਜੇ ਪੰਜਾਬੀ ਜ਼ੁਬਾਨ ਦੇ ਉੱਤੇ ਇਕੱਠੇ ਨਾ ਰਹੇ, ਜਿਹਨੂੰ ਅਸੀਂ ਕੌਮੀਅਤ ਕਹਿ ਰਹੇ ਹਾਂ, ਅਸੀਂ ਉਹਨੂੰ ਸਿੱਖ, ਹਿੰਦੂ, ਇਸਲਾਮ ਦੇ ਨਾਲ ਜੋੜ ਕੇ ਵੇਖਣ ਦੇ ਆਦੀ ਹੋ ਚੁੱਕੇ ਹਾਂ। ਜੇ ਅੱਜ ਕੱਲ੍ਹ ਦੇ ਬੰਦਿਆਂ ਨੂੰ ਜੇ ਤੁਸੀਂ ਵੇਖੋ ਤਾਂ ਜ਼ੁਬਾਨ ਉਹਦੀ ਬੁਨਿਆਦ ਹੈ, ਔਰ ਉਹ ਪੰਜਾਬ ਦੇ ਕੁਲੀਨ ਵਰਗਾਂ ਦੀ ਜ਼ੁਬਾਨ ਕਦੇ ਵੀ ਪੰਜਾਬੀ ਨਹੀਂ ਹੈ। ਧੱਕੇ ਨਾਲ ਉਹਨਾਂ ਨੂੰ ਪੜ੍ਹਨੀ ਪੈ ਜਾਏ। ਮੈਂ ਆਖਰੀ ਇੱਕ ਗੱਲ ਕਰ ਰਿਹਾ ਸੀ ਇਸੇ ਤੁਹਾਡੀ ਗੱਲ ਦੇ ਨਾਲ ਹੀ ਜੋੜ ਕੇ ਕਿ ਗਿਆਨੀ ਹੀਰਾ ਸਿੰਘ ਦਰਦ ਇਹ ਕਹਿੰਦੇ ਆ ਕਿ ਜੇ ਪੰਜਾਬੀਆਂ ਨੇ ਜ਼ੁਬਾਨ ਦੇ ਉੱਤੇ ਪਹਿਰਾ ਨਾ ਦਿੱਤਾ ਇੱਕ ਸਾਂਝੇ ਸੂਤਰ ਦੇ ਵਜੋਂ
ਤਾਂ ਇਹ ਤਿਲਕ ਕੇ ਪੰਜਾਬੀ ਨਹੀਂ ਰਹਿਣਗੇ, ਫਿਰ ਇਹ ਉਸ ਸਿਖਰ ਤੋਂ ਤਿਲਕ ਕੇ ਹਿੰਦੂ, ਮੁਸਲਮਾਨ ਤੇ ਸਿੱਖ ਦੇ ਵਿੱਚ ਵੰਡੇ ਜਾਣਗੇ। 47 ਦੇ ਵਿੱਚ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਦੇ ਨਾਲ ਪ੍ਰਵਾਨ ਚੜ੍ਹੀ। ਬਿਲਕੁਲ ਦੇਖਦੇ ਹਾਂ ਜੀ, ਇਹ ਦੇਖਣ ਦੀ ਕੋਈ ਗੱਲ ਨਹੀਂ ਹੈ, ਇਹ ਤੱਥ ਹੈ। ਪ੍ਰੋਫੈਸਰ ਕਿਸ਼ਨ ਸਿੰਘ ਨੂੰ ਪੜ੍ਹਨਾ ਚਾਹੀਦਾ ਇਸ ਗੱਲ ਨੂੰ ਲੈ ਕੇ। ਔਰ ਉਹਦੇ 'ਚ ਜਿਹੜੀ ਗੱਲ ਵੇਖਣ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਇੱਕ ਬੌਧਿਕ ਤੇ ਇਖਲਾਕੀ ਅਗਵਾਈ ਦਿੱਤੀ ਪੰਜਾਬੀਆਂ ਨੂੰ ਆਪਣੇ ਦੌਰ ਨੂੰ ਸਮਝਣ ਦੇ ਲਈ, ਔਰ ਜਿਸ ਪੱਧਰ ਦਾ ਚਿੰਤਨ ਉਹਨਾਂ ਨੇ ਇਸ ਜ਼ੁਬਾਨ ਦੇ ਵਿੱਚ ਖੜਾ ਕਰਕੇ ਦਿਖਾਇਆ। ਇੱਕ ਪਾਸੇ ਬਾਬਾ ਫਰੀਦ ਦੇ ਨਾਲ ਸਾਂਝ ਪਾਈ, ਉਹਨਾਂ ਦਾ ਕਲਾਮ ਸ਼ਾਮਿਲ ਕੀਤਾ, ਦੂਜੇ ਪਾਸੇ ਬਨਾਰਸ ਤੋਂ ਭਗਤ ਕਬੀਰ ਦੇ ਨਾਲ ਇੱਕ ਸਾਂਝ ਪਾਈ। ਪੰਜਾਬ ਦੇ ਦਿਸਹੱਦੇ ਇੰਨੇ ਲੰਬੇ ਦੂਰ ਤੱਕ ਜੋੜ ਦਿੱਤੇ ਗਏ। ਸੋ ਕਬੀਰ ਸਾਹਿਬ ਨੂੰ ਮੇਰੇ ਪਿੰਡ ਦੇ ਗੁਰਦੁਆਰੇ ਦੇ ਮੱਥੇ ਦੇ ਉੱਪਰ ਕਬੀਰ ਸਾਹਿਬ ਦਾ ਸ਼ਲੋਕ ਲਿਖਿਆ ਹੋਇਆ ਸੀ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੇ ਖੇਤ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਬੀਰ ਸਾਹਿਬ ਤਾਂ ਮੇਰੇ ਪਿੰਡ ਦੇ ਨੇ, ਫਿਰ ਮੇਰੇ ਨਾਲ ਉਹ ਸ਼ਲੋਕ ਹੈ ਜਿਹੜਾ ਉਹ ਹਮੇਸ਼ਾ ਰਹਿੰਦਾ ਹੈ, ਉਹਨਾਂ ਦੀ ਯਾਦ ਹੈ। ਹੁਣ ਉਹਨੂੰ ਮੈਂ ਬਨਾਰਸ ਦਾ ਕਿਵੇਂ ਕਹਿੰਦੇ ਹੋ, ਤੇ ਇਸ ਤੋਂ ਠੇਠ ਪੰਜਾਬੀ ਸਾਨੂੰ ਅੱਜ ਵੀ ਉਹ ਉਵੇਂ ਸਮਝ ਆਉਂਦਾ। ਕਬੀਰ ਸਾਹਿਬ ਦੀਆਂ ਕੁਝ ਲਿਖੀਆਂ ਹੋਈਆਂ ਗੱਲਾਂ ਜਿਹੜੀ ਭਾਸ਼ਾ 'ਚ ਉਹ ਲਿਖ ਰਹੇ ਨੇ, ਕਿ ਉਹ ਸਾਡੇ ਲਈ ਓਪਰੀਆਂ ਨੇ? ਬਿਲਕੁਲ ਵੀ ਨਹੀਂ। ਸੋ ਇੱਕ ਤੇ ਇਹ ਦੇਖਣ ਦੀ ਲੋੜ ਹੈ ਕਿ ਗੁਰੂ ਸਾਹਿਬ ਨੇ ਜਿਹੜੀ ਅਗਵਾਈ ਦਿੱਤੀ ਉਹਦੇ ਵਿੱਚ ਇੱਕ ਪਾਸੇ ਨਿਰਗੁਣ ਭਗਤੀ ਧਾਰਾ ਦੇ ਕਬੀਰ ਨੇ, ਦੂਜੇ ਪਾਸੇ ਇਸਲਾਮ 'ਚੋਂ ਸੂਫੀਆਂ ਦੇ ਵਿੱਚ ਦੇ ਸਰਤਾਜ ਉਸ ਸਮੇਂ ਬਾਬਾ ਫਰੀਦ ਨੇ, ਤੇ ਖੁਦ ਇੱਕ ਆਪਣੀ ਇਹ ਗੱਲ ਹੈ। ਸੋ ਪੰਜਾਬ ਦੇ ਵਿੱਚ ਅਸੀਂ ਜਿਸ ਨੂੰ ਸਿੱਖ ਕਹਿੰਦੇ ਹਾਂ, ਉਹ ਕੋਈ ਭਾਈਚਾਰੇ ਦੀ ਗੱਲ ਨਹੀਂ ਹੈ, ਸਿਰਫ ਭਾਈਚਾਰਾ ਉਸ ਦੇ ਉੱਤੇ ਉਸਰਿਆ ਹੋਇਆ ਇੱਕ ਬੋਡੀ ਸੀ, ਪਰ ਇਹ ਇੱਕ ਬਹੁਤ ਵੱਡਾ ਇੱਕ ਵਿਚਾਰਕ ਤੇ ਇਖਲਾਕੀ ਤੇ ਸੱਭਿਆਚਾਰਕ ਉਦਮ ਵੀ ਹੈ। ਭਾਈ ਮਰਦਾਨਾ ਨੂੰ ਦਫਨਾਇਆ ਹੈ ਗੁਰੂ ਨਾਨਕ ਸਾਹਿਬ ਨੇ ਜਦੋਂ ਉਹਨਾਂ ਦੀ ਮੌਤ ਹੋਈ ਹੈ ਤੀਸਰੀ ਉਦਾਸੀ ਤੋਂ ਮੁੜਦਿਆਂ ਹੋਇਆਂ। ਸਿੱਖ ਸਨ ਉਹ ਕਿ ਨਹੀਂ ਸਨ? ਜੇ ਸਿੱਖ ਸਨ, ਜਿਸ ਬੰਦੇ ਨੇ ਸਭ ਤੋਂ ਜ਼ਿਆਦਾ ਸਮਾਂ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ, ਉਹਨੇ ਤੇ ਆਪਣਾ ਇਸਲਾਮ ਧਰਮ ਰੱਖਿਆ, ਤੇ ਗੁਰੂ ਨਾਨਕ ਸਾਹਿਬ ਨੂੰ ਤੇ ਕੋਈ ਹਰਜ਼ ਨਹੀਂ ਕਿ ਉਹਨਾਂ ਨੇ ਉਸ ਨੂੰ ਇਸਲਾਮ ਦੇ ਵਿਧੀ ਵਿਧਾਨ ਮੁਤਾਬਕ ਉਹਨਾਂ ਨੂੰ ਦਫਨ ਕੀਤਾ। ਉੱਥੇ ਕਬਰ ਉਹਨਾਂ ਦੇ ਵਿੱਚ ਰੱਖੀ ਗਈ ਤੇ ਉਹਦੇ ਨਾਲ ਰਬਾਬ ਉੱਥੇ ਉਹ ਵੀ ਨਾਲ ਦਫਨਾਈ ਗਈ। ਅਸੀਂ ਇਹਨਾਂ ਗੱਲਾਂ ਦੇ ਵਿੱਚ ਜਦੋਂ ਇਹ ਕਰਦੇ ਹਾਂ ਕਿ 18ਵੀਂ ਸਦੀ ਦੇ ਆਉਂਦਿਆਂ ਜਿਹੜੇ ਸਿੱਖ ਸੰਘਰਸ਼ ਦੀ ਜਿਹੜੀ ਗੱਲ ਚੱਲ ਰਹੀ ਹੈ, ਉਹਦੇ ਵਿੱਚ ਵੀ ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ, ਫਿਰ ਉਹ ਚੰਡੀਗੜ੍ਹ ਮੋਹਾਲੀ ਦੇ ਨੇੜਲੇ ਦੋਵਾਂ ਪਾਸਿਆਂ ਦੇ ਘੜੂਆਂ ਤੇ ਸਢੌਰੇ ਦੇ ਇਹ ਦੋ ਸੂਫੀ ਪੀਰ ਨੇ, ਜਿਨ੍ਹਾਂ ਦੇ ਮੁਰੀਦ ਉਸ ਖਾਲਸਾ ਫੌਜ ਦੇ ਵਿੱਚ ਸ਼ਾਮਿਲ ਨੇ। ਭਾਈ ਨਬੀ ਖਾਂ, ਗਨੀ ਖਾਂ ਨੂੰ ਅਸੀਂ ਹੁਣ ਸਿੱਖ ਆਖਾਂਗੇ ਕਿ ਨਹੀਂ ਆਖਾਂਗੇ? ਭਾਈ ਕਹਿ ਕੇ ਅਸੀਂ ਉਹਨਾਂ ਨੂੰ ਕਹਿ ਹੀ ਰਹੇ ਹਾਂ। ਦੂਸਰੀ ਗੱਲ ਕਿ ਉਸ ਦੇ ਵਿੱਚ ਬੰਦਾ ਬਹਾਦਰ ਦੇ ਜਿਹੜੇ ਪਹਿਲੇ ਸੰਗੀ ਸਾਥੀ ਸਨ, ਸੰਨਿਆਸੀ ਬੈਰਾਗੀ ਸਨ ਜਿਹੜੇ, ਉਹ ਵੀ ਖਾਲਸਾ ਫੌਜ ਦੇ ਵਿੱਚ ਸ਼ਾਮਿਲ ਨੇ ਤੇ ਸਿੱਖ ਵੀ ਨੇ। ਮੈਂ ਇਸ ਕਰਕੇ ਕਹਿ ਰਿਹਾ ਕਿ ਜਿਸ ਨੂੰ ਹੁਣ ਅਸੀਂ ਸਿਰਫ ਸਿੱਖ ਕਹਿਣ ਦੇ, ਜੇ ਹੁਣ ਮੈਂ ਨਿਰਖ ਕਰਨ 'ਤੇ ਹੀ ਆ ਜਾ, ਤਾਂ ਇਹ ਤੁਹਾਨੂੰ ਤਿੰਨ ਧਾਰਾਵਾਂ ਇਕੱਠੀਆਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਦਿਸਦੀਆਂ ਨੇ। ਲੋਕ ਇਹਨਾਂ ਦੇ ਨਾਲ ਜੁੜ ਰਹੇ ਨੇ, ਇਹਨਾਂ ਦੇ ਇਖਲਾਕ ਨੇ ਲੋਕਾਂ ਦੇ ਅੰਦਰੋਂ ਆਪਣੇ ਲਈ ਸਮਰਥਨ ਪੈਦਾ ਕੀਤਾ। ਲਾਹੌਰ ਦੇ ਦਰਵਾਜ਼ੇ ਲਾਹੌਰ ਦੇ ਸ਼ਹਿਰੀਆਂ ਨੇ ਖੋਲ੍ਹੇ, ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਨੇ ਸੱਦਾ ਦਿੱਤਾ ਕਿ ਆ ਕੇ ਇੱਥੇ ਤੁਸੀਂ ਸਾਂਭੋ ਇਹ ਸਾਰੀ ਗੱਲ ਨੂੰ। ਰਣਜੀਤ ਸਿੰਘ ਦੀ ਸਾਰੀ ਗੱਲ ਦੇ ਵਿੱਚ ਜਿਹੜੀ ਉਹਦੇ ਵਿੱਚ ਵੱਡੇ ਅਹਿਲਕਾਰ ਸਨ, ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਸਿੱਖ ਵੀ ਸਨ, ਬਾਅਦ 'ਚ ਯੂਰੋਪੀਅਨਸ ਵੀ ਆਏ। ਇਹਦਾ ਕੀ ਮਤਲਬ ਹੋਇਆ ਕਿ ਇੱਕ ਸਾਂਝੀ ਕਿਸਮ ਦੀ ਸਰਕਾਰ ਚੱਲ ਰਹੀ ਸੀ। ਉਹ ਕਿਸੇ ਨੂੰ ਕੋਈ ਇਸ ਗੱਲ ਦੇ ਉੱਤੇ ਮਤਭੇਦ ਹਮੇਸ਼ਾ ਹੁੰਦੇ ਨੇ, ਕਈ ਕੱਟੜ ਧਿਰਾਂ ਨੂੰ ਉਦੋਂ ਵੀ ਰਹਿਣਗੇ, ਉਹ ਚੱਲਦਾ ਹੀ ਹੁੰਦਾ ਕੰਮ, ਪਰ ਬੁਨਿਆਦੀ ਤੌਰ ਤੇ ਜਿਹੜੀ ਧਾਰਾ ਚੱਲ ਰਹੀ ਸੀ ਕਿ ਸਿੱਖਾਂ ਨੇ ਇੱਕ ਕਿਸਮ ਦੀ ਆਪਣੀ ਨੈਤਿਕਤਾ ਦੇ ਨਾਲ ਪੰਜਾਬੀਆਂ ਦਾ ਮਨ ਜਿੱਤਿਆ, ਆਪਣੇ ਉੱਚੇ ਇਖਲਾਕ ਦੇ ਨਾਲ ਕਿ ਇਹ ਧੱਕਾ ਨਹੀਂ ਕਰਦੇ, ਇਹ ਦੂਜਿਆਂ ਦੇ ਨਾਲੋਂ ਰਹਿਮਦਿਲ ਨੇ, ਇਹ ਗਊ ਗਰੀਬ ਦੀਨ ਦੁਖੀ ਦੇ ਨਾਲ ਖੜੇ ਹੋਣ ਵਾਲੇ ਨੇ, ਇਹ ਇੱਕ ਐਸੀ ਫੌਜ ਹੈ, ਇਹ ਇੱਕ ਸਾਡੀ ਸੈਨਾ ਹੈ। ਰਾਖੀ ਸਿਸਟਮ ਨੇ ਦੁਬਾਰਾ ਜਿਵੇਂ ਇੱਕ ਸਟੇਟ ਵਿਦਨ ਦਾ ਸਟੇਟ ਖੜਾ ਕੀਤਾ, ਉਹਨੂੰ ਕਿੰਨੀ ਦੂਰ ਤੱਕ ਲੈ ਕੇ ਗਏ। ਇਹ ਜਿਹੜੀਆਂ ਚੀਜ਼ਾਂ ਨੇ
ਉਹਦੇ ਵਿੱਚੋਂ ਇੱਕ ਸਾਂਝੇ ਪੰਜਾਬੀ ਮਾਹੌਲ ਦੀ ਵੀ ਸਿਰਜਣਾ ਹੁੰਦੀ ਹੈ। ਉਹਦੇ ਅੰਦਰ ਅਗਵਾਈ, ਹੁਣ ਜੇ ਆਪਾਂ ਭਾਈਚਾਰਿਆਂ ਦੀ ਅਗਵਾਈ ਨੂੰ ਹੀ ਮੰਨਣਾ ਹੋਵੇ ਤਾਂ ਸਿੱਖ ਦੇ ਰਹੇ ਨੇ, ਤੇ ਉਸ ਅਗਵਾਈ ਦਾ ਸਾਰੇ ਜਣੇ ਸਤਿਕਾਰ ਵੀ ਕਰ ਰਹੇ ਨੇ। ਪਰ ਜਦੋਂ ਤੁਸੀਂ ਇਹ ਜਤਾਉਣ ਲੱਗ ਜਾਓ ਕਿ ਸਾਡੇ ਹੀ ਕਰਕੇ ਹੈ, ਤਾਂ ਫਿਰ ਉਸ ਦਾ ਵੀ ਇੱਕ ਪੂਰਾ ਹੀ ਇੱਕ ਕਾਊਂਟਰ ਪੋਲ ਉਹਦਾ ਵੀ ਖੜਾ ਹੋ ਜਾਏਗਾ ਜੀ। ਫਿਰ ਵੇਖ ਹੀ ਲੈਂਦੇ ਆ ਕਿ ਕਿਹਦੇ ਕਰਕੇ ਹੈ ਇਹ। ਜਿਹੜੀ ਇਸ ਕਿਸਮ ਦੀ ਬਹਿਸ ਹੈ ਕਿ ਇਹ ਜੀ ਸਾਡੇ ਹੀ ਕਰਕੇ ਹੈ, ਇਸੇ ਗੱਲ ਨੇ ਤਾਂ ਸਾਰੇ ਪੁਆੜੇ ਪਾਏ ਹੈ ਕਿ ਜੀ ਅਸੀਂ ਰਾਜੇ ਰਹੇ ਹਾਂ ਇਸ ਕਰਕੇ ਸਾਡਾ ਵੱਧ ਹੱਕ ਹੈ। ਤੇ ਅਗਲੇ ਕਹਿੰਦੇ ਆ ਵੀ ਇਹ ਡੈਮੋਕ੍ਰੇਸੀ 'ਚ ਰਾਜਾ ਹੋਣ ਦਾ ਕੀ ਮਤਲਬ ਹੋਇਆ ਜੀ। ਫਿਰ ਉੱਥੇ ਤੇ ਆ ਜਾਓ, ਫਿਰ ਤੇ ਗਿਣਤੀ ਕਰਦੇ ਆ, ਤੇ ਗਿਣਤੀ ਕਰਕੇ ਕੀ ਨਿਕਲਿਆ। ਇਹ ਜਿਹੜੀ ਸਾਡੀ ਆਪਣੀ ਚੜ੍ਹਾਈ ਹੋਣੀ ਸੀ ਕਿੱਥੇ, ਜੇ ਸਿੱਖਾਂ ਦੀ ਵੀ ਮੈਂ ਗੱਲ ਕਰਾਂ ਕਿ ਸਿੱਖਾਂ ਦੀ ਚੜ੍ਹਾਈ, ਤੁਸੀਂ ਰਣਜੀਤ ਸਿੰਘ ਦੀ ਗੱਲ ਕਰਦੇ ਹੋ, ਇੰਨਾ ਲੰਬਾ ਹੈ, ਤੇ ਉਸ ਤੋਂ ਬਾਅਦ ਚੜ੍ਹਾਈ ਹੋਣ ਦੇ ਲਈ ਇੱਕ 2.5 ਨਦੀਆਂ ਦਾ ਪੰਜਾਬ 'ਚ ਰਹਿ ਗਿਆ ਤੁਹਾਡੇ ਕੋਲ, ਵੀ ਹੁਣ ਇਹ ਤੇ ਚੜ੍ਹਾਈ ਕਰ ਲਓ। ਜੇ ਇਸ ਕਿਸਮ ਦਾ ਸਿਰਫ ਗੱਲ ਉਹ ਨਹੀਂ ਹੈ ਕਿ ਚੋਇਸ ਕਿਹਦੀ ਸੀ ਤੇ ਕਿਹਦੀ ਨਹੀਂ ਸੀ। ਮੈਂ ਇਹ ਕਹਿ ਰਿਹਾ ਕਿ ਅੱਜ ਕੱਲ੍ਹ ਅਸੀਂ ਜਿਸ ਤਰ੍ਹਾਂ ਦੀ ਵੰਡ ਦੀ ਤੇ ਬਹੁਤ 66 ਦੇ ਵਿੱਚ ਹੋਇਆ ਨਾ, 66 ਦੇ ਵਿੱਚ ਹੋਇਆ ਨਾ 2-2.5 ਨਦੀਆਂ ਵਾਲਾ ਪੰਜਾਬ, ਠੀਕ ਹੈ। ਔਰ ਉਹਦੇ ਪਿੱਛੇ ਇੱਕ ਗੱਲ ਇਹ ਵੀ ਸੀ ਕਿ ਇੱਕ ਖਿੱਤਾ ਐਸਾ ਚਾਹੀਦਾ ਜਿਸ ਦੇ ਵਿੱਚ ਕਿ ਸਿੱਖਾਂ ਦੀ ਮੈਜੋਰਿਟੀ ਹੋਵੇ। ਇਹ ਮਾਈਨੋਰਿਟੀ ਨੇ, ਮਾਈਨੋਰਿਟੀ ਰਾਈਟਸ ਦਾ ਇੱਕ ਸਵਾਲ ਸੀ। ਉਸ ਦੌਰ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਨਹੀਂ ਨਜਿੱਠਿਆ ਗਿਆ। ਇੱਕ ਸੰਪੂਰਨ ਤੌਰ 'ਤੇ ਭਾਸ਼ਕ ਆਧਾਰ ਦੇ ਉੱਤੇ ਸੂਬਾ ਬਣਾਉਣ ਦੀ ਡਿਮਾਂਡ ਨੂੰ ਫਿਰਕੂ ਡਿਮਾਂਡ ਬਣਾ ਕੇ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਦੇ ਨਾਲ ਉਹ ਪੋਲੈਰਿਟੀਜ਼ ਵੱਧਦੀਆਂ ਗਈਆਂ। ਅਸੀਂ ਹੁਣ ਹਰਿਆਣਾ ਤੇ ਪੰਜਾਬ ਇੱਕ ਦੂਜੇ ਦੇ 1 ਸਾਲ ਪਹਿਲਾਂ ਤੱਕ ਕੋਈ ਲੱਗਦਾ ਹੀ ਨਹੀਂ ਸੀ ਵੀ ਦੁਨੀਆ ਇੱਕ ਹੋ ਸਕਦੀ ਹੈ, ਪੰਜਾਬ ਹਰਿਆਣਾ ਨਹੀਂ ਇੱਕ ਹੋ ਸਕਦੇ। ਤੇ ਹੁਣ ਇਸ ਅੰਦੋਲਨ ਨੇ ਉਹ ਸਾਰਾ ਮਾਹੌਲ ਵੀ ਬਦਲਿਆ ਕਿ ਪੰਜਾਬ ਦੇ ਤੇ ਹਰਿਆਣੇ ਦੇ ਅੰਦਰ ਜਿਸ ਕਿਸਮ ਦੀ ਸਾਂਝ ਦਿਸ ਰਹੀ ਹੈ, ਜਿਸ ਕਿਸਮ ਦਾ ਭਾਈਚਾਰਾ ਇੱਥੇ ਦਿਸਿਆ, ਉਹ ਤੇ ਹੁਣ ਇਹ ਲੱਗਦਾ ਨਾ ਕਿ ਲੋਕਾਂ ਦੀ ਸਾਂਝ ਦੇ ਸਾਂਝੇ ਸੂਤਰ ਦੇ ਵਿੱਚ ਪਰੋਏ ਜਾਣ ਦੇ ਵਿੱਚ ਹੀ ਪੰਜਾਬ ਦੀ ਤੇ ਦਰਅਸਲ ਗਤੀ ਹੀ ਇਸ ਦੇ ਵਿੱਚ ਹੈ। ਪੰਜਾਬ ਨੇ ਤੇ ਸਿਖਾਇਆ ਹੀ ਇਹ ਸੀ ਕਿ ਇਹਨਾਂ ਨੂੰ ਜੋੜ ਕੇ ਰੱਖਣਾ ਹੈ। ਗਿਆਨੀ ਮੰਗਲ ਸਿੰਘ ਹੋਏ ਨੇ ਜਿਨ੍ਹਾਂ ਨੇ ਹਿੰਦੁਸਤਾਨ ਟਾਈਮਜ਼ ਅਖਬਾਰ ਸ਼ੁਰੂ ਕੀਤਾ, ਤੇ ਗਿਆਨੀ ਮੰਗਲ ਸਿੰਘ ਹੁਣਾਂ ਨੇ ਇੱਕ ਰਸਾਲਾ ਕੱਢਣ ਦੀ ਵੀ ਸਲਾਹ ਬਣਾਈ ਸੀ। ਉਸ ਰਸਾਲੇ ਦਾ ਨਾਮ ਉਹਨਾਂ ਨੇ, ਜਿਹੜਾ ਉਹਨਾਂ ਨੇ ਟਾਈਟਲ ਉਹਦਾ ਰੱਖਿਆ, ਉਹ ਬੜਾ ਦਿਲਚਸਪ ਹੈ। ਉਹਨਾਂ ਨੇ ਉਹਦਾ ਟਾਈਟਲ ਰੱਖਿਆ ਸੀ ਮੇਲੂ, ਕਿ ਸਿੱਖਾਂ ਦਾ ਇਹ ਕੰਮ ਹੈ ਕਿ ਹਿੰਦੂਆਂ ਤੇ ਮੁਸਲਮਾਨਾਂ ਨੂੰ ਜੋੜ ਕੇ ਰੱਖਣਾ ਹੈ, ਮੇਲ ਕੇ ਰੱਖਣਾ ਹੈ। ਅਸੀਂ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਹੈਗੇ। ਸੋ ਜਿਹੜੀ 1947 ਦੀ ਵੰਡ ਹੈ, ਉਹ ਸਿੱਖੀ ਦੇ ਇਸ ਮੇਲ ਕਰਵਾਉਣ ਵਾਲੇ ਇਖਲਾਕ ਦੀ ਵੀ ਹਾਰ ਹੈ। ਸਿੱਖਾਂ ਨੇ, ਜੇ ਸਿੱਖ ਭਾਈਚਾਰੇ ਦੇ ਵਜੋਂ ਜਾਂ ਸਿੱਖ ਸਿਧਾਂਤ ਦੇ ਵਜੋਂ ਜੇ ਮੈਂ ਇਹਨੂੰ ਲੈਣਾ ਹੋਵੇ, ਆਪਾਂ ਉਹ ਵੀ ਕਰ ਲੈਂਦੇ ਹਾਂ, ਤਾਂ ਉਹ ਕੋਈ ਰਾਜ ਲੋਕਾਂ ਦਾ ਹੀ ਹੈ। ਉਹ ਕਿਸੇ ਭਾਈਚਾਰੇ ਦਾ ਦੂਜੇ ਦੇ ਉੱਤੇ ਧੌਂਸ ਦੇ ਨਾਲ ਨਹੀਂ ਹੈ ਰਾਜ। ਧੌਂਸ ਦੇ ਨਾਲ ਤੇ ਜੇ ਕਰਨਾ ਹੁੰਦਾ ਤੇ 7% ਲੋਕ ਬਾਕੀ ਦੇ 93% ਲੋਕਾਂ ਦੇ ਰਾਜੇ ਕਿਵੇਂ ਬਣ ਸਕਦੇ ਆ? ਕਿੱਥੇ ਹੋਇਆ ਹੋਰ? ਜੇ ਇਹ ਹੋਇਆ ਤਾਂ ਸਾਨੂੰ ਉਹਦਾ ਸਹੀ ਇਤਿਹਾਸ ਵੀ ਪੜ੍ਹਨਾ ਆਉਣਾ ਚਾਹੀਦਾ, ਔਰ ਉਹਦੇ ਅੰਦਰ ਜਿਹੜੀਆਂ ਸਾਂਝੀਆਂ ਕੁਰਬਾਨੀਆਂ ਹੋਈਆਂ ਨੇ ਉਹਨਾਂ ਦਾ ਵੀ ਜ਼ਿਕਰ ਕਰਨਾ ਚਾਹੀਦਾ। ਬਿਲਕੁਲ ਹੋਇਆ ਜੀ, ਬਿਲਕੁਲ ਹੋਇਆ। ਹਿੰਦੁਸਤਾਨ ਦੇ ਵਿੱਚ ਇਸ ਤੋਂ ਪਹਿਲਾਂ ਵੀ ਦੰਗੇ ਹੋਏ। ਮੁਸਲਮਾਨਾਂ ਨੂੰ ਲਗਾਤਾਰ ਇੱਕ ਨਿਸ਼ਾਨੇ 'ਤੇ ਰੱਖਿਆ ਗਿਆ। ਭਿਵੰਡੀ ਹੋਵੇ, ਬੰਬੇ ਹੋਵੇ, ਹੋਰਾਂ ਥਾਵਾਂ ਦੇ ਆਪਾਂ ਬਹੁਤਿਆਂ ਦੇ ਜ਼ਿਕਰ ਕਰ ਹੀ ਸਕਦੇ ਹਾਂ। ਇਹ ਮਾਈਨੋਰਿਟੀਜ਼ ਦਾ ਇਸ ਮੁਲਕ ਦੇ ਅੰਦਰ ਇੱਕ ਮਸਲਾ ਹੈ ਕਿ ਉਹਨਾਂ ਦੀ ਇਹ ਇਸ ਮੁਲਕ ਦੇ ਵਿੱਚ ਇੱਕ ਆਪਣੇ ਪੂਰੇ ਸਨਮਾਨ ਦੇ ਨਾਲ ਜਿਉਂ ਸਕਣ ਦੀ ਗਾਰੰਟੀ ਦਾ ਇੱਕ ਬੜਾ ਵਾਜਬ ਰਾਜਨੀਤਿਕ, ਸਿਧਾਂਤਕ ਔਰ ਜਮਹੂਰੀ ਇੱਕ ਇਹ ਮੰਗ ਹੈ। ਤੇ ਇਹਦੇ ਬਾਵਜੂਦ ਜੇ ਮੈਂ ਦੂਜੇ ਪਾਸੇ ਵੀ ਕਹਿਣਾ ਚਾਹਾਂ ਕਿ ਇਸ ਦੇਸ਼ ਦਾ ਰਾਸ਼ਟਰਪਤੀ ਵੀ ਸਿੱਖ ਰਿਹਾ, ਇਸ ਦੇਸ਼ ਦੀਆਂ ਸੈਨਾਵਾਂ ਦੇ ਏਅਰ ਫੋਰਸ ਦੇ ਵੀ ਮੁਖੀ ਸਿੱਖ ਰਹੇ ਨੇ, ਯੋਜਨਾ ਬੋਰਡ ਦੇ ਵੀ ਰਹੇ ਨੇ, ਪ੍ਰਧਾਨ ਮੰਤਰੀ 10 ਸਾਲ ਸਿੱਖ ਰਿਹਾ ਹੈ, ਔਰ ਆਪਾਂ ਵੱਖ-ਵੱਖ ਸ਼ੋਬਿਆਂ ਦੇ ਵਿੱਚ ਇਹ ਗਿਣ ਹੀ ਸਕਦੇ ਹਾਂ। ਪਰ ਇਸ ਗਿਣਤੀ ਦਾ ਤੇ ਇਹਨਾਂ ਹਾਦਸਿਆਂ ਦਾ ਨੂੰ ਆਪਾਂ ਮੰਨਦੇ ਹੋਏ ਵੀ
ਇਹ ਦੋਵੇਂ ਪਾਸੇ ਦੀਆਂ ਆਰਗੂਮੈਂਟਸ ਦਿੱਤੀਆਂ ਜਾ ਸਕਦੀਆਂ। ਮੈਂ ਇਸ ਗੱਲ ਤੋਂ ਮੈਨੂੰ ਥੋੜ੍ਹਾ ਲਾਂਭੇ ਹੁੰਨਾ, ਮੈਂ ਇਹ ਕਹਿਣਾ ਕਿ ਅਸੀਂ ਇਹਨਾਂ ਹਾਦਸਿਆਂ ਤੋਂ ਪਾਰ ਕਿਵੇਂ ਜਾਣਾ, ਅਗਾਂਹ ਕਿਵੇਂ ਵੇਖੀਏ। ਕੀ ਹਿੰਦੁਸਤਾਨ ਤੋਂ ਸਦਾ ਦੇ ਲਈ ਰੁੱਸ ਜਾਣਾ ਚਾਹੀਦਾ ਪੰਜਾਬ ਨੂੰ? ਰੁੱਸ ਕੇ ਕਿੱਥੇ ਜਾਏਗਾ? ਜੇ ਅਸੀਂ ਰੁੱਸਣ ਤੇ ਆ ਗਏ ਤਾਂ ਫਿਰ ਕੀ ਪੰਜਾਬ ਦੇ ਅੰਦਰ ਜਿਹੜਿਆਂ ਦਾ ਰੋਸਾ ਸਿੱਖਾਂ ਦੇ ਨਾਲ ਹੈ, ਫਿਰ ਉਹਨਾਂ ਨੂੰ ਵੀ ਕੀ ਹੱਕ ਹੈ ਕਿ ਉਹ ਵੀ ਰੁੱਸ ਕੇ ਆਪਣਾ ਕੋਈ ਰਾਹ ਅਖਤਿਆਰ ਕਰ ਲੈਣ? ਕੀ ਫਿਰ ਪੰਜਾਬ ਦੇ ਅੰਦਰ ਮਾਲਵੇ ਦੀ ਹੁਣ ਜਿੰਨੀ ਭਾਰੀ ਗਿਣਤੀ ਦੇ ਵਿੱਚ ਇੱਥੋਂ ਜਾ ਰਹੇ ਨੇ MLA, ਤੇ ਕੀ ਦੁਆਬਾ ਰੁੱਸ ਸਕਦਾ ਵੀ ਸਾਡੀ ਤੇ ਕੋਈ ਇਹਦੇ 'ਚ ਨੁਮਾਇੰਦਗੀ ਨਹੀਂ ਹੈ? ਅਜਿਹੇ ਖਿੱਤੇ ਨੇ ਜਿਨ੍ਹਾਂ ਦਾ ਵਿਕਾਸ ਨਹੀਂ ਹੋਇਆ ਹਜੇ। ਇਹ ਆਪਾਂ ਹਮੇਸ਼ਾ ਹੀ ਕਰਦੇ ਰਹਿ ਸਕਦੇ ਹਾਂ, ਇਹਦਾ ਕੋਈ ਅੰਤ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ। ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਇਸ ਦੇ ਆੜ ਦੇ ਵਿੱਚ ਜਿਹੜੇ ਵੱਡੇ ਸਵਾਲ ਨੇ ਕਿ ਇਸ ਦੇਸ਼ ਦੇ ਅੰਦਰ ਸਾਰਿਆਂ ਦੇ ਲਈ ਇੱਕ ਸਾਂਝਾ ਤੇ ਸਨਮਾਨਜਨਕ ਜ਼ਿੰਦਗੀ ਜਿਉਣ ਦਾ ਜਿਹੜਾ ਇੱਕ ਬੁਨਿਆਦੀ ਹੱਕ ਹੈ, ਉਹਦੇ ਲਈ ਲੜਾਈਆਂ ਸਾਂਝੇ ਹੋ ਕੇ ਹੀ ਲੜੀਆਂ ਜਾ ਸਕਦੀਆਂ ਨੇ। ਮੈਂ ਇਹਦੀ ਇੱਕ ਮਿਸਾਲ ਦਿੰਦਾ ਤੁਹਾਨੂੰ, ਔਰ ਉਹ ਕਿਸਾਨ ਮੋਰਚੇ ਦੇ ਵਿੱਚੋਂ ਹੀ ਫੇਰ ਨਿਕਲਦੀ ਹੈ ਕਿ ਅਸੀਂ ਰੁੱਸੇ ਹੋਏ ਸਾਂ, ਬੜੀਆਂ ਜਾਇਜ਼ ਕੁਝ ਗੱਲਾਂ ਸਨ, ਤੇ ਲਗਾਤਾਰ ਇੱਕ ਰੋਸ ਦੀ ਰਾਜਨੀਤੀ ਪੰਜਾਬ ਦੇ ਵਿੱਚ ਹੁੰਦੀ ਰਹੀ ਹੈ। ਇਸ ਰੋਸ ਨੇ ਬੜਾ ਵੱਡਾ ਇੱਕ ਰੋਜ਼ਗਾਰ ਵੀ ਪੈਦਾ ਕੀਤਾ ਹੋਇਆ ਰਾਜਨੀਤਿਕ ਤੌਰ 'ਤੇ ਤੇ ਇੱਕ ਵਿਚਾਰਧਾਰਕ ਤੌਰ ਦੇ ਉੱਤੇ ਲਗਾਤਾਰ ਇੱਕ ਇਸਦੀ ਜਿੰਨੀ ਇਹਦੀ ਆਡੀਅੰਸ ਬੜੀ ਹੈ ਇਸ ਦੀ। ਤੇ ਕਿਸਾਨ ਮੋਰਚੇ ਨੂੰ ਜਿਵੇਂ ਸਮਰਥਨ ਹਰਿਆਣੇ ਨੇ ਦਿੱਤਾ, ਫੁੱਲ ਦੀ ਨਹੀਂ ਲੱਗਣ ਦਿੱਤੀ, ਜਿਵੇਂ ਉਹਨਾਂ ਨੇ ਉੱਥੇ ਸੇਵਾ ਕੀਤੀ, ਜਿਵੇਂ ਉਹਨਾਂ ਨੇ ਅੱਖਾਂ ਤੇ ਚੱਕ ਕੇ ਰੱਖਿਆ ਕਿ ਪਹਿਲਾਂ ਸਾਨੂੰ ਮਾਰਨਗੇ ਫਿਰ ਤੁਹਾਡੇ ਤੱਕ ਪਹੁੰਚਣਗੇ। ਇਹੋ ਹੀ ਪੱਛਮੀ ਉੱਤਰ ਪ੍ਰਦੇਸ਼, ਜਿੱਥੇ ਕਦੇ 84 ਦੇ ਵੀ ਦੰਗੇ ਹੋਏ ਸਨ, ਮੈਂ ਕਹਿ ਰਿਹਾ ਕਿ ਆਪਾਂ ਉਹ ਵੀ ਛੱਡ ਦਈਏ, ਮੁਜ਼ੱਫਰਨਗਰ ਦੇ ਵਿੱਚ ਹੀ ਦੰਗੇ ਹੋਏ ਸਨ ਮੁਸਲਮਾਨਾਂ ਦੇ ਖਿਲਾਫ। ਜਾਟ ਭਾਈਚਾਰੇ ਨੇ ਗੁੱਜਰਾਂ ਦੇ ਨਾਲ ਮਿਲ ਕੇ ਵੀ ਹਿੱਸਾ ਲਿਆ ਸੀ, ਕਈ ਚੀਜ਼ਾਂ ਨੇ ਇਸ ਕਿਸਮ ਦੀਆਂ ਆਪਣੇ ਸਾਹਮਣੇ ਹੀ ਨੇ। ਹੁਣ ਉੱਥੇ ਨਾਰਾ ਇਹ ਵੀ ਲੱਗ ਹੀ ਰਿਹਾ ਨਾ ਕਿ ਹਰ ਹਰ ਮਹਾਦੇਵ ਤੇ ਅੱਲਾਹੂ ਅਕਬਰ ਵੀ ਇਕੱਠੇ ਲੱਗੇ ਨੇ। ਮੈਂ ਇਹ ਕਹਿ ਰਿਹਾ ਕਿ ਜਿਹੜੇ ਅੰਦੋਲਨ ਹੁੰਦੇ ਨੇ ਇੱਕ ਫੌਰੀ ਆਰਥਿਕ ਮੰਗ ਦੇ ਉੱਤੇ ਤੇ ਇਹ ਹੈ ਹੀ ਨੇ, ਇਹ ਇੱਕ ਵੱਡਾ ਵਿਚਾਰਧਾਰਕ ਸੱਭਿਆਚਾਰਕ ਕਾਰਜ ਵੀ ਕਰ ਰਹੇ ਹੁੰਦੇ ਨੇ ਕਿ ਦੁਬਾਰਾ ਤੋਂ ਸਾਂਝਾਂ ਪੈਣ, ਦੁਬਾਰਾ ਤੋਂ ਅਸੀਂ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਉਣਾ ਸਿੱਖੀਏ ਤੇ ਇਸ ਗੱਲ ਦੇ ਉੱਤੇ ਆਈਏ ਕਿ ਸਾਂਝੀਆਂ ਲੜਾਈਆਂ ਲੜੇ ਬਿਨਾਂ ਅਸੀਂ ਆਪਣੇ ਰੋਸ ਦੇ ਵਿੱਚੋਂ ਵੀ ਕੋਈ ਅਗਾਂਹ ਦੀ ਕੋਈ ਇਹਦੇ ਵਿੱਚੋਂ ਵੀ ਕੋਈ ਦਰਦ ਦੇ ਵਿੱਚੋਂ ਕੋਈ ਵੱਡਾ ਫੁੱਲ ਖਿੜੇ, ਕੋਈ ਜ਼ਮੀਨ ਇਹ ਵੀ ਸਿੰਜੀ ਜਾਵੇ, ਇਹਦੇ ਵਿੱਚੋਂ ਵੀ ਕੋਈ ਫਸਲ ਅਸੀਂ ਵੀ ਕੱਢ ਸਕੀਏ। ਔਰ ਇੱਕ ਗੱਲ ਸਾਨੂੰ ਇਸ ਦੇ ਵਿੱਚ ਗੁਰੂਆਂ ਤੋਂ ਸਿੱਖਣੀ ਚਾਹੀਦੀ ਹੈ, ਸ਼ਾਇਦ ਮਹਾਤਮਾ ਗਾਂਧੀ ਤੋਂ ਸਿੱਖੀ ਜਾਣੀ ਚਾਹੀਦੀ ਹੈ ਉਹ, ਕਿ ਆਪਣੇ ਦੁਸ਼ਮਣ ਦਾ, ਜਿਹਨੂੰ ਅਸੀਂ ਦੁਸ਼ਮਣ ਸਮਝਦੇ ਹਾਂ, ਉਹਦੇ ਵਿੱਚ ਫਰਕ ਕਰਨਾ ਸਿੱਖੀਦਾ ਹੁੰਦਾ ਹੈ ਕਿ ਕਿਹੜੇ ਸਿਰਫ ਵਰਗਲਾਏ ਗਏ ਨੇ ਤੇ ਕਿਹਨਾਂ ਦਾ ਇਹ ਪ੍ਰੋਗਰਾਮ ਹੋ ਸਕਦਾ, ਨੀਤੀ ਹੈ ਤੁਹਾਡੇ ਉੱਤੇ ਦਮਨ ਕਰਨਾ, ਕਿਹੜੇ ਸਿਰਫ ਉਹਦਾ ਕਿਸੇ ਵਕਤੀ ਤੌਰ ਦੇ ਉੱਤੇ ਹਿੱਸਾ ਬਣ ਗਏ ਨੇ ਤੇ ਕਿਹੜੇ ਉਹਨਾਂ ਦੇ ਵਿੱਚੋਂ ਚੁੱਪ ਨੇ, ਕਿਹੜੇ ਤੁਹਾਡੇ ਨਾਲ ਵੀ ਨੇ। ਹਰੇਕ ਪਾਸੇ ਨਿਖੇੜਾ ਕਰਨਾ ਆਉਣਾ ਚਾਹੀਦਾ ਹੈ। ਅਸੀਂ ਜਦੋਂ ਸਾਰਿਆਂ ਨੂੰ ਹਿੰਦੂ ਰਾਸ਼ਟਰਵਾਦ ਕਹਿ ਕੇ ਇੱਕ ਐਸੀ ਗੱਲ ਦੇ ਵਿੱਚ ਉਹਨਾਂ ਨੂੰ ਧੱਕ ਦਿੰਦੇ ਆ ਕਿ ਜੀ ਮਤਲਬ ਹਿੰਦੁਸਤਾਨ ਦੀ ਗੱਲ ਕਰਨੀ ਰਾਸ਼ਟਰਵਾਦ ਹੋ ਗਿਆ। ਕਿਵੇਂ ਹੋ ਗਿਆ? ਰਾਸ਼ਟਰਵਾਦ ਤੇ ਰਾਸ਼ਟਰ ਦੋ ਬਿਲਕੁਲ ਵੱਖਰੀਆਂ ਗੱਲਾਂ ਨੇ। ਹਿੰਦੂ ਰਾਸ਼ਟਰਵਾਦ ਇੱਕ ਤੀਸਰੀ ਵੱਖਰੀ ਗੱਲ ਹੈ। ਇਹ ਜਿਹੜੀਆਂ ਸਲਿਪੇजेस ਸਾਡੇ ਇੱਥੇ ਕਰਦੇ ਨੇ ਉਹ ਬੰਦੇ ਕਰਦੇ ਨੇ ਜਿਹੜੇ ਲਗਾਤਾਰ ਇਸ ਗੱਲ ਦੇ ਉੱਤੇ ਪਹਿਰਾ ਦੇ ਰਹੇ ਨੇ ਕਿ ਕਿਤੇ ਦੂਜਿਆਂ ਸੱਭਿਆਚਾਰਾਂ ਦੇ ਨਾਲ ਕੋਈ ਸਾਂਝ ਪਾਉਣ ਵਾਲੀ ਗੱਲ ਅੱਗੇ ਤੁਰ ਨਾ ਪਏ, ਕਿਉਂਕਿ ਇਹਦੇ ਨਾਲ ਉਹਨਾਂ ਦੇ ਰੁਜ਼ਗਾਰ ਨੂੰ ਵੱਡਾ ਖਤਰਾ ਖੜਾ ਹੁੰਦਾ ਹੈ। ਕਿਸਾਨ ਮੋਰਚੇ ਨੇ ਸਾਨੂੰ ਇਸ ਗੱਲ ਦੀ ਉਹ ਆਰਗੂਮੈਂਟ ਦਿੰਦੇ ਨੇ ਕਿ ਇਹਦੀ ਜ਼ਮੀਨ ਕੌਣ ਤਿਆਰ ਕਰਦਾ, ਅਸੀਂ ਕੀਤੀ ਹੈ ਜਾਂ ਕਿਸੇ ਨੇ ਹੋਰ ਕੀਤੀ ਹੈਗੀ। ਇਤਿਹਾਸ ਜੇ ਅਸੀਂ ਇਹ ਰਿਐਕਟ ਕਰ ਰਹੇ ਹਾਂ, ਅਸੀਂ ਤਾਂ ਰਿਐਕਟ ਹੀ ਕਰ ਰਹੇ ਹਾਂ ਕਿਉਂਕਿ ਸਾਡੇ ਲਈ ਤਾਂ ਹਾਲਾਤ ਪੈਦਾ ਕਰ ਦਿੱਤੇ। ਰਿਐਕਟ ਕਰਨ ਦੇ ਕਈ ਤਰੀਕੇ ਹੁੰਦੇ ਨੇ, ਰਿਐਕਟ ਕਰਨ ਦੇ ਬੜੇ ਸਿਰਜਣਾਤਮਕ ਤਰੀਕੇ ਹੁੰਦੇ ਨੇ। ਕੀ ਪਾਸ਼ ਰਿਐਕਟ ਨਹੀਂ ਸੀ ਕਰ ਰਿਹਾ? ਕੀ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਆਉਣ ਦੇ ਉੱਤੇ ਰਿਐਕਟ ਨਹੀਂ ਕੀਤਾ? ਕੀ ਆਖਿਆ ਉਹਨਾਂ ਨੇ ਉਹਦੇ ਵਿੱਚ? ਉਹ ਇਹ ਵੀ ਕਹਿ ਰਹੇ ਨੇ ਕਿ ਲੋਧੀਆਂ ਤੋਂ ਚੰਗਾ ਹੈ ਬਾਬਰ। ਇਹ ਵੀ ਕਹਿ ਰਹੇ ਨੇ ਕਿ ਪਰ ਬਾਬਰ ਨੇ ਜਿਸ ਕਿਸਮ ਦਾ ਕਤਲਾਮ ਕੀਤਾ ਹੈ ਇਹਦੀ ਲੈਜੀਟੀਮੇਸੀ ਵੀ ਜ਼ਰਾ ਖਤਰੇ ਦੇ ਵਿੱਚ ਹੈ। ਇਹ ਵੀ ਕਹਿ ਰਹੇ ਨੇ ਕਿ ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਕਿੰਨੀਆਂ ਲੇਅਰਸ ਦੇ ਵਿੱਚ ਦੀ ਉਹ ਗੱਲ ਕਰ ਰਹੇ ਨੇ। ਉਹ ਸਿੱਧਾ ਇਹ ਤੇ ਕਹਿ ਹੀ ਨਹੀਂ ਰਹੇ ਕਿ ਮੁਸਲਮਾਨ ਸਾਰੇ ਦੰਗਾਈ ਨੇ ਤੇ ਸਾਡੇ ਉੱਤੇ ਇਹ ਆਏ ਨੇ ਤੇ ਇਹਨਾਂ ਦੇ ਖਿਲਾਫ ਮੋਰਚਾ ਲਾਉਣਾ। ਉਹ ਤੇ ਲਗਾਤਾਰ ਇਸ ਕਿਸਮ ਦੀਆਂ ਡਿਸਟਿੰਕਸ਼ਨਸ ਕਰ ਰਹੇ ਨੇ ਕਿ ਰਾਜ ਸੱਤਾ ਵਾਲੇ ਮੁਗਲ ਅਲੱਗ ਨੇ, ਆਮ ਮੁਸਲਮਾਨ ਦੇ ਨਾਲ ਸਾਡੀ ਕੋਈ ਗੱਲ ਹੀ ਨਹੀਂ ਹੈ, ਉਹ ਤੇ ਸਗੋਂ ਸਾਡੇ ਸਾਂਝੀਵਾਲ ਨੇ।
ਜਿੰਨਾ ਔਰ ਇਹੀ ਗੱਲ ਉਹਨਾਂ ਨੇ ਦੂਜਿਆਂ ਦੇ ਨਾਲ ਕੀਤੀ। ਤਾਂ ਲਗਾਤਾਰ ਇਹ ਡਿਸਟਿੰਕਸ਼ਨਸ ਕਰਨ ਦਾ ਤੇ ਸਿੱਖੀ ਦਾ ਇੱਕ ਆਪਣਾ ਅਭਿਆਸ ਹੈ। ਕਿਸੇ ਨੇ ਵੀ ਤੁਹਾਡੇ ਉੱਤੇ ਹਮਲਾ ਕੀਤਾ ਹੋਵੇ, ਇਹ ਡਿਸਟਿੰਕਸ਼ਨ ਪੰਜਾਬ 'ਚ ਨਹੀਂ ਹੈਗੀ, ਨਹੀਂ ਕਰ ਰਿਹਾ ਕੋਈ। ਤੁਸੀਂ ਇਸ ਤਰ੍ਹਾਂ ਦੇਖ ਰਹੇ ਹੋ ਇਹਨੂੰ ਕਿ ਨਹੀਂ ਹੈ ਇਹ? ਜਿਹੜੇ ਬੰਦੇ ਰੋਸ ਦੀ ਰਾਜਨੀਤੀ ਦੇ ਉੱਪਰ ਆਪਣਾ ਰੋਜ਼ਗਾਰ ਚਲਾ ਰਹੇ ਨੇ, ਉਹਨਾਂ ਨੂੰ ਇਹ ਗੱਲ ਵਾਰਾ ਨਹੀਂ ਖਾਂਦੀ ਤੇ ਉਹ ਜਿਸ ਕਿਸਮ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ, ਉਹ ਸੰਵਾਦ ਦੀ ਗੱਲਬਾਤ ਦੀ ਭਾਸ਼ਾ ਨਹੀਂ ਹੈ। ਉਹ ਹਿੰਸਾ ਨੂੰ ਸ਼ਬਦਾਂ ਦੇ ਰਾਹੀਂ ਗੋਲੀ ਵਾਂਗ ਦਾਗਣ ਦਾ ਅਮਲ ਹੈ। ਹਿੰਸਾ ਦੇ ਸੱਭਿਆਚਾਰ ਨੇ ਸਾਨੂੰ ਜਿੰਨਾ ਪਲੀਤ ਕੀਤਾ ਹੋਇਆ ਹੈ, ਅਸੀਂ ਜਿਹੜਾ ਗੱਲ ਨਹੀਂ ਸੁਣ ਸਕਦੇ, ਸਾਨੂੰ ਫਟਾਫਟ ਕਿਸੇ ਦੇ ਉੱਤੇ ਲੇਬਲ ਲਾਉਣ ਦਾ ਜਿਹੜਾ ਇੱਕ ਬਾਣ ਪੈ ਚੁੱਕੀ ਹੈ। ਅਸੀਂ ਇਹ ਭੁੱਲ ਹੀ ਗਏ ਹਾਂ ਕਿ ਗੁਰੂ ਅਰਜਨ ਸਾਹਿਬ ਨੇ ਸਾਨੂੰ ਇਸ ਗੱਲ ਦੀ ਤਾਕੀਦ ਕੀਤੀ ਹੋਈ ਹੈ। ਮੈਂ ਸਿੱਖਾਂ ਦੇ ਲਈ ਵੀ ਇਹ ਗੱਲ ਕਹਿ ਰਿਹਾ ਹਾਂ। ਪਤਾ ਨਹੀਂ ਅਸੀਂ ਇਹਨਾਂ ਗੱਲਾਂ ਨੂੰ ਬਾਣੀ ਦੇ ਵਿੱਚੋਂ ਵੀ ਅਸੀਂ ਆਪਣੀ ਮਰਜ਼ੀ ਦੀਆਂ ਤੁਕਾਂ ਚੁਗਣ ਦੇ ਜਿਵੇਂ ਆਦੀ ਹੋ ਗਏ ਹਾਂ। ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਉਹਨਾਂ ਨੇ ਸਿੱਖ ਹੋਣ ਦੀ ਇੱਕ ਬੁਨਿਆਦੀ ਸ਼ਰਤ ਇਹ ਦੱਸੀ ਹੈ ਕਿ ਨਾ ਕਹੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕਹੋ ਬਨ ਆਈ। ਇਹ ਬਣ ਆਈ ਹੈ ਤੁਹਾਡੇ ਉੱਤੇ ਕਿ ਤੁਸੀਂ ਸਾਰਿਆਂ ਦੇ ਸੰਗੀ ਹੋ ਕੇ ਰਹਿਣਾ ਹੈ। ਸਾਡਾ ਕੋਈ ਵੈਰੀ ਨਹੀਂ ਹੈ, ਸਾਡੇ ਲਈ ਕੋਈ ਬੇਗਾਨਾ ਨਹੀਂ ਹੈ। ਤੁਹਾਨੂੰ ਦੁਨੀਆ ਦੇ ਵਿੱਚ ਹੋਰ ਕੋਈ ਧਰਮ ਐਸਾ ਨਹੀਂ ਮਿਲੇਗਾ ਜਿਹੜਾ ਕਿ ਦੀਵਾਰਾਂ ਨਹੀਂ ਖੜੀਆਂ ਕਰਦਾ। ਇਹ ਫਿਰ ਵਿਆਖਿਆ ਦਾ ਮਸਲਾ ਹੀ ਹੈ ਨਾ, ਹਰ ਨਹੀਂ, ਕਿਸੇ ਦੀ ਵਿਆਖਿਆ ਹੀ ਨਹੀਂ। ਇਸ ਲਾਈਨ ਦੀ ਵਿਆਖਿਆ ਦਾ ਤੇ ਕੋਈ ਸਵਾਲ ਹੀ ਨਹੀਂ ਹੈ। ਇਹਦੀ ਤੇ ਕੋਈ ਇਸ ਤੋਂ ਬਿਨਾਂ ਕੋਈ ਵਿਆਖਿਆ ਕਰਦੇ। ਮੈਂ ਟੋਟਲ ਵਿਆਖਿਆ ਦੀ ਗੱਲ ਕਰ ਰਿਹਾ। ਟੋਟਲ ਵਿਆਖਿਆ ਦੇ ਵਿੱਚ ਇਸ ਸਤਰ ਦਾ ਦਖਲ ਹੈ ਕਿ ਨਹੀਂ ਹੈ? ਜਿੰਨੇ ਜ਼ੋਰ ਦੇ ਨਾਲ, ਜਿਸ ਕਿਸਮ ਦੀ ਸਮਰੱਥਾ ਦੇ ਨਾਲ ਗੁਰੂ ਅਰਜਨ ਸਾਹਿਬ ਨੇ ਇਸ ਗੱਲ ਨੂੰ ਦ੍ਰਿੜ ਕਰਵਾਇਆ ਹੈ, ਇਸ ਗੱਲ ਨੂੰ ਉਹਨਾਂ ਨੇ ਇੱਕ ਕਿਸਮ ਦਾ ਇੱਕ ਸੂਤਰ ਮੁਹੱਈਆ ਕਰਵਾਇਆ ਹੈ ਕਿ ਸਗਲ ਸੰਗ ਹਮ ਕੋ ਬਨ ਆਈ। ਸ਼ਬਦ ਦੇ ਉੱਪਰ ਵੀ ਸਾਨੂੰ ਫੜਨ ਦੀ ਆਉਣਾ ਚਾਹੀਦਾ ਹੈ। ਜਿੱਥੇ ਉਹ ਕਹਿੰਦੇ ਆ ਕਿ ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿਖੈ ਬਾਹਰਾ ਜੀਓ। ਮੈਂ ਨਹੀਂ ਸਮਝਦਾ ਕਿ ਸਾਂਝੀਵਾਲ ਵਰਗਾ ਸ਼ਬਦ ਦੁਨੀਆ ਦੇ ਹੋਰ ਕਿਸੇ ਸੱਭਿਆਚਾਰ ਦੇ ਕੋਲ ਹੈ। ਮੈਂ ਕਹਿੰਦਾ ਜਿਹੜੀ ਲੇਬਲਿੰਗ ਵਾਲੀ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ ਵਾਕਈ ਪੰਜਾਬ ਦੇ ਅੰਦਰ ਲੈਫਟ ਵੀ ਹੈ, ਪੰਜਾਬ ਦੇ ਅੰਦਰ ਰਾਈਟ ਵੀ ਹੈਗਾ, ਸੈਂਟਰ ਵੀ ਹੈ, ਸਭ ਕੁਝ ਤੁਸੀਂ ਦੇਖਦੇ ਹੋ। ਇਹ ਕਲਚਰ ਸਾਰੇ ਕਿਤੇ ਇੱਕੋ ਜਾਂ ਇੱਕੋ ਥਾਂ ਦੇ ਹੈ? ਇਹ ਬੁਨਿਆਦੀ ਤੌਰ ਦੇ ਉੱਤੇ ਕੁਝ ਬਹੁਤ ਹੀ ਜਿਹੜੇ ਕਮਜ਼ੋਰ ਵਿਚਾਰਵਾਨ ਹੁੰਦੇ ਨੇ, ਜਿਨ੍ਹਾਂ ਦੇ ਸੰਗਠਨ ਸ਼ਾਇਦ ਵੱਡੇ ਹੋਣ ਪਰ ਜਿਨ੍ਹਾਂ ਦੇ ਕੋਲ ਸਿਧਾਂਤਕ ਕਮਜ਼ੋਰੀ ਹੋਵੇ ਔਰ ਜਿਨ੍ਹਾਂ ਦੇ ਕੋਲ ਉੱਠ ਰਹੇ ਜਵਾਬਾਂ ਦੇ ਤੱਥਾਂ ਸਹਿਤ ਜਵਾਬ ਨਾ ਹੋਣ, ਉਹਨਾਂ ਦੀ ਸਭ ਤੋਂ ਅਜ਼ਮਾਈ ਹੋਈ ਜਿਹੜੀ ਇੱਕ ਸਬੀਲ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਦਲੀਲ ਨਹੀਂ, ਦਲੀਲ ਦੇ ਰਹੇ ਬੰਦੇ ਦੀ ਫੈਂਟੀ ਲਾਓ। ਬੰਦਾ ਨਾ ਬਚ ਜਾਏ, ਬਸ ਬੰਦਾ ਖਤਮ ਕਰ ਦਿਓ, ਦਲੀਲ ਤੇ ਉਹਦੀ ਆਪ ਹੀ ਰੁੜ ਜਾਂਦੀ ਹੈ। ਤੇ ਅੱਜ ਕੱਲ੍ਹ ਤੇ ਜਿਹੋ ਜਿਹਾ ਕੰਮ ਹੈ, ਜਿਸ ਕਿਸਮ ਦੀ ਸਾਰੇ ਪੰਜਾਬ ਦੀ ਜਿਹੜੀ ਬੌਧਿਕ ਜਿਹੜੀ ਕੰਗਾਲੀ ਹੈ ਕਿ ਇਹ ਫੇਸਬੁੱਕ ਦੇ ਉੱਪਰ 10 ਲਾਈਨਾਂ ਦੇ ਵਿੱਚ ਜਿਹੜਾ ਸਾਰਾ ਮਸਲਾ ਹੱਲ ਕਰਕੇ ਬਹਿ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਉਂ ਲਾਈਕ ਤੇ ਉਹਦੇ ਸ਼ੇਅਰ ਹੋਣ ਲੱਗਦੇ ਨੇ ਤੇ ਉਸ ਦੇ ਵਿੱਚ ਸਾਨੂੰ ਮਤਲਬ ਮੈਨੂੰ ਤਾਂ ਇਉਂ ਲੱਗਦਾ ਵੀ ਪੰਜਾਬੀਆਂ ਦੇ ਪੱਧਰ ਦੇ ਹਾਣ ਦਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਫੇਸਬੁੱਕ, ਕਿ ਸਾਨੂੰ ਇੰਨੀ ਕੀ ਗੱਲ ਕਰਨੀ ਆਉਂਦੀ ਹੈ। 10 ਲਾਈਨਾਂ 'ਚ ਤੁਸੀਂ ਕਿਸੇ ਦੇ ਲੀੜੇ ਕੱਪੜੇ ਪਾੜ ਸਕਦੇ ਹੋ, ਕੋਈ ਦਲੀਲ ਤੇ ਕੋਈ ਵੱਡੀ ਗੱਲ ਨਹੀਂ ਕਰ ਸਕਦੇ। ਕੋਈ ਲਿਖਣ ਦਾ ਅਭਿਆਸ ਨਹੀਂ, ਕੋਈ ਖੋਜ ਦੀ ਬਿਰਤੀ ਨਹੀਂ। ਮੈਂ ਕਹਿ ਰਿਹਾ ਕਿਉਂਕਿ ਮੈਂ ਸਪੈਸੀਫਿਕਲੀ ਤੁਹਾਡੀ ਇੱਕ ਵਿਆਖਿਆ ਰਹੀ ਪੰਜਾਬ ਨੂੰ ਲੈ ਕੇ ਕਿ ਪੰਜਾਬ ਕਿਵੇਂ ਬੁਣਿਆ ਜਾਂਦਾ। ਮੈਂ ਕਿਹਾ ਜਿਵੇਂ ਸੱਭਿਆਚਾਰ ਦੇ ਹਵਾਲੇ ਨਾਲ ਕਹਿੰਦੇ ਜਾਂ ਕਲਾ ਦੇ ਹਵਾਲੇ ਨਾਲ ਜਾਂ ਸਾਹਿਤ ਦੇ ਹਵਾਲੇ ਨਾਲ, ਜਿਵੇਂ ਹੀਰ ਵੰਨੇ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ, ਤੁਹਾਨੂੰ ਦੋਵੇਂ ਧਿਰਾਂ ਨੇ ਟਾਰਗੇਟ ਕੀਤਾ। ਮੈਂ ਦੇਖਦਾ ਰਿਹਾਗਾ, ਤੁਹਾਨੂੰ ਲੈਫਟ ਨੇ ਵੀ ਟਾਰਗੇਟ ਕੀਤਾ, ਵੱਡੇ ਵੱਡੇ ਆਰਟੀਕਲ ਛਾਪੇ ਕਾਮਰੇਡਾਂ ਨੇ ਵੀ, ਤੇ ਤੁਹਾਨੂੰ ਖਾਲਿਸਤਾਨ ਧਿਰਾਂ ਨੇ ਵੀ ਟਾਰਗੇਟ ਕੀਤਾ। ਕਿਉਂਕਿ ਮੈਂ ਲੱਗਦਾ ਤੁਹਾਨੂੰ ਉਹਨਾਂ ਮੈਂ ਤੁਹਾਡੇ ਤੋਂ ਤਾਂ ਪੁੱਛ ਰਿਹਾ ਕਾਮਰੇਡਾਂ ਨੂੰ ਕਿਵੇਂ ਦੇਖਦੇ ਹੋ? ਮੈਂ ਦੋ ਤਰ੍ਹਾਂ ਦੇ ਨਾਲ ਇੱਕ ਤੇ ਇਸ ਗੱਲ ਨੂੰ ਕਹਿਣਾ ਚਾਹੁੰਦਾ ਕਿ ਦੋਵਾਂ ਨੇ ਕੋਈ ਸਬਸਟੈਂਟਿਵ ਸਵਾਲ ਨਹੀਂ ਉਠਾਇਆ, ਕੋਈ ਭਾਰਾ ਗੌਰਾ ਸਵਾਲ ਜਾਂ ਐਨਾਲਿਸਿਸ ਵਿਸ਼ਲੇਸ਼ਣ ਸਾਹਮਣੇ ਨਹੀਂ ਆਇਆ। ਉਹਨਾਂ ਨੇ ਇਹ ਲੱਗਿਆ ਕਿ ਜਿਹੜੀਆਂ ਸਾਡੀਆਂ ਧਾਰਨਾਵਾਂ ਨੇ ਇਹਦੇ ਤੋਂ ਉਲਟ ਧਾਰਨਾਵਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਇਹ ਸਿਰਫ ਇਸੇ ਕਰਕੇ ਹੀ ਗਲਤ ਨੇ ਕਿ ਇਹ ਸਾਡੀਆਂ ਧਾਰਨਾਵਾਂ ਕਿਉਂਕਿ ਇਹ ਨਹੀਂ ਹੈਗੀਆਂ। ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਉਹ ਦੋਵੇਂ ਇੱਕ ਦੂਜੇ ਦੇ ਉਲਟ ਨੇ ਪਰ ਦੋਵੇਂ ਤੁਹਾਡੇ ਉਲਟ ਨੇ। ਕਿਉਂਕਿ ਮੇਰਾ ਇਹ ਉਹਦੇ ਵਿੱਚ ਹੀਰ ਵੰਨੇ ਪੰਜਾਬ ਦੀ ਸਿਰਜਣਾ ਦੇ ਵਿੱਚ ਮੇਰੀ ਇਹ ਸਥਾਪਨਾ ਹੈ ਕਿ ਦਰਅਸਲ ਇਹ ਦੋਵੇਂ ਧਿਰਾਂ ਨੇ ਪੰਜਾਬ ਦੇ ਅੰਦਰ ਹੋ ਰਹੀ ਗੱਲਬਾਤ ਨੂੰ ਆਪੋ ਆਪਣੇ ਖਾਨਿਆਂ ਦੇ ਵਿੱਚ ਖੇਡਣ ਦਾ ਹੀ ਇੱਕ ਅਮਲ ਚਲਾਇਆ ਹੋਇਆ ਹੈ। ਦੋਵੇਂ ਧਿਰਾਂ ਨੂੰ ਜ਼ਰੂਰਤ ਹੈ ਇੱਕ ਦੂਸਰੇ ਦੀ ਕਿ ਉਹ ਆਖਣ ਜੀ ਕਿ ਪੰਜਾਬ ਤੇ ਇੰਝ ਹੈ ਤੇ ਇਹ ਆਖਣ ਜੀ ਨਹੀਂ ਪੰਜਾਬ ਤੇ ਹੈ ਨਹੀਂ, ਇਕੱਲੀ ਗੱਲ ਸਿੱਖੀ ਦੀ ਹੋਈ ਹੈ।
ਉਹਨਾਂ ਦੇ ਵਿੱਚ ਪੰਜਾਬ ਨੂੰ ਲੈ ਕੇ ਉਹਨਾਂ ਦੋਵਾਂ ਦੀ ਇਹ ਸਹਿਮਤੀ ਹੈ ਕਿ ਪੰਜਾਬ ਦੇ ਬਾਰੇ ਨਹੀਂ ਗੱਲ ਹੋਣ ਦੇਣੀ। ਇਹ ਕਹਿੰਦੇ ਜੀ ਸਿਰਫ ਸਿੱਖਾਂ ਦੇ ਬਾਰੇ ਗੱਲ ਕਰੋ, ਪੰਜਾਬ 'ਚ ਤੇ ਹੈ ਹੀ ਸਿੱਖ, ਅਗਵਾਈ ਵੀ ਸਾਡੀ ਹੈ, ਸਿਧਾਂਤ ਵੀ ਸਾਡਾ ਹੈ, ਹੁਣ ਵੀ ਅਸੀਂ ਹੋਈ ਹੈ, ਤੁਸੀਂ ਸਾਡੀ ਗੱਲ ਨਹੀਂ ਕਰਦੇ, ਇਸ ਕਰਕੇ ਤੁਸੀਂ ਸਟੇਟ ਦੇ ਬੰਦੇ ਹੋ। ਸਿੱਧੀ ਜੀ ਆਹ 4 ਲਾਈਨਾਂ ਦੇ ਵਿੱਚ ਉਹਨਾਂ ਦੀ ਸਾਰੀ ਆਰਗੂਮੈਂਟ ਆ ਜਾਂਦੀ ਹੈ। ਇਹ ਕਹਿੰਦੇ ਆ ਜੀ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਹੈ, ਸੈਮੀ ਫਿਊਡਲ ਸੈਮੀ ਕਲੋਨੀਅਲ ਹੈ, ਪਿੰਡਾਂ ਦੇ ਅੰਦਰ ਇੱਕ ਡਾਰਕ ਜ਼ੋਨ ਹੈ, ਉੱਥੋਂ ਲੜਾਈਆਂ ਅੱਗੇ ਵਧਣਗੀਆਂ, ਜਿਹੜਾ ਸਾਡਾ ਸੱਭਿਆਚਾਰ ਆ ਉਹ ਫਿਊਡਲ ਹੈ, ਜਿਹੜਾ ਜੇ ਸਿੱਖੀ ਦੀ ਗੱਲ ਕਰਦੇ ਹੋ ਤਾਂ ਤੁਸੀਂ ਕਮਿਊਨਲ ਹੋ। ਸਾਰੇ ਇੰਜ ਨਹੀਂ ਕਹਿੰਦੇ, ਪਰ ਭਾਰੂ ਧਿਰਾਂ ਦੀ ਇਹ ਸਮਝਦਾਰੀ ਹੈ। ਪੰਜਾਬ ਦੀ ਗੱਲ ਕੀ ਕਰਨੀ ਹੈ ਜੀ? ਪੰਜਾਬ ਦੀ ਗੱਲ ਕਰਨ ਦਾ ਮਤਲਬ ਹੈ ਕਿ ਤੁਸੀਂ ਸ਼ਾਵਨਵਾਦੀ ਹੋ। ਮਤਲਬ ਪੰਜਾਬ ਦੇ ਬਾਬਤ ਜੇ ਤੁਸੀਂ ਕੋਈ ਗੁਰੂਆਂ ਦੀ ਗੱਲ ਕਰ ਲਓ ਜਾਂ ਕਿੱਸਿਆਂ ਦੀ ਗੱਲ ਕਰ ਲਓ ਜਾਂ ਸੂਫੀਆਂ ਦੀ ਗੱਲ ਕਰ ਲਓ, ਠੀਕ ਆ, ਮੱਧਕਾਲ ਹੈ, ਰੱਬ ਦਾ ਦਖਲ ਹੈ, ਨਾਸ਼ਮਾਨਤਾ ਦੀ ਗੱਲ ਹੈ, ਉਹ ਠੀਕ ਆ, ਉਦੋਂ ਅੱਛੀਆਂ ਸੀ। ਹੁਣ ਆਧੁਨਿਕ ਕਾਲ ਦੀ ਗੱਲ ਕਰੋ, ਆਧੁਨਿਕ ਕਾਲ ਦੇ ਵਿੱਚ ਕਰੋ, ਪਰ ਉਹ ਗੱਲ ਹੋ ਕਿਉਂ ਨਹੀਂ ਰਹੀ? ਹੁਣ ਸਾਰੀਆਂ ਧਿਰਾਂ ਦੇ ਵਿੱਚ ਮੈਂ ਤੁਹਾਨੂੰ ਲੈਫਟ ਮੂਵਮੈਂਟ ਨੂੰ ਵੀ 100 ਸਾਲ ਹੋ ਗਿਆ ਵੀਰੇ। ਬਿਲਕੁਲ ਹੋ ਗਿਆ, ਔਰ ਲੈਫਟ ਮੂਵਮੈਂਟ ਦੀਆਂ ਬੜੀਆਂ ਭਾਰੀ ਪ੍ਰਾਪਤੀਆਂ ਨੇ ਪੰਜਾਬ ਦੇ ਵਿੱਚ, ਮੈਂ ਉਹਦੇ ਤੋਂ ਵੀ ਨਾ ਨਹੀਂ ਕਰਦਾ, ਪਰ ਉਹ ਪ੍ਰਾਪਤੀਆਂ ਕਿਹਨਾਂ ਦੀ ਅਗਵਾਈ ਦੇ ਵਿੱਚ ਸਨ? ਗਦਰੀ ਬਾਬੇ ਜਦੋਂ ਤੱਕ ਜਿਉਂਦੇ ਸਨ, ਜਿਨ੍ਹਾਂ ਦੇ ਲਈ ਇਹ ਦੋਵੇਂ ਪੋਲੈਰਿਟੀਜ਼ ਨੂੰ ਉਹਨਾਂ ਨੇ ਸਿੰਥੇਸਾਈਜ਼ ਕੀਤਾ ਹੋਇਆ ਸੀ। ਉਹਨਾਂ ਦੇ ਅੰਦਰ, ਇਹਨਾਂ ਦੋਵਾਂ ਦੇ ਅੰਦਰ ਕੋਈ ਤਫਰਕਾ ਨਹੀਂ ਹੈ। ਇਹਦੇ ਵਿੱਚ ਸਭ ਤੋਂ ਵੱਡੀ ਅਚੀਵਮੈਂਟ ਪੰਜਾਬ ਦੇ ਅੰਦਰ ਜੇ ਕੋਈ ਇੱਕ ਲਹਿਰ ਜਿਹੜੀ ਹਥਿਆਰਬੰਦ ਵੀ ਸੀ ਤੇ ਜਿਸ ਨੂੰ ਲੋਕਾਂ ਦੀ ਵਿਸ਼ਾਲ ਹਮਾਇਤ ਹਾਸਲ ਸੀ, ਉਹ ਹੈ ਮੁਜ਼ਾਰਾ ਲਹਿਰ, ਪੈਪਸੂ ਦੀ ਲਹਿਰ, ਜਿਹੜਾ ਨੇਤਾ ਕਾਮਰੇਡ ਤੇਜਾ ਸਿੰਘ ਸੁਤੰਤਰ ਸਨ, ਜਿਹੜੇ ਕਿ ਆਪਣੇ ਸਿਆਸੀ ਪ੍ਰੋਗਰਾਮ ਦੇ ਵਿੱਚ ਜਾਂ ਆਪਣੀ ਸਿਆਸੀ ਸਮਝਦਾਰੀ ਦੇ ਵਿੱਚ ਸਿੱਖੀ ਦੀ ਇਨਕਲਾਬੀ ਵਿਰਾਸਤ ਦਾ ਬਰਾਬਰ ਨੂੰ ਉਹਨੂੰ ਨਾਲ ਲੈ ਕੇ ਚੱਲਦੇ ਸੀ। ਉਹ ਕੋਈ ਅਲੱਗ-ਅਲੱਗ ਉਹਨਾਂ ਦੇ ਲਈ ਵੀ ਉਹ ਦੋ ਗੱਲਾਂ ਨਹੀਂ ਸੀ। ਅਸੀਂ ਉਸ ਧਾਰਾ ਨੂੰ ਛੱਡਿਆ ਤੇ ਜਦੋਂ ਤੋਂ ਅਸੀਂ ਉਸ ਧਾਰਾ ਨੂੰ ਛੱਡ ਕੇ ਅਲੱਗ-ਅਲੱਗ ਹੋਏ ਹਾਂ ਤੇ ਉਦੋਂ ਤੋਂ ਹੀ ਇਹ ਤਫਰਕਾ ਬਣਾ ਕੇ ਬੈਠ ਜਾਇਆ ਗਿਆ। ਇਹਦੇ 'ਚ ਸਿੱਖੀ ਦਾ ਵੀ ਕੁਝ ਨਹੀਂ ਬਚਿਆ। ਸਿੱਖੀ ਨੂੰ ਸਿਰਫ ਇੱਕ ਗੁੱਸੇ ਹੋਣ ਦੀ, ਦੁਖੀ ਹੋਣ ਦੀ, ਨਫ਼ਰਤ ਦੇ ਸੱਭਿਆਚਾਰ ਦੇ ਵਿੱਚ ਮੜੇ ਜਾਣ ਦੀ ਇੱਕ ਕਵਾਇਦ ਤੱਕ ਘਟਾ ਦਿੱਤਾ ਗਿਆ। ਦੂਜੇ ਪਾਸੇ ਕਿ ਪੰਜਾਬ ਦੇ ਸੱਭਿਆਚਾਰ ਦੀਆਂ ਇਨਕਲਾਬੀ ਰਵਾਇਤਾਂ ਨੂੰ ਨਾ ਸਮਝਦਿਆਂ ਹੋਇਆਂ ਜਾਂ ਉਹਦੀ ਇੱਕ ਬੜੀ ਪ੍ਰੈਕਟੀਕਲ ਜਾਂ ਪ੍ਰੈਗਮੈਟਿਕ ਇੱਕ ਤੁਰਤ ਫੁਰਤ ਉਸ ਦੇ ਇਸਤੇਮਾਲ ਤੋਂ ਅੱਗੇ ਉਹਦੇ ਕੋਈ ਆਧਾਰਾਂ ਦੇ ਵੱਲ ਜਾਣ ਦੀ ਸਾਨੂੰ ਇੱਕ ਲਗਾਤਾਰ ਨਾ ਵਾਚੀ ਇੱਕ ਉੱਧਰਲੇ ਪਾਸਿਓਂ ਰਿਸਪੌਂਸ ਰਿਹਾ ਹੈ। ਸੋ ਜਦੋਂ ਅਸੀਂ ਇਹਨਾਂ ਨੂੰ ਦੁਬਾਰਾ ਤੋਂ ਜੋੜ ਕੇ ਗੱਲ ਵੇਖਣ ਦੀ ਗੱਲ ਕਰਦੇ ਹਾਂ, ਜੋ ਜਸਵੰਤ ਸਿੰਘ ਕਮਲ ਦਾ ਪੂਰੇ ਦਾ ਪੂਰਾ ਫੋਕਸ ਹੈ ਉਹਨਾਂ ਦੀ ਰਚਨਾਕਾਰੀ ਦਾ, ਜੋ ਪ੍ਰੋਫੈਸਰ ਕਿਸ਼ਨ ਸਿੰਘ ਨੇ ਸਿਧਾਂਤਕ ਤੌਰ ਦੇ ਉੱਤੇ ਜੋ ਉਹਨਾਂ ਨੇ ਸਥਾਪਿਤ ਕੀਤਾ, ਇਹਨਾਂ ਦਾ ਕੁਝ ਨੇ ਜਵਾਬ ਥੋੜ੍ਹਾ ਦਿੱਤਾ ਹੈ। ਕੋਈ ਪ੍ਰੋਫੈਸਰ ਕਿਸ਼ਨ ਸਿੰਘ ਦਾ ਜਵਾਬ ਦਿੱਤਾ ਹੋਵੇ ਕਿਸੇ ਨੇ, ਮੈਂ ਵੀ ਜਾਣਨਾ ਚਾਹੂੰਗਾ। ਰੱਦ ਕਰਨਾ ਇਹ ਜੋ ਮੇਰੇ ਨਾਲ ਹੋਇਆ ਹੈ, ਇਹ ਇਸ ਤੋਂ ਪਹਿਲਾਂ ਪ੍ਰੋਫੈਸਰ ਕਿਸ਼ਨ ਸਿੰਘ ਨਾਲ ਹੋਇਆ ਹੈ। ਪ੍ਰੋਫੈਸਰ ਕਿਸ਼ਨ ਸਿੰਘ ਦਾ ਨਾਮ ਨਾ ਖਾਲਿਸਤਾਨੀ ਲੈਣ ਨੂੰ ਤਿਆਰ ਨੇ, ਨਾ ਪੰਜਾਬ ਦਾ ਖੱਬੇ ਪੱਖ ਲੈਣ ਨੂੰ ਤਿਆਰ ਹੈ। ਜਸਵੰਤ ਸਿੰਘ ਕਮਲ ਦਾ ਨਾਮ ਨਾ ਖਾਲਿਸਤਾਨੀਆਂ ਦੇ ਪੂਰਾ ਪੈਂਦਾ, ਉਹ ਉਹਨਾਂ ਕੁ ਮਰਜ਼ੀ ਜਿੱਦਾਂ ਉਹਨਾਂ ਨੂੰ ਲੱਗਦਾ ਕਿ ਆਹ 2 ਲਾਈਨਾਂ ਜੀਆਂ ਲੈ ਲਓ, ਪਰ ਉਹਨਾਂ ਨੂੰ ਉਹਦੇ ਸਿਧਾਂਤ ਵਾਰਾ ਨਹੀਂ ਖਾਂਦਾ। ਮੈਂ ਇਹ ਗੱਲ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਕਹਿ ਰਿਹਾ ਕਿ ਕਮਲ ਸਾਹਿਬ, ਔਰ ਨਾ ਹੀ ਕਮਲ ਸਾਹਿਬ ਨੂੰ ਪੰਜਾਬ ਦਾ ਲੈਫਟ ਹੱਥ ਪਾ ਕੇ ਰਾਜ਼ੀ ਹੈ, ਨਾ ਹੀ ਤੁਸੀਂ ਸੰਤ ਰਾਮ ਉਦਾਸੀ ਦੇ ਬਾਬਤ ਵੀ ਇਹੋ ਹੀ ਵੇਖ ਲਓ, ਤੁਕਾਂ ਟੂਕਾਂ ਆਪਣੀ ਮਰਜ਼ੀ ਦੀਆਂ ਲੈ ਲੈਣਗੇ। ਪਰ ਜਿਹੜੇ ਸਾਡੀਆਂ ਭਾਰੂ ਇਹ ਚੀਜ਼ਾਂ ਨੇ, ਇਹਨਾਂ ਦੇ ਬਾਬਤ ਕਿਸੇ ਸਾਰਥਕ ਸੰਵਾਦ ਦੀ ਲਗਾਤਾਰ ਗੈਰ ਹਾਜ਼ਰੀ ਹੈ। ਮੇਰਾ ਆਪਣਾ ਕੰਮ ਜੇ ਮੈਂ ਉਹਦੇ ਵੱਲ ਵੇਖਾਂ, ਉਹ ਇਸ ਲੀਹ ਦਾ ਕੰਮ ਹੈ ਜਿਹੜਾ ਹੋਇਆ ਪਹਿਲਾਂ। ਮੈਂ ਉਸ ਦੇ ਪਸਾਰਾਂ ਨੂੰ ਇੱਕ ਵੱਖਰੇ ਮੁਹਾਵਰੇ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਕਹਿ ਰਿਹਾ ਵੱਡੇ ਨੈਰੇਟਿਵ ਤਾਂ 2 ਹੀ ਨੇ ਨਾ ਪੰਜਾਬ ਦੇ, ਇਹਨਾਂ ਦੋਨਾਂ ਮਤਲਬ ਸੋ ਕਾਲਡ ਕਹਿ ਲਓ, ਸੋ ਕਾਲਡ ਵੱਡੇ ਨੈਰੇਟਿਵ 2 ਹੀ ਨੇ ਪੰਜਾਬ ਦੇ, ਨਾ 2 ਧਿਰਾਂ ਹੀ ਨੇ ਨਾ ਪੰਜਾਬ 'ਚ। ਇਹਨਾਂ ਦੇ ਨਾਲ ਤੁਸੀਂ ਗੱਲ ਕਰ ਰਹੇ ਹੋਗੇ ਉਹ ਕਿੱਥੇ ਖੜੀ ਹੈ, ਕਿਤੇ ਜਾ ਸਕਦੀ, ਇਹਨਾਂ ਨਾਲ ਬਿਨਾਂ ਅੰਗੇਜ ਕਰਨ ਦੀ ਤੁਸੀਂ ਕੋਸ਼ਿਸ਼ ਕੀਤਾ, ਤੁਹਾਨੂੰ ਰੱਦ ਕਰਨਾ ਸਭ ਤੋਂ ਸੌਖਾ ਹੁੰਦਾ, ਤੁਹਾਨੂੰ ਰੱਦ ਕੀਤਾ ਗਿਆ। ਮੈਨੂੰ ਖੁਸ਼ੀ ਹੁੰਦੀ ਕਿ ਇਹ ਕੋਈ ਲਿਖ ਕੇ ਰੱਦ ਕੀਤਾ ਗਿਆ, ਕੋਈ ਵਿਚਾਰ ਕੇ ਲਿਖ ਕੇ ਨੇ ਵੀ ਕੀਤਾ ਨਹੀਂ, ਉਹਨਾਂ ਨੇ ਕੋਈ ਬਹਿਸ ਨਹੀਂ ਚਲਾਈ। ਉਹਨਾਂ ਨੇ ਐਵੇਂ ਫੇਸਬੁੱਕ ਦੇ ਉੱਤੇ ਪੋਸਟਾਂ ਪਾ ਕੇ ਜੇ ਤੁਸੀਂ ਕਿਸੇ ਨੂੰ ਰੱਦ ਕਰਦੇ ਹੋ, ਆਰਟੀਕਲ ਲਿਖੇ ਗਏ ਟ੍ਰਿਬਿਊਨ 'ਚ, ਕੋਈ ਲੈਫਟ ਵੱਲੋਂ ਨਹੀਂ ਆਇਆ। ਕਰਮਜੀਤ ਸਿੰਘ ਦਾ ਸੀ, ਰਾਜਪਾਲ ਦਾ ਵੀ ਸੀ, ਰਾਜਪਾਲ ਹੁਣਾਂ ਦਾ ਤਰਕਸ਼ੀਲ ਇੱਕ ਨਜ਼ਰੀਏ ਤੋਂ ਸੀ, ਉਹਦਾ ਜਵਾਬ ਵੀ ਹੋਇਆ ਤੇ ਸਾਡੇ 'ਚ ਲਗਾਤਾਰ ਗੱਲਬਾਤ ਵੀ ਹੁੰਦੀ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਮਤਭੇਦ ਰੱਖਣੇ, ਆਪਣੇ ਨੁਕਤਾ ਨਿਗਾਹ ਨੂੰ ਰੱਖਣਾ, ਤੇ ਉਹ ਮੇਰੇ ਦਿੱਤੀ ਹੋਈ ਦਲੀਲ ਦੇ ਨਾਲ ਇੱਕ ਹੱਦ ਤੱਕ ਉਹ ਸਹਿਮਤ ਵੀ ਹੋਏ। ਮੈਂ ਕਿਹਾ ਜੀ ਕਿ ਉਹਦੀ ਆਪਾਂ ਡਿਟੇਲ 'ਚ ਇੱਥੇ ਜਾਣ ਦਾ ਸਮਾਂ ਨਹੀਂ ਹੈ। ਮੁੱਦਾ ਇਹ ਹੈ ਕਿ ਇਹ ਤੇ ਨਹੀਂ, ਮੈਂ ਇਹ ਪੁੱਛ ਰਿਹਾ ਤੁਹਾਡੇ ਤੋਂ, ਇਸ ਕਰਕੇ ਪੁੱਛ ਰਿਹਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੀਜੀ ਧਾਰਾ ਦੀ ਜਾਂ ਮੱਧੇ ਮਾਰਗ ਕਹਿ ਦਈਏ, ਕੁਛ ਵੀ, ਇਹ ਤਾਂ ਹੁਣ ਵਿਆਖਿਆ ਤੁਹਾਡੀ ਹੋ ਸਕਦੀ ਹੈ। ਉਹ ਜਦੋਂ ਇਹ 2 ਵੱਡੇ ਨੈਰੇਟਿਵ ਜਿਹੜੇ ਭਾਰੂ ਨੇ ਹਰ ਗੱਲ ਤੇ, ਜਿਨ੍ਹਾਂ ਦੀ ਪੂਰੀ ਇੱਕ ਕੈਡਰ ਹੈ, ਜਦੋਂ ਹੀ ਤੁਸੀਂ ਕੋਈ ਗੱਲ ਕਰਦੇ ਹੋ ਤੁਹਾਨੂੰ ਧਾਰਾਸ਼ਾਹੀ ਕਰ ਦਿੰਦਾ ਉਹ ਮਿੰਟ 'ਚ,
ਤਾਂ ਮੈਂ ਕਹਿ ਰਿਹਾ ਉਹਦੇ 'ਚ ਖੜ ਕੇ ਗੱਲ ਕਰਨੀ ਕਿੰਨੀ ਕੁ ਮੈਂ ਕਹਿ ਰਿਹਾ ਕਿ ਇਹੋ ਹੀ ਲੜਾਈ ਹੈ, ਇਹੋ ਹੀ ਧਰਮ ਯੁੱਧ ਹੈ ਜਿਹੜਾ ਲੜਨ ਦੀ ਲੋੜ ਹੈ ਪੰਜਾਬ ਦੇ ਵਿੱਚ। ਡਰਨਾ ਨਹੀਂ ਹੈ ਇਹਨਾਂ ਦੇ ਦਲ ਬਲ ਤੋਂ ਤੇ ਰੌਲੇ ਗੌਲੇ ਤੋਂ। ਡਰ ਕੇ ਜੇ ਪਿੱਛੇ ਹਟ ਗਏ ਤਾਂ ਫਿਰ ਇਹ ਸਾਡੀ ਕਮਜ਼ੋਰੀ ਹੈ। ਪੰਜਾਬ ਦੀ ਇੱਕ ਵਿਚਾਰਕ ਪਰਪੱਕਤਾ ਦੇ ਲਈ, ਪੁਖਤਗੀ ਦੇ ਲਈ, ਕਿਉਂਕਿ ਪੰਜਾਬ ਨੂੰ ਯਤੀਮ ਕਰਕੇ ਰੱਖ ਦਿੱਤਾ ਹੈ ਇੱਕ ਵਿਚਾਰਹੀਣਤਾ ਦੇ ਉਜੜ ਸੱਭਿਆਚਾਰ ਨੇ, ਜਿੱਥੇ ਕਿ ਹਰੇਕ ਗੱਲ ਦੇ ਵਿੱਚ ਪੱਗ ਲਾ ਲਓ, ਗਾਲਾਂ ਕੱਢ ਲਓ, ਕਿਸੇ ਨੂੰ ਕੁਝ ਵੀ ਕਹਿ ਦਿਓ। ਹੁਣ ਅਸੀਂ ਸਵਰਾਜ ਵੀਰ ਹੁਣਾਂ ਦੇ ਨਾਲ ਇਹੀ ਵੇਖ ਰਹੇ ਹਾਂ, ਤੇ ਇਹ ਕਿੰਨਿਆਂ ਦੇ ਨਾਲ ਇਸ ਤੋਂ ਪਹਿਲਾਂ ਹੋਇਆ। ਮੈਨੂੰ ਉੱਥੇ ਲੈਕਚਰ ਦੇਣ ਤੋਂ ਰੋਕਿਆ ਗਿਆ ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਦੇ ਵਿੱਚ। ਮਜਾਲ ਹੈ ਕਿ ਪੰਜਾਬ ਦਾ ਇੱਕ ਵੀ ਸਿੱਖ ਬੁੱਧੀਜੀਵੀ ਜਾਂ ਖਾਲਿਸਤਾਨੀ ਬੋਲਿਆ ਹੋਵੇ, ਨਹੀਂ ਤੇ ਇਹਨਾਂ ਨੂੰ ਸਿੱਖਾਂ ਦੇ ਉੱਤੇ ਹੁੰਦਾ ਵਿਤਕਰਾ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈ। ਮਜਾਲ ਹੈ ਕਿ ਪੰਜਾਬ ਤੋਂ ਇੱਕ ਵੀ ਖੱਬੇ ਪੱਖੀ ਧਿਰ ਨੇ ਕੋਈ 2 ਲਾਈਨਾਂ ਦਾ ਬਿਆਨ ਵੀ ਦਿੱਤਾ ਹੋਵੇ। ਜਿਹੜੀਆਂ ਧਿਰਾਂ ਇੰਨੀਆਂ ਹਾਰੀਆਂ ਹੋਈਆਂ ਹੋਣ ਕਿ ਜੇ ਅਸੀਂ ਸੁਮੇਲ ਸਿੰਘ ਦੇ ਨਾਲ ਹੁੰਦੀਆਂ ਇਹਨਾਂ ਗੱਲਾਂ ਦਾ ਨੋਟਿਸ ਲੈ ਲਿਆ, ਉਹ ਤੇ ਸਿਰ ਚੜ ਜਾਏਗਾ। ਸੋ ਇਹਨੂੰ ਹੰਭਾ ਦਿਓ, ਚੁੱਪ ਰਹੋ। ਜਦੋਂ ਬੁੱਧੀਜੀਵੀ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਮਾਰਕਸਵਾਦ ਇੱਕ ਬਿਨਾਂ ਸਚਿਆਰੀ ਬਹਿਸ ਦੇ ਕਿਵੇਂ ਜਿਉਂਦਾ ਰਹਿ ਸਕਦਾ ਹੈ, ਤਾਂ ਮੈਂ ਇਹ ਗੱਲ ਕਹਿ ਰਿਹਾ ਕਿ ਮਾਰਕਸਵਾਦੀ ਪੰਜਾਬੀ ਤੇ ਸਿੱਖ ਹੋਣ ਦੀ ਜਿਹੜੀ ਇੱਕ ਸ਼ਰਤ ਹੈ ਕਿ ਉਹਨੇ ਸੰਵਾਦ ਖੜਾ ਕਰਨਾ ਹੈ, ਔਰ ਸੰਵਾਦ ਦੇ ਲਈ ਉਹਨੇ ਮੁਸ਼ਕਿਲ ਧਿਰਾਂ ਦੇ ਵਿੱਚ ਵੀ ਉਹਨੇ ਅੜਨਾ ਹੈ। ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਅਰਜਨ ਸਾਹਿਬ ਨੂੰ ਵੀ ਤਾਂ ਆਪਾਂ ਜੇ ਕਹਿਣਾ ਹੋਵੇ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਹੈ, ਵੱਡੀਆਂ ਧਿਰਾਂ ਨੇ ਸਾਡਾ ਇੱਕ ਬੰਦਾ ਖਤਮ ਕਰ ਦਿੱਤਾ, ਐਡਾ ਵੱਡਾ ਮਹਾਨ ਬੁੱਧੀਜੀਵੀ, ਤੇ ਉਸ ਤੋਂ ਬਾਅਦ ਲਹਿਰ ਦਾ ਹਾਲ ਬਹੁਤ ਮੰਦਾ ਰਿਹਾ। ਦੁਬਾਰਾ ਤੋਂ ਕੋਈ ਗੁਰੂ ਅੰਮ੍ਰਿਤਸਰ ਸਾਹਿਬ ਨਹੀਂ ਜਾ ਸਕਿਆ, ਮੀਣਿਆਂ ਦਾ ਕਬਜ਼ਾ ਹੋਇਆ ਉੱਥੇ। ਤੇ ਗੁਰੂ ਤੇਗ ਬਹਾਦਰ ਦੇ ਵੇਲੇ ਪੰਥ ਦੇ ਵਿੱਚ ਜਿੰਨੇ ਕਲੇਮੈਂਟਸ ਉੱਠੇ ਹੋਏ ਨੇ, ਕੋਈ ਗੱਲ ਤੁਹਾਡੀ ਸੁਣਨ ਨੂੰ ਤਿਆਰ ਨਹੀਂ ਹੈ। ਉਸ ਵੇਲੇ ਗੁਰਗੱਦੀ ਦੇ ਲਈ ਹਾਂ ਕਰਨੀ, ਬੁਨਿਆਦੀ ਤੌਰ ਤੇ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਮੈਂ ਆ ਸ਼ਹਾਦਤ ਦੇ ਲਈ ਹੀ ਤਿਆਰ ਹੋ ਰਿਹਾ, ਮੇਰੀ ਮੌਤ ਨਿਸ਼ਚਿਤ ਹੈ। ਮੈਂ ਇਹ ਕਹਿ ਰਿਹਾ ਕਿ ਇਹ ਆਪਣੀ ਗੱਲ ਦੇ ਉੱਤੇ ਖੜੇ ਹੋ ਕੇ ਆਪਣੇ ਆਖੇ ਹੋਏ ਦੀ ਕੀਮਤ ਦੇਣ ਨੂੰ ਜੇ ਅਸੀਂ ਤਿਆਰ ਨਹੀਂ ਹੈ, ਪੰਜਾਬੀ ਨਹੀਂ ਫਿਰ ਤੁਸੀਂ ਹੋ ਸਕਦੇ। ਤੁਸੀਂ ਹੋਰ ਕੁਝ ਮਰਜ਼ੀ ਹੁੰਦੇ ਰਹੋ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਨਾ ਪ੍ਰੋਫੈਸਰ ਕਿਸ਼ਨ ਸਿੰਘ ਨੇ ਆਪਣੀ ਗੱਲ ਛੱਡੀ, ਨਾ ਜਸਵੰਤ ਸਿੰਘ ਕਮਲ ਹੁਣਾਂ ਨੇ ਆਪਣੀ ਗੱਲ ਛੱਡੀ, ਨਾ ਸੰਤ ਰਾਮ ਉਦਾਸੀ ਨੇ ਆਪਣੀ ਗੱਲ ਛੱਡੀ, ਨਾ ਪਾਸ਼ ਨੇ ਆਪਣੀ ਗੱਲ ਛੱਡੀ। ਔਰ ਜੀ ਨਾ ਸਮੇਲ ਸਿੱਧੂ ਛੱਡੂਗਾ। ਕਿਉਂ ਛੱਡੀਏ ਜੀ? ਇੱਕ ਗੱਲ ਹੀ ਤੇ ਹੈ ਸਾਡੇ ਕੋਲ। ਮੈਂ ਇਹ ਕਹਿ ਰਿਹਾ ਕਿ ਇਸ ਕਿਸਮ ਦੀ ਗੱਲਬਾਤ ਦੇ ਉੱਪਰ ਮੈਂ ਇਹ ਵੀ ਨਾਲ ਕਹਿ ਰਿਹਾ ਕਿ ਬਹੁਤ ਐਸੇ ਵਿਦਿਆਰਥੀ ਨੇ, ਨੌਜਵਾਨ ਸਕਾਲਰ ਨੇ, ਬੁੱਧੀਜੀਵੀ ਨੇ, ਜਿਹੜੇ ਕਿ ਗੱਲ ਨੂੰ ਸਮਝਣਾ ਵੀ ਚਾਹ ਰਹੇ ਨੇ, ਜਿਹੜੇ ਲਗਾਤਾਰ ਇੱਕ ਸੰਪਰਕ ਦੇ ਵਿੱਚ ਨੇ, ਸੰਵਾਦ ਦੇ ਵਿੱਚ ਨੇ, ਜੁੜ ਬੈਠਣ ਦੇ ਲਈ ਵੀ ਤਿਆਰ ਨੇ, ਔਰ ਜਿਹੜੇ ਇਹਨਾਂ ਗੱਲਾਂ ਦੇ ਬਾਬਤ ਕਿ ਪੰਜਾਬ ਨੂੰ ਇੱਕ ਨਵੇਂ ਢੰਗ ਦੇ ਨਾਲ ਦੇਖਣਾ ਕਿਵੇਂ ਸ਼ੁਰੂ ਕਰੀਏ, ਉਹਦੀ ਓਰੀਐਂਟੇਸ਼ਨ ਕਿਵੇਂ ਡਿਵੈਲਪ ਹੋਵੇ। ਨਹੀਂ ਅਸੀਂ ਇਸ ਕਿਸਮ ਦੇ ਇੱਕ ਉਜੜ ਮਾਰਖੋਰੇ ਸਮਾਜ ਦੇ ਵਿੱਚ ਤਬਦੀਲ ਹੋ ਜਾਵਾਂਗੇ, ਜਿਸ ਦੇ ਵਿੱਚ ਕਿ ਲਿੰਚਿੰਗਸ ਦੇ ਵੱਲ ਹੀ ਅਸੀਂ ਵੱਧ ਰਹੇ ਹੋਵਾਂਗੇ, ਜਿਸ ਦੇ ਵਿੱਚ ਕਿ ਜੋ ਅਸੀਂ ਇਹ ਵੇਖ ਰਹੇ ਹਾਂ ਕਿ ਜਿਸ ਕਿਸਮ ਦੀ ਬਰਬਰਤਾ ਦਾ ਮੁਜ਼ਾਹਰਾ ਬਾਕੀ ਹਿੰਦੁਸਤਾਨ 'ਚ ਹੋ ਰਿਹਾ ਹੈ, ਘੱਟ ਗਿਣਤੀਆਂ ਨੂੰ ਲੈ ਕੇ, ਹੋਰਾਂ ਨੂੰ ਲੈ ਕੇ, ਪੰਜਾਬ ਦੇ ਵਿੱਚ ਵੀ ਕੀ ਅਸੀਂ ਉਹੋ ਹੀ ਕਰਨਾ ਕਿ ਕੀ ਸਾਡੇ ਕੋਲ ਇਸ ਦੇ ਪੈਰਲਲ ਕੋਈ ਗੱਲਬਾਤ ਦਾ, ਸੰਵਾਦ ਦਾ, ਦੂਜੇ ਦੇ ਵੱਲ ਮੁਸਕਰਾ ਕੇ ਵੇਖ ਸਕਣ ਦਾ ਹੁਨਰ ਤੇ ਉਸ ਦਾ ਇਖਲਾਕ ਤੇ ਉਸ ਦਾ ਕੋਈ ਇੱਕ ਲੰਬਾ ਵਿਚਾਰਧਾਰਕ ਸਾਡਾ ਇਤਿਹਾਸ ਹੈ, ਉਹਦੇ ਤੇ ਪਹਿਰਾ ਦੇਣਾ ਬਣ। ਇੰਨਾ ਸੌਖਾ ਹੈ ਇਹ? ਤੁਸੀਂ ਦੇਖ ਸਕਦੇ ਹੋ। ਜੇ ਮੈਂ ਤੁਹਾਨੂੰ ਹੀ ਪੁੱਛਾਂ, ਜਦੋਂ ਤੁਸੀਂ ਵੀ ਤਾਂ ਦੂਜੀਆਂ ਧਰਾਵਾਂ ਨੇ, ਸੌਖਾ ਕੀ ਹੁੰਦਾ ਜੀ? ਸੌਖਾ ਤੇ ਸਭ ਤੋਂ ਸੌਖਾ ਹੁਨਰ ਸਿੱਖਿਆ ਹੁਣ ਤੱਕ ਕੀ ਜਿੰਨਾ ਮਰਜ਼ੀ ਤੁਹਾਡੇ ਤੋਂ ਬਿਲਕੁਲ ਵੱਖਰੇ ਵਿਚਾਰਾਂ ਦਾ ਬੰਦਾ ਹੋਵੇ, ਉਹਦੇ ਨਾਲ ਹੱਸ ਕੇ ਉਹਦੇ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਹੋ ਸਕਦੀਆਂ। ਤੁਹਾਡੀ ਟ੍ਰੇਨਿੰਗ ਇਹੀ ਜੀ ਹੈ? ਮੇਰਾ ਖਿਆਲ ਹੈ ਕਿ ਜੇਐਨਯੂ ਨੇ ਕਦੇ ਜੇਐਨਯੂ ਨਹੀਂ ਛੱਡ ਦੋ। ਨਹੀਂ, ਇੱਕ ਅਜੂਬਾ ਹੈਗਾ, ਉਹਦਾ ਇੱਕ ਅਜੂਬਾ ਨਹੀਂ, ਉਹੀ ਜੀ ਥਾਂ ਕਿ ਜਿੱਥੇ ਪੰਜਾਬ ਦੀ ਗੱਲ ਕਰ ਰਹੇ। ਇਸ ਤਰ੍ਹਾਂ ਮੈਂ ਗੱਲ ਕਰਦਾ ਕਿ ਮੇਰੀ ਉੱਥੇ ਸਿਖਲਾਈ ਹੋਈ ਹੈ। ਮੈਂ ਉੱਥੇ ਲਗਾਤਾਰ 10 ਸਾਲ ਬਹੁਤ ਖੁੱਭ ਕੇ ਵਿਦਿਆਰਥੀ ਸਿਆਸਤ ਦੇ ਸਾਰੇ ਪੱਖਾਂ ਦਾ ਮੈਂ ਉੱਥੇ ਜੂਝਿਆ। ਮੈਂ ਉੱਥੇ ਸਾਡੇ ਹੀ ਹੌਸਟਲ ਦੇ ਵਿੱਚ ਧੁਰ ਜਿਹੜੇ ਆਰਐਸਐਸ ਦੇ ਨਾਲ ਜੁੜੇ ਹੋਏ ਵਿਦਿਆਰਥੀ ਸਨ, ਜਿਹੜੇ ਹੋਰਾਂ ਧਰਾਵਾਂ ਦੇ ਸਨ, ਸਾਡੀ ਬੜੀ ਗਹਿਰੀ ਯਾਰੀ ਸੀ ਤੇ ਸਾਡਾ ਬੜਾ ਤਿੱਖਾ ਮਤਭੇਦ ਹੁੰਦਾ ਸੀ। ਜੀਬੀਐਮਸ ਦੇ ਵਿੱਚ ਇੱਕ ਦੂਜੇ ਨੂੰ ਸੁਣਦੇ ਵੀ ਸੀ, ਇਕੱਠੇ ਰੋਟੀ ਵੀ ਖਾਂਦੇ ਸੀ, ਕਈ ਵਾਰੀ ਝਗੜ ਵੀ ਪੈਂਦੇ ਸੀ, ਫਿਰ ਹੱਸ ਵੀ ਪਈਦਾ ਸੀ ਉੱਥੇ। ਤੇ ਔਰ ਉਹ ਅੱਜ ਵੀ ਜਦੋਂ ਅਸੀਂ ਮਿਲਦੇ ਹਾਂ ਤੇ ਮੁਸਕਰਾ ਕੇ, ਗਲੇ ਲੱਗ ਕੇ, ਤੇ ਪੰਜਾਬ 'ਚ ਹੈ ਇਹ। ਪੰਜਾਬ ਦੇ ਵਿੱਚ ਸਾਡੀ ਸਿਖਲਾਈ
ਦੇ ਲਈ ਅਜਿਹੇ ਆਧਾਰ ਬਹੁਤ ਘੱਟ ਨੇ ਜਿੱਥੇ ਕਿ ਇਸ ਕਿਸਮ ਦੀਆਂ ਗੱਲਾਂ ਦੇ ਵੱਲ ਧਿਆਨ ਦਿੱਤਾ ਜਾਂਦਾ ਤੁਸੀਂ ਇਹ ਜੀ ਪਹਿਲ ਕਦਮੀ ਕਰ ਸਕਦੇ ਸੀ, ਕਦੇ ਕੀਤੀ? ਬਿਲਕੁਲ ਕੀਤੀ ਔਰ ਇਹ ਕਰਨੀ ਰਹਿਣੀ। ਇਸ ਪਹਿਲ ਕਦਮੀ ਕੀਤੇ ਬਿਨਾ ਤੇ ਅੱਗੇ ਵਧਣ ਦਾ ਕੋਈ ਫੇਰ ਤੇ ਇਹ ਹੋਇਆ ਨਾ ਕਿ ਅਸੀਂ ਤੇ ਫਿਰ ਪੰਜਾਬ ਤੋਂ ਆਪਣਾ ਕਲੇਮ ਛੱਡ ਦਿੱਤਾ ਤੇ ਇਹਨਾਂ ਦੇ ਹਵਾਲੇ ਕਰ ਦਿੱਤਾ। ਅਸੀਂ ਇਹ ਕਹਿ ਰਹੇ ਹਾਂ ਕਿ ਪੰਜਾਬ ਇੱਕ ਸੁਚੱਜੀ ਸਚਿਆਰੀ ਸੁਥਰੀ ਧਰਤੀ ਬਣੇ, ਇਹਦੇ ਹੁੰਦੇ ਲੋਕ ਆਪਣੇ ਇੱਕ ਇਤਿਹਾਸਕ ਜ਼ਿੰਮੇਵਾਰੀ ਨੂੰ ਪਛਾਣਨ ਔਰ ਉਹਨਾਂ ਸੱਭਿਆਚਾਰ ਦੀਆਂ ਲੋਕ ਸੁਰਤ ਦੀਆਂ ਜਿਹੜੀਆਂ ਇਹ ਸਾਰੀਆਂ ਸਾਡੇ ਕੋਲ ਸਾਂਭੇ ਹੋਏ ਅਸਾਸੇ ਪਏ ਨੇ, ਰਾਵੀ ਦਾ ਰਾਂਝੂ ਕਹਿ ਸਕਣਾ, ਇਹ ਸਿੰਧ ਦੇ ਲੋਕ ਆ ਕੇ ਇਸ ਕਿਸਮ ਦੀ ਗੱਲ ਕਰ ਸਕਦੇ ਹੋਣ ਗੁਰੂ ਨਾਨਕ ਸਾਹਿਬ ਦੇ ਬਾਬਤ, ਔਰ ਗੁਰੂ ਜਿਹੜੇ ਸਾਡੇ ਗਦਰੀ ਬਾਬੇ ਨੇ ਉਹ ਦੁਨੀਆ ਜਹਾਨ ਦੇ ਨਾਲ ਸਾਨੂੰ ਉਹ ਮਿਲ ਕੇ ਰੱਖਦੇ ਨੇ। ਤੇ ਕਿੰਨੀਆਂ ਹੀ ਐਸੀਆਂ ਗੱਲਾਂ ਨੇ, ਕਿੰਨੀਆਂ ਮਹਾਨ ਚੀਜ਼ਾਂ ਪੰਜਾਬ ਦੇ ਵਿੱਚ ਹੋਈਆਂ ਨੇ। ਸਾਨੂੰ ਮੈਂ ਬੜੀ ਪ੍ਰੈਕਟੀਕਲ ਗੱਲ ਤੁਹਾਡੇ ਤੋਂ ਪੁੱਛ ਰਿਹਾ ਕਿ ਤੁਸੀਂ ਕਦੇ, ਜਿਵੇਂ ਤੁਹਾਡੇ 'ਚ ਹੁਨਰ JNU 'ਚ ਆਇਆ, ਤੁਸੀਂ ਕਹਿੰਦੇ ਹੋ ਬਿਲਕੁਲ ਵਿਰੋਧੀ ਧਾਰਾ ਦੇ ਬੰਦਿਆਂ ਨਾਲ ਬੈਠ ਕੇ ਗੱਲ ਕਰਨਾ, ਪੰਜਾਬ 'ਚ ਕਦੇ ਤੁਸੀਂ ਇਹ ਪਹਿਲ ਕਦਮੀ ਕੀਤੀ, ਕਦੇ ਤਜਰਬਾ ਕੀਤਾ ਜਾਂ ਕਰੋਗੇ ਕਿ ਉਹਨਾਂ ਤਰ੍ਹਾਂ ਦੇ ਨਾਲ ਬੈਠਿਆ ਜਾਵੇ ਗੱਲ ਕਰੋ? ਤੁਸੀਂ 8 ਸਾਲਾਂ ਤੋਂ ਅਸੀਂ ਜਿਸ ਕਿਸਮ ਦੇ ਵਰਕਸ਼ਾਪਸ ਮਜਲਿਸਾਂ ਲਾ ਰਹੇ ਹਾਂ ਉਹਦੇ ਵਿੱਚ ਅਸੀਂ ਵਰਜਿਤ ਵਿਸ਼ਿਆਂ ਦੇ ਉੱਪਰ ਵੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਅਸੀਂ ਉਹਨਾਂ ਦੇ ਉੱਤੇ ਵਾਰਤਾ ਕਰਨੀ ਔਰ ਇੱਕ ਆਪਸ ਦੇ ਅੰਦਰ ਬਹਿਸ ਦੇ ਇਸ ਮਾਹੌਲ ਨੂੰ ਖੜਾ ਕਰਨਾ। ਖੁਦ ਮੈਂ ਹੀਰ ਬੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ ਜਦੋਂ ਲਿਖਿਆ ਤਾਂ ਇਹਦਾ ਬਹੁਤਿਆਂ ਨੂੰ ਨਹੀਂ ਪਤਾ ਕਿ ਮੈਂ ਇਸ ਤੋਂ ਕੋਈ ਲਗਭਗ 17 ਸਾਲ ਪਹਿਲਾਂ, ਹਾਂਜੀ, ਮੈਂ ਇੱਕ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਇਸ ਤੋਂ ਵੀ ਵੱਡਾ ਇੱਕ ਮੈਂ ਲੇਖ ਲਿਖਿਆ ਸੀ। ਉਹ ਇੰਨਾ ਕੁ ਸੀ ਕਿ ਉਹਦੇ ਉੱਪਰ ਵੀ ਸਾਰੇ ਜਣੇ ਸੁਣ ਕੇ ਉਹਦੇ ਉੱਪਰ ਵੀ ਬਹਿਸ ਕਰਨ ਤੋਂ ਭੱਜ ਗਏ। ਉਹਦੇ ਉੱਪਰ ਕਿਸੇ ਨੇ ਵੀ ਇਹਨੂੰ ਹਜ਼ਮ ਹੀ ਕਰ ਜਾਓ। ਸੋ ਉਸ ਤੋਂ ਬਾਅਦ ਸਾਡਾ ਇੱਕ ਲਗਾਤਾਰ ਮੇਰਾ ਇਹ ਹੈ ਕਿ ਲਿਖਤ ਦੇ ਵਿੱਚ ਆਪਣੀ ਗੱਲ ਨੂੰ ਬੇਬਾਕੀ ਦੇ ਨਾਲ ਔਰ ਬੜੀ ਤਿਆਰੀ ਦੇ ਨਾਲ ਆਖਿਆ ਜਾਵੇ। ਗੱਲ ਸਵਾਲ ਦਾ ਜਵਾਬ ਤੁਸੀਂ ਨਹੀਂ ਦਿੱਤਾ। ਮੈਂ ਪੁੱਛਿਆ ਕਿ ਇਹਨਾਂ ਸਾਲਾਂ 'ਚ ਤੁਸੀਂ ਕੋਈ ਪਹਿਲ ਕਦਮੀ ਕੀਤੀ, ਤੁਹਾਡੇ ਧੁਰ ਵਿਰੋਧੀ, ਮੰਨ ਲਓ ਮੈਂ ਕਹਿ ਰਿਹਾਗਾ ਕਿ ਸਮੇਲ ਬੈਠਾ ਹੈ, ਇੱਧਰ ਇੱਕ ਖਾਲਿਸਤਾਨੀ ਵਿਚਾਰ ਦਾ ਬੰਦਾ ਬੈਠਾ, ਇੱਧਰ ਇੱਕ RSS ਦੇ ਵਿਚਾਰ ਦਾ ਬੈਠਾ, 3 ਬੰਦਿਆਂ ਗੱਲ ਕਰ ਸਕਦੇ ਆ? ਅਸੀਂ ਜੀ ਕਰਵਾਈ ਹੈ ਕਿ ਪੰਜਾਬ ਵਿੱਚ ਖੱਬੇ ਪੱਖ ਦੀ ਪੁਨਰ ਸਿਰਜਣਾ ਦਾ ਸਵਾਲ ਦੇ ਉੱਤੇ ਇੱਕ ਦਿਨ ਦੀ ਵਰਕਸ਼ਾਪ ਲਾਈ ਔਰ ਉਹਦੇ ਵਿੱਚ ਸਾਰੀਆਂ ਧਿਰਾਂ ਦੇ ਜਿਹੜੇ ਪਹਿਲਾਂ ਲੈਫਟ ਦੇ ਨਾਲ ਰਹੇ ਸੀ, ਫਿਰ ਉਹਨਾਂ ਦੇ ਜਿਹੜੇ ਡਿਫਰੈਂਸਿਸ ਵੀ ਪੈਦਾ ਹੋਏ, ਉਹ ਨਵੀਆਂ ਧਾਰਾਵਾਂ ਵੱਲ ਗਏ, ਉਹਨਾਂ ਨੂੰ ਵੀ ਬੁਲਾਇਆ, ਇੱਕ ਚਰਚਾ ਚੱਲੀ ਉੱਥੇ। ਫਿਰ ਅਸੀਂ ਲਗਾਤਾਰ ਇਸ ਕਿਸਮ ਦੇ ਇਕੱਠ ਕਰਦੇ ਰਹੇ ਹਾਂ। ਹੁੰਗਾਰਾ ਆ ਰਿਹਾ ਹੈ, ਨਹੀਂ ਇਹ ਕਰਨੇ ਚਾਹੁੰਦੇ ਜਿਹੜੇ ਬੰਦਿਆਂ ਨੂੰ ਇਸ ਡਿਬੇਟ ਤੋਂ ਜਿਹੜੇ ਭੱਜਣਾ ਚਾਹੁੰਦੇ। ਮੈਂ ਕਹਿ ਰਿਹਾ ਉਹ ਅੱਗੇ ਵਧਿਆ ਫਿਰ, ਜਿਵੇਂ ਬਿਲਕੁਲ ਵਧਿਆ ਜੀ। ਅਸੀਂ ਪੂਰਨਮਾਸ਼ੀ ਜੋੜ ਮੇਲੇ ਦੇ ਉੱਪਰ, ਸਾਡੇ ਉੱਪਰ ਦੋਹਾਂ ਧਿਰਾਂ ਦੇ ਉੱਪਰ ਫਿਰ ਹਮਲਾ ਸੀ 2019 ਦੇ ਵਿੱਚ। ਕਈ ਇਹ ਕਹਿ ਰਹੇ ਸਨ ਕਿ ਜਸਵੰਤ ਸਿੰਘ ਕਮਲ ਗਲਤ ਹੈ, ਸੁਮੇਲ ਸਿੰਘ ਠੀਕ ਹੈ। ਕਈ ਇਹ ਕਹਿ ਰਹੇ ਸਨ ਕਿ ਨਹੀਂ, ਜਸਵੰਤ ਸਿੰਘ ਕਮਲ ਠੀਕ ਹੈ, ਸੁਮੇਲ ਸਿੰਘ ਗਲਤ ਹੈ। ਤੇ ਉਹਨਾਂ ਦੋਵਾਂ ਦੇ ਸਾਂਝੇ ਹਮਲੇ ਦਾ ਸ਼ਿਕਾਰ ਜਿਨ੍ਹਾਂ ਨੇ, ਜਿਹੜੇ ਹੀਰ ਬੰਨੇ ਪੰਜਾਬ ਦੇ ਉੱਪਰ ਹਮਲੇ ਦਾ ਸ਼ਿਕਾਰ ਹੋਣਾ ਅਲੱਗ ਗੱਲ ਆ, ਜਿਹੜਾ ਸੰਵਾਦ ਹੈਗਾ, ਮੈਂ ਕਹਿ ਰਿਹਾ ਇਹ ਸੰਵਾਦ ਦੀ ਹੀ ਜਿਹੜਾ ਹੁਨਰ ਤੁਸੀਂ ਸਿੱਖਿਆ ਕਿ ਉਹ ਬਿਲਕੁਲ ਧੁਰ ਵਿਰੋਧੀ ਲੋਕਾਂ ਦੇ ਨਾਲ ਬਹਿ ਕੇ ਕੀਤਾ ਜਾ ਸਕਦਾ, ਜਿਵੇਂ ਗੁਰੂ ਨਾਨਕ ਸਾਹਿਬ ਸਿੱਧਾਂ ਨਾਲ ਬੈਠਦੇ ਸੀਗੇ। ਉਹ ਧੁਰ ਵਿਰੋਧੀ ਨਹੀਂ ਸਨ, ਧੁਰ ਵਿਰੋਧੀ ਨਹੀਂ ਸਾਨੂੰ ਤਾਂ ਫਿਰ ਵੀ, ਪਰ ਬੈਠਦੇ ਸੀ ਉਹਨਾਂ ਦੇ ਨਾਲ ਬੈਠਣਾ। ਦਾਣਿਆਂ ਨਾਲ ਕਹਿ ਲਓ। ਮੈਂ ਸਿੱਧ ਗੋਸ਼ਟ ਜਿਹੜੇ ਹੁਣ ਸਾਡੇ ਸਿੱਧ ਨੇ, ਉਹ ਸਾਡੇ ਅਕਾਦਮਿਕ ਬੁੱਧੀਜੀਵੀ ਸਿੱਧ ਹੀ ਨੇ ਨਾ, ਜਿਹੜੇ ਪਹਾੜੀ ਚੜੇ ਹੋਏ ਨੇ, ਉਹਨਾਂ ਦੇ ਨਾਲ ਬਿਲਕੁਲ ਬੈਠੀਦਾ। ਉਹਨਾਂ ਨੂੰ ਲਾਉਣੇ ਪਹਾੜਾਂ ਤੋਂ ਨਹੀਂ, ਪਹਾੜਾਂ ਤੋਂ ਕੀ ਗੱਲਬਾਤ ਚੱਲਦੀ ਹੈ। ਕਈ ਵਾਰੀ ਆਪ ਪਹਾੜਾਂ ਤੇ ਜਾਈਦਾ, ਕਈ ਵਾਰੀ ਉਹ ਵੀ ਮੈਦਾਨ 'ਚ ਆ ਜਾਂਦੇ ਨੇ। ਜੋਗੀ ਉੱਤਰ ਪਹਾੜੋਂ ਆਇਆ ਵੀ ਹੋ ਜਾਂਦਾ ਕਈ ਵਾਰੀ। ਸੋ ਜਿੱਥੇ ਜਿੱਥੇ ਵੀ ਸੰਭਾਵਨਾ ਹੈ ਆਮ ਲੋਕਾਂ ਦੇ ਨਾਲ ਵੀ ਗੱਲ ਕਰਨ ਦੀ, ਹੁਣ ਜਿਹੜੇ ਧੁਰ ਵਿਰੋਧੀ ਨੇ ਉਹ ਗੱਲਬਾਤ ਦੇ ਵਿੱਚ ਤੇ ਕਦੇ ਨਹੀਂ ਆਏ। ਤੁਹਾਨੂੰ ਵੀ ਪਤਾ ਹੈ, ਤੁਸੀਂ ਉਸ ਨੂੰ ਕਵਰ ਕੀਤਾ ਕਿ ਮੈਂ ਚੰਡੀਗੜ੍ਹ 'ਚ ਇੱਥੇ ਬੋਲਣਾ ਹੈ, ਐਸਾ ਮੈਂ ਆਪਣੀ ਗੱਲ ਨੂੰ ਰੱਖਿਆ ਉੱਥੇ, ਆਪਣੀ ਇੰਟਰਵਿਊ ਵੀ ਹੋਈ। ਉਸ ਤੋਂ ਬਾਅਦ ਅਜਿਹੇ ਮੌਕੇ ਉਹਨਾਂ ਨੇ ਉਸ ਤੋਂ ਬਾਅਦ ਦੇਣੇ ਬੰਦ ਕਰ ਦਿੱਤੇ। ਅਸੀਂ ਤੇ ਹਮੇਸ਼ਾ ਇਹ ਗੱਲ ਨੂੰ ਖੁੱਲ੍ਹ ਕੇ ਕਹਿ ਰਹੇ ਹਾਂ ਕਿ ਗੱਲ ਕਰਨ ਦੇ ਲਈ ਸਿਰਫ ਵਿੱਚ ਇਹ ਨਹੀਂ ਹੈ ਕਿ ਜੀ ਸਾਡੀ ਆਹ ਧਿਰ ਹੈ ਇਸ ਕਰਕੇ ਸਾਡੇ ਨਾਲ ਗੱਲ ਕਰੋ। ਉਸ ਧਿਰ ਦੇ ਵਿੱਚ ਵੀ ਕੀ ਤੁਹਾਨੂੰ ਖੁਦ ਸੰਵਾਦ ਕਰਨਾ ਆਉਂਦਾ ਹੈ ਤਾਂ ਕੋਈ ਗੱਲ ਹੋਏਗੀ। ਨਹੀਂ ਤੇ ਆਪੋ ਆਪਣੀਆਂ ਪੋਜੀਸ਼ਨਾਂ ਇੱਕ ਦੂਜੇ ਦੇ ਉੱਤੇ ਦਾਗ ਕੇ, ਜਿਸ ਕਿਸਮ ਦੀ ਸਾਡੀ ਭਾਸ਼ਾ ਹੋ ਚੁੱਕੀ ਹੈ, ਮੇਰੇ ਕੋਲ ਉਸ ਭਾਸ਼ਾ ਦੇ ਲਈ ਸਮਾਂ ਨਹੀਂ ਹੈ। ਫਿਰ ਤੇ ਇਹ ਹੈ ਕਿ ਫਿਰ ਮੈਂ ਵੀ ਉਹੋ ਜਿਹੀ ਵਰਤਾਂਗਾ। ਮੈਂ ਚਾਹੁੰਦਾ ਨਹੀਂ ਕਿ ਅਸੀਂ ਕੋਈ ਇਸ ਕਿਸਮ ਦੀ ਗੱਲ ਕਰੀਏ। ਸਾਡੇ ਤੋਂ ਪਹਿਲਾਂ ਵੀ ਅਜਿਹੀਆਂ ਚੀਜ਼ਾਂ ਹੋਈਆਂ ਨੇ। ਸੋ ਸਾਡੀ, ਯਾਦਵਿੰਦਰ, ਤੁਹਾਡੇ ਸਵਾਲ ਦਾ ਬੜਾ ਸਹੀ ਜਵਾਬ ਇਹ ਹੈ ਕਿ ਮੈਂ ਲਗਾਤਾਰ ਕੋਸ਼ਿਸ਼ ਦੇ ਵਿੱਚ ਹਾਂ। ਅਸੀਂ ਇਸ ਕਿਸਮ ਦੇ ਇਕੱਠ, ਇਸ ਕਿਸਮ ਦੀਆਂ ਸਪੇਸਿਸ, ਪਿੜ ਲਗਾਤਾਰ ਬਣ ਰਹੇ ਹਾਂ। ਤੇ ਜੇ ਆਗਿਆ ਦਿਓ, ਉਹ ਡਿਬੇਟ ਤੋਂ ਬਾਅਦ ਵੀ ਮੈਂ ਦੇਖਿਆ ਜਸਪਾਲ ਜੀ, ਪਿਛਲਾ ਦੌਰ ਜਿਹੜਾ ਕਿਸਾਨ ਅੰਦੋਲਨ ਦਾ ਸੀ, ਉਹਨਾਂ ਨੂੰ ਇੱਕ ਧਿਰ ਨੇ ਕਿਹਾ ਕਿ ਇਹ ਪੋਲੀਟੀਕਲ ਹੋ ਗਏ,
ਦੂਜੀ ਧਿਰ ਨੇ ਕਿਹਾ ਪੋਲੀਟੀਕਲੀ ਕਰੈਕਟ ਹੋ ਗਏ, ਜਿਨ੍ਹਾਂ ਨਾਲ ਤੁਹਾਡੀ ਚਰਚਾ ਹੋਈ। ਕਈਆਂ ਨੇ ਕਿਸਾਨ ਅੰਦੋਲਨ ਦੀ ਜਿਵੇਂ ਹਮਾਇਤ ਕੀਤੀ ਹੈ, ਔਰ ਉਹਨਾਂ ਨੇ ਆਪਣੀਆਂ ਪੁਰਾਣੀਆਂ ਪੋਜੀਸ਼ਨਸ ਜਾਂ ਆਪਣੇ ਸਾਥੀਆਂ ਦੀਆਂ ਗੱਲਾਂ ਨੂੰ ਉਹਨਾਂ ਨੇ ਆਖਿਆ ਕਿ ਇਹ ਤਰੀਕਾ ਠੀਕ ਨਹੀਂ ਹੈ ਤੁਹਾਡਾ। ਮੈਂ ਸਮਝਦਾ ਕਿ ਨਾ ਜਦੋਂ ਕਈ ਵਾਰ ਅਜਿਹੇ ਇਤਿਹਾਸਕ ਸੰਦਰਭ ਬਣਦੇ ਨੇ ਨਾ ਅੰਦੋਲਨਾਂ ਦੇ ਨਾਲ, ਇਹਨਾਂ ਅੰਦੋਲਨਾਂ ਨੇ ਪੰਜਾਬ ਦੇ ਅੰਦਰੋਂ ਬਹੁਤ ਸਾਰੀ ਮੈਲ ਵੀ ਧੋਤੀ ਹੈ। ਇਹ ਕਈ ਔਰ ਨਵੀਂ ਤਰ੍ਹਾਂ ਦੇ ਨਾਲ ਸੋਚਣ ਦਾ ਵੀ ਜੇ ਕੌਣ ਹੈ ਜਿਹੜਾ ਗੱਜ ਕੇ ਨਿੱਠ ਕੇ ਇਸ ਲੜਾਈ ਨੂੰ ਲੜ ਰਿਹਾ ਹੈ, ਤੇ ਫੰਡਾਮੈਂਟਲ ਲੜਾਈ ਇਹ ਹੈ ਔਰ ਇਹਦੇ ਕੀ ਤਰੀਕੇ ਨੇ। ਪੰਜਾਬ ਥੋੜਾ ਸਿਆਣਾ ਵੀ ਹੋ ਰਿਹਾ ਹੈ, ਮੈਂ ਇਸ ਗੱਲ ਨੂੰ ਵੀ ਨੋਟ ਕਰ ਰਿਹਾ। ਇੱਕ ਮਤਲਬ ਇਹ ਤੁਸੀਂ ਦੇਖਦੇ ਹੋਗੇ ਕਿ ਜਿਹੜਾ ਪੋਲੀਟੀਕਲ ਕਲਚਰ ਹੈਗਾ ਨਾ, ਪੋਲੀਟੀਕਲ ਕਲਚਰ ਸਾਰੀਆਂ ਥਾਵਾਂ ਦੇ ਉੱਤੇ ਸੇਮ ਤਰ੍ਹਾਂ ਦਾ ਹੈਗਾ। ਤੁਹਾਨੂੰ ਲੱਗਦਾ ਹੈ ਸੇਮ ਤਰ੍ਹਾਂ ਦਾ ਹੈਗਾ ਜਦੋਂ ਰਿਐਕਟ ਤੁਹਾਡੇ ਬਾਰੇ, ਯਾਨੀ ਉਹ ਤਿੰਨਾਂ ਜਿਹੜੀਆਂ ਮੈਂ ਧਿਰਾਂ ਦੀ ਗੱਲ ਕਰ ਰਿਹਾ ਹੈਗਾ, ਉਹਨਾਂ ਤਿੰਨਾਂ ਤੁਸੀਂ ਲੈਫਟ 'ਚ ਵੀ ਉਹਨੂੰ ਉਵੇਂ ਹੀ ਦੇਖਦੇ ਹੋ, ਖਾਲਿਸਤਾਨੀਆਂ 'ਚ ਉਵੇਂ ਦੇਖਦੇ ਹੋ, ਹੁਣ ਤੇ ਆਰਐਸਐਸ ਬਾਰੇ ਵੀ ਚਰਚਾ ਹੁੰਦੀ ਹੈ। ਪੋਲੀਟੀਕਲ ਕਲਚਰ ਕੋਈ ਫਰਕ ਹੈ ਜਦੋਂ ਅਟੈਕ ਕਰਨਾ, ਜਦੋਂ ਕਿਸੇ ਨੂੰ? ਨਹੀਂ, ਬਿਲਕੁਲ ਵੀ ਨਹੀਂ ਹੈ ਉਹ ਤੇ, ਕਿਉਂਕਿ ਐਵੇਂ ਆਪਾਂ ਗੱਲ ਕਹਿ ਦਈਏ ਕਿ ਜਿਨ੍ਹਾਂ ਨੂੰ ਅਸੀਂ ਖਾਲਿਸਤਾਨੀ ਕਹਿ ਦਿੰਦੇ ਹਾਂ, ਉਹਨਾਂ ਦਾ ਤੇ ਪੋਲੀਟੀਕਲ ਕਲਚਰ ਐਸਟੈਬਲਿਸ਼ ਹੀ ਜਾ ਕੇ ਲੈਫਟ ਤੇ ਵਿਗੜੇ ਹੋਏ ਬੰਦਿਆਂ ਨੇ ਜਾ ਕੇ ਕੀਤਾ, ਤੇ ਉਹਨਾਂ ਨੂੰ ਤਾਂ ਪਤਾ ਹੀ ਬਹੁਤ ਸੀ ਕਿ ਇਹ ਕਿਵੇਂ ਚਲਾਈਦਾ ਇਹ ਸਾਰਾ ਕੰਮ। ਸੋ ਉੱਥੇ ਇੱਕ ਗੱਲ, ਯਾਨੀ ਤਿੰਨਾਂ ਧਿਰਾਂ ਦਾ ਤੁਹਾਨੂੰ ਲੱਗਦਾ ਪੋਲੀਟੀਕਲ ਕਲਚਰ ਸੇਮ ਆ? ਬਿਲਕੁਲ ਸੇਮ ਹੈ। ਉਹਦੇ ਅੰਦਰ ਇੱਕੋ ਹੀ ਕਹਾਣੀ ਹੈ। ਉਹਦੇ ਅੰਦਰ ਜਿਹੜੀ ਗੱਲ ਨੂੰ ਇੱਕ ਨੇ ਚੰਗਾ ਕਹਿਣਾ, ਦੂਜੇ ਨੇ ਉਸੇ ਨੂੰ ਮਾੜਾ ਕਹਿਣਾ, ਤੇ ਇੱਕ ਹੋਰ ਦੂਜੇ ਪੱਖ ਨੂੰ। ਮੈਂ ਇਸ ਕਰਕੇ ਕਹਿ ਰਿਹਾ ਕਿ ਇੱਕ ਤੇ ਇਹ ਜਿਹੜੀ ਕਹਾਣੀ ਕਹਿ ਰਹੇ ਨੇ ਉਹੋ ਹੀ ਗਲਤ ਹੈ, ਇਹ ਪੰਜਾਬ ਦੀ ਗੱਲ ਹੀ ਨਹੀਂ ਹੈ। ਔਰ ਇਹਦੇ ਬਾਬਤ ਬਿਲਕੁਲ ਇੰਨਾ ਕੁਝ ਲਿਖਿਆ ਪਿਆ ਹੈ, ਇੰਨੀਆਂ ਕਿਤਾਬਾਂ ਪਈਆਂ ਨੇ, ਸਾਨੂੰ ਉਹ ਪੜ੍ਹਨੀਆਂ ਨਹੀਂ ਆਉਂਦੀਆਂ। ਮੇਰਾ ਤੇ ਹੁਣ ਸਧਾਰਨ ਜਿਹਾ ਗੱਲ ਹੈ, ਮੈਂ ਹੀਰ ਫੰਨੇ ਪੰਜਾਬ ਦੀ ਸਿਰਜਣਾ 'ਚ ਇਹ ਗੱਲ ਲਿਖੀ ਵੀ ਹੈ ਕਿ ਪੰਜਾਬ ਇਸ ਸਮੇਂ ਸਿਰਫ ਅੱਖਰ ਉਠਾਲਣ ਜੋਗਾ ਰਹਿ ਗਿਆ ਹੈ। ਪੜ੍ਹਨਾ ਗੁੜਨਾ, ਪੜ੍ਹਨ ਦਾ ਅਭਿਆਸ ਤੇ ਗੁਆਚੇ ਲੌਂਗ ਦੇ ਵਾਂਗ ਅਸੀਂ ਸਿੱਟ ਆਏ ਹਾਂ ਕਿਤੇ। ਉਹ ਕਹਿੰਦਾ ਨਾ ਕਿ ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ, ਨਿਗਾਹ ਮਾਰਦੇ ਆਇਓ ਕਿ ਸਾਡਾ ਪੜ੍ਹਨ ਲਿਖਣ ਦਾ ਅਭਿਆਸ ਗਵਾਚ ਚੁੱਕਿਆ। ਉਹੀ ਲੌਂਗ ਹੈ, ਉਹੀ ਸਾਡੇ ਲਿਸ਼ਕ ਹੁੰਦੀ ਸੀ ਉਸੇ ਦੀ। ਤੇ ਮੈਂ ਇਹ ਸਮਝਣਾ ਚਾਹੁੰਦਾ ਕਿ ਵਿਦਿਆਰਥੀ ਅੱਗੇ ਆਉਣ, ਪੜ੍ਹਨ ਲਿਖਣ ਵਾਲੇ ਬੰਦੇ ਵਰਕਸ਼ਾਪਸ ਦੇ ਵਿੱਚ ਆਉਣ, ਅੱਗੇ ਆਉਣ, ਇਸ ਕਿਸਮ ਦਾ ਰਵਾਇਤੀ ਕੰਮਕਾਰ ਕਰਕੇ ਪੰਜਾਬ ਕਿਤੇ ਮਿਡਲ ਲਿਖਣ ਜੋਗਾ ਨਾ ਰਹਿ ਜਾਏ ਵੀ ਸਾਰੀ ਗੱਲ ਮਿਡਲਾਂ ਨੇ ਤੈਅ ਕਰ ਦੇਣੀ ਹੈ। ਪੰਜਾਬ ਸਿਰਫ ਅਖਬਾਰੀ ਲੇਖਾਂ ਦੇ ਵਿੱਚ ਦਿੱਤੇ ਗਏ ਤੱਤੇ ਹੋਏ ਬਿਆਨੀਏ ਦਾ ਹੀ ਸ਼ਿਕਾਰ ਨਾ ਹੋ ਜਾਏ। ਇਹਨੂੰ 400 ਸਫ਼ਿਆਂ ਦੀ ਕਿਤਾਬ ਲਿਖਣੀ ਆਉਣੀ ਚਾਹੀਦੀ ਹੈ, ਔਰ 400 ਸਫ਼ਿਆਂ ਦੀ ਕਿਤਾਬ ਲਿਖਣ ਦੇ ਲਈ ਤੱਥਾਂ ਦਾ ਜਿੰਨਾ ਜ਼ੋਰ ਚਾਹੀਦਾ ਹੈ, ਉਹਦਾ ਮਤਲਬ ਹੈ ਕਿ ਤੁਹਾਡੀ 20 ਸਾਲ ਦੀ ਤਿਆਰੀ ਚਾਹੀਦੀ ਹੈ। ਇੱਥੇ ਤਾਂ 400 ਸਫ਼ੇ ਦੀ ਕਿਤਾਬ ਮਤਲਬ ਬੰਦਾ ਲਿਖ ਦਿੰਦਾ 40 ਦਿਨਾਂ ਦੇ ਵਿੱਚ। ਇੰਨੀ ਮਾਰ ਆਊਟਪੁੱਟ ਐਸੀ ਹੈ। ਮੈਂ ਇਸ ਕਰਕੇ ਕਹਿਣਾ ਚਾਹ ਰਿਹਾ ਕਿ ਇਹ ਜਿਹੜੀਆਂ ਵੱਡੀਆਂ ਜਿਲਦਾਂ ਤੇ ਉਹਨਾਂ ਦੇ ਟਾਈਟਲਸ ਦੇ ਹਨੇਰੇ ਦੇ ਵਿੱਚ ਜੋ ਕੁਝ ਅੱਗੇ ਪਰੋਸਿਆ ਜਾ ਰਿਹਾ ਹੈ, ਇਹ ਪੰਜਾਬ ਨੂੰ ਬਰਬਾਦ ਕਰਕੇ ਰਹੇਗਾ। ਆਪਾਂ ਜੇ ਦੋ ਤਿੰਨ ਕਿਤਾਬਾਂ ਦਾ ਹੀ ਜੇ ਤੁਸੀਂ ਗੱਲ ਜ਼ਿਕਰ ਕਰ ਰਹੇ ਹੋ, ਰਾਜਮੋਹਨ ਗਾਂਧੀ ਦੀ ਕਿਤਾਬ ਦਾ ਤੁਸੀਂ ਜ਼ਿਕਰ ਕੀਤਾ, ਉਹ ਕਿੰਨੀ ਪੜ੍ਹੀ ਗਈ ਪੰਜਾਬ 'ਚ, ਉਹਨੇ ਕਿਸ ਤਰ੍ਹਾਂ ਦੇ ਨਾਲ ਸਿਆਣਾ ਕੀਤਾ ਸਾਰੀ ਗੱਲ ਨੂੰ। ਸਾਡੇ ਇੱਕ ਬੰਦੇ ਦੇ ਕੋਲੋਂ ਕਿਉਂ ਨਹੀਂ ਲਿਖੀ ਗਈ ਉਹ ਕਿਤਾਬ? ਇੱਕ ਗੱਲ, GBS ਸਿੱਧੂ ਹੁਣਾਂ ਦੀ ਕਿਤਾਬ ਆਈ ਹੈ ਦ ਖਾਲਿਸਤਾਨ ਕੌਨਸਪੀਰੇਸੀ। ਉਸ ਕਿਤਾਬ ਨੂੰ ਪੜ੍ਹ ਕੇ ਪੰਜਾਬ ਦੇ 80ਵਿਆਂ ਦੇ ਵਿੱਚ ਕੀ ਬਿਸਾਤ ਬਣਾਈ ਜਾ ਰਹੀ ਸੀ, ਔਰ ਉਹਦੇ ਵਿੱਚ ਖਾਲਿਸਤਾਨ ਮੰਗਣ ਵਾਲਿਆਂ ਦੀ ਜਿਹੜੀ ਸਿਆਸਤ ਹੈ ਉਹ ਕਿੱਥੋਂ ਘੜੀ ਜਾ ਰਹੀ ਸੀ, ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹਜੇ ਤੱਕ। ਉਹ ਕਿਤਾਬ ਖੜੀ ਹੈ ਆਪਣੀ ਉਸ ਲਿਹਾਜ਼ ਦੇ ਨਾਲ। ਮੈਂ ਇਸ ਕਰਕੇ ਕਹਿਣਾ ਚਾਹ ਰਿਹਾ ਕਿ ਜਿਹੜੀਆਂ ਇੰਨੀ ਭੀੜ ਤੇ ਇੰਨੇ ਇਕੱਠ ਦੇ ਵਿੱਚੋਂ ਚੰਗੀ ਕਿਤਾਬ ਕਿਹੜੀ ਹੈ, ਦਲੀਲ ਦੇ ਲਈ ਪੁਖਤਗੀ ਕਿੱਥੇ ਹੈ, ਦਲੀਲ ਦੇ ਲਈ ਸਹੀ ਸੰਦਰਭ ਤੇ ਸਹੀ ਸੰਦਰਭਾਂ ਦੇ ਲਈ ਸਹੀ ਤੱਥ ਕਿਹਨੇ ਉਹ ਮਿਹਨਤ ਕੀਤੀ ਹੈ, ਕੀ ਸਾਨੂੰ ਇਹ ਵੇਖਣਾ ਵੀ ਆਉਂਦਾ? ਨਹੀਂ ਆਉਂਦਾ। ਮੈਂ ਇਸ ਕਰਕੇ ਕਹਿ ਰਿਹਾ ਕਿ ਜਿੰਨਾ ਚਿਰ ਤੱਕ ਅਸੀਂ ਇਹਨਾਂ ਅਭਿਆਸ ਦੇ ਵਿੱਚ ਇੱਕ ਚਿੰਤਨੀ ਵਿਚਾਰਕ ਅਮਲ ਦੇ ਵਿੱਚ ਨਹੀਂ ਪੈਂਦੇ, ਜਿਹਦੇ ਤੋਂ ਕਿ ਅਸੀਂ ਬੜੀ ਮਿਹਨਤ ਦੇ ਨਾਲ ਲਾਂਭੇ ਕੀਤੇ ਗਏ ਹਾਂ ਕਿ ਇਹ ਕਿਤੇ ਪੜ੍ਹਨ ਲਿਖਣ ਵਾਲੇ ਪਾਸੇ ਨਾ ਪੈ ਜਾਣ, ਤੇ ਉਹ ਸਾਡੀ ਨਿਗਾਰ, ਜਿਹੜਾ ਤੁਸੀਂ ਪੋਲੀਟੀਕਲ ਕਲਚਰ ਦੀ ਗੱਲ ਕੀਤੀ ਹੈ, ਇਹ ਤਾਂ ਇੱਕ ਗੱਲ ਹੋ ਗਈ। ਮੈਂ ਇਹ ਕਹਿ ਰਿਹਾ ਸਾਰੇ ਪਾਸੇ, ਕੀ ਸਾਡੇ ਕੋਲ ਕੋਈ ਚੰਗਾ ਰਾਜਨੀਤਿਕ ਬੁਲਾਰਾ ਬਚਿਆ? ਕੀ ਕਿਸੇ ਦੇ ਕੋਲ ਪੰਜਾਬੀ ਭਾਸ਼ਾ ਦਾ ਉਹ ਹੁਨਰ ਬਚਿਆ? ਕੀ ਕੋਈ ਬਿਨਾਂ ਅੰਗਰੇਜ਼ੀ ਬੋਲਿਆ, ਹਿੰਦੀ ਬੋਲਿਆ ਤੇ ਚੱਕਵੀਆਂ ਗੱਲਾਂ ਕਰਿਆ ਕੋਈ 1.5 ਘੰਟੇ ਦੀ ਸਪੀਚ ਦੇ ਸਕਦਾ ਇਹਨਾਂ ਚੋਂ? ਇਉਂ ਚੱਲਦਾ ਹੁੰਦਾ ਕੰਮ। ਮੌਲਾਨਾ ਅਬੁਲ ਕਲਾਮ ਆਜ਼ਾਦ ਉਹਨੂੰ ਸੁਣਨਾ ਚਾਹੀਦਾ ਹੈ ਕਿ ਤਰਾਸ਼ ਕੀ ਹੁੰਦੀ ਹੈ, ਜ਼ੁਬਾਨ ਕੀ ਹੁੰਦੀ ਹੈ। ਸਾਡੇ ਕੋਲ ਪਹਿਲਾਂ ਇਹੋ ਜਿਹੇ ਬੁਲਾਰੇ ਹੁੰਦੇ ਸੀ, ਅਸੀਂ ਵੇਖੇ ਨੇ, ਖੁਦ ਸੁਣੇ ਨੇ। ਉਹਨਾਂ ਨੂੰ ਸੁਣ ਕੇ ਤੁਹਾਨੂੰ ਭਾਸ਼ਾ ਬੋਲਣੀ ਆਉਂਦੀ ਸੀ, ਅੰਦਾਜ਼ ਸਿੱਖਦੇ ਸੀ ਤੁਸੀਂ। ਹੁਣ ਕਿਹੜਾ ਐਸਾ ਲੀਡਰ ਹੈ? ਸਾਡੇ ਸਾਰੇ ਜਿਹੜੇ ਬੰਦੇ ਨੇ ਸਾਊਂਡ ਬਾਈਟਸ ਦੇ ਵਿੱਚ ਗੱਲ ਕਰਦੇ ਨੇ।
ਐਨ ਮਤਲਬ ਤੀਰ ਦੀ ਨੋਕ ਵਾਂਗ ਘੜੇ ਹੋ, ਇਸੇ ਕਰਕੇ ਉਹ 12-15 ਸੈਂਟੈਂਸ ਤੋਂ ਅੱਗੇ ਉਹਨਾਂ ਦੀ ਗੱਲ ਨਹੀਂ ਉਹ ਕਰ ਸਕਦੇ। ਕੋਈ ਕਿਸੇ ਮੁੱਦੇ ਦੇ ਬਾਰੇ ਗੰਭੀਰਤਾ ਦੇ ਨਾਲ ਲਿਖ ਨਹੀਂ ਸਕਦਾ। ਇਸ ਤਰ੍ਹਾਂ, ਔਰ ਇਹ ਪਹਿਲਾਂ ਸਾਡੇ ਰਾਜਨੇਤਾ ਇਹ ਕਰਦੇ ਰਹੇ ਨੇ। ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਦਾ ਜਿਹੜਾ ਨਿਗਾਰ ਹੈ ਇਹਦੀ ਰਾਜਨੀਤੀ ਦਾ, ਉਹਦੇ ਅੰਦਰ ਜਿਹੜੀ ਸਾਡੀ ਇੱਕ ਵਿਚਾਰਕ ਕੰਗਾਲੀ ਹੈ, ਉਹਦੇ ਉੱਤੇ ਸਾਰਿਆਂ ਦੀ ਸਹਿਮਤੀ, ਉਹ ਸਾਰਿਆਂ ਨੂੰ ਸੂਟ ਕਰਦੀ ਹੈ ਕਿ ਸਵਾਲ ਨਾ ਉੱਠ ਸਕਣ। ਸਵਾਲ ਜਿਹੜਾ ਉਠਾਵੇ ਉਸ ਬਿਲਕੁਲ ਉਨੇ ਕੁ ਹੀ ਸਾਂਚਿਆਂ ਦੇ ਵਿੱਚ ਹੋਣ ਜਿੱਥੇ ਕਿ ਅਸੀਂ ਦੇ ਸਕੀਏ, ਅਤੇ ਜਿਹੜਾ ਨਹੀਂ ਹੈਗਾ ਉਹ ਸਾਡੇ ਲਈ ਏਜੰਸੀਆਂ ਦਾ ਬੰਦਾ ਹੈ, ਕਿਸੇ ਦੇ ਲਈ ਉਹ ਹਿੰਦੂ ਰਾਸ਼ਟਰਵਾਦ ਦਾ ਕਾਮਰੇਡੀ ਏਜੰਟ ਹੈ, ਕਿਸੇ ਦੇ ਲਈ ਉਹ ਸਿੱਧਾ ਹੀ ਖਾਲਿਸਤਾਨੀ ਹੈ। ਇਹ ਕਹਿਣਾ ਬਹੁਤ ਸੌਖਾ ਹੈ, ਔਰ ਜਿੱਥੇ ਇਹਨੂੰ ਕਹਿਣ ਦੀ ਲੋੜ ਪਵੇ ਉੱਥੇ ਕਹਿਣਾ ਵੀ ਚਾਹੀਦਾ ਹੈ। ਅਸੀਂ ਸਾਡੇ ਸਾਹਮਣੇ ਕਿਸਾਨ ਮੋਰਚੇ ਦੇ ਸਾਹਮਣੇ ਜਿਹੜੀਆਂ 2 ਘਟਨਾਵਾਂ ਆਈਆਂ ਨੇ, ਉੱਥੇ ਇਸ ਗੱਲ ਦਾ ਸਾਫ਼ ਹੋ ਗਈ ਗੱਲ ਕਿ ਵਾਰ-ਵਾਰ ਜਿਹੜੇ ਬੰਦੇ ਸਾਂਝੇ ਸੰਘਰਸ਼ ਦੇ ਵਿੱਚੋਂ ਉਹਨੂੰ ਲੀਹੋਂ ਲਾਉਣ ਦੇ ਲਈ ਕਿਉਂ ਵਾਰ-ਵਾਰ ਇੱਕ ਕਿਸਮ ਦੀ ਧਾਰਮਿਕ ਰੋਸ ਦਾ ਤੇ ਧਾਰਮਿਕ ਪਰੰਪਰਾਵਾਂ ਦਾ ਹਵਾਲਾ ਦੇ ਕੇ ਹੀ ਗੱਲ ਕੀਤੀ ਜਾ ਰਹੀ ਹੈ ਕਿ ਜੀ ਇਹ ਜਿਹੜੇ ਬੰਦੇ ਲੜ ਰਹੇ ਨੇ ਇਹ ਪਤਾ ਨਹੀਂ ਸਿੱਖੀ ਦਾ ਕੀ ਘਾਣ ਕਰਨ ਬੈਠੇ ਹੈ। ਜਿਵੇਂ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਸਿੱਖੀ ਤੇ ਸਿਰਫ ਬਾਣੇ ਦੇ ਨਾਲ ਹੈ, ਬਾਣੀ ਦੇ ਅਦਬ ਦੇ ਨਾਲ ਹੈ, ਤੇ ਸਿੱਖੀ ਦਾ ਕਿਰਤ ਦੇ ਨਾਲ ਤੇ ਸੰਬੰਧ ਹੀ ਕੋਈ ਨਹੀਂ। ਤੇ ਕਿਰਤ ਦੀ ਅਦਬ ਦੇ ਲਈ ਲੜਨਾ, ਮਾਂ ਧਰਤੀ ਦੇ ਲਈ ਲੜਨਾ, ਇਹ ਸਿੱਖ ਦਾ ਕੰਮ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਔਰ ਉਸ ਲੜਨ ਦੇ ਵਿੱਚ ਦੂਜਿਆਂ ਦੇ ਨਾਲ ਸਾਂਝ ਪਾਉਣੀ, ਏਕਾ ਕਰਨਾ, ਸਾਂਝੀਵਾਲਤਾ ਖੜੀ ਕਰਨੀ, ਸਗਲ ਸੰਗ ਰਹਿਣਾ, ਇਹ ਵੀ ਸਿਖਾ ਰਿਹਾ ਹੈ ਇਹ ਕਿਸਾਨ ਮੋਰਚਾ। ਅਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਇੱਕ ਨਵੇਂ ਕਿਸਮ ਦਾ ਰਾਜਨੀਤਿਕ ਸੱਭਿਆਚਾਰ ਵੀ ਪੈਦਾ ਕਰਨ, ਉਹਦੀਆਂ ਸੰਭਾਵਨਾਵਾਂ ਵੀ ਸਾਨੂੰ ਤਲਾਸ਼ਣੀਆਂ ਚਾਹੀਦੀਆਂ ਨੇ। ਧੰਨਵਾਦ ਬਾਈ, ਬਹੁਤ-ਬਹੁਤ ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ, ਤੁਸੀਂ ਮੌਕਾ ਦਿੱਤਾ, ਤੇ ਜਾਰੀ ਰਹੇ ਕਲਾਮ ਇਸ ਆਸ ਦੇ ਨਾਲ। ਫਿਰ ਤੋਂ ਬਹੁਤ ਸ਼ੁਕਰੀਆ ਤੁਹਾਡਾ। ਤਾਂ ਇਹ ਸਨ ਡਾਕਟਰ ਸਮੇਲ ਸਿੱਧੂ, ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ, ਬਹੁਤ ਸਾਰੇ ਸਵਾਲ ਪੈਦਾ ਹੋਏ ਨੇ ਜਿਨ੍ਹਾਂ ਦੇ ਜਵਾਬ ਅਸੀਂ ਹੋਰਾਂ ਥਾਵਾਂ ਤੋਂ ਲੱਭਣ ਦੀ ਵੀ ਕੋਸ਼ਿਸ਼ ਕਰਾਂਗੇ। ਇਸੇ ਤਰ੍ਹਾਂ ਹੀ ਐਡਲੌਗ ਪ੍ਰੋਗਰਾਮ 'ਚ ਗੱਲਬਾਤ ਜਾਰੀ ਰਹੇਗੀ ਪੰਜਾਬ ਬਾਰੇ, ਪੰਜਾਬ ਦੇ ਮਸਲਿਆਂ ਬਾਰੇ, ਪੰਜਾਬ ਦੀ ਰਾਜਨੀਤੀ ਬਾਰੇ, ਪੰਜਾਬ ਦੇ ਸੱਭਿਆਚਾਰ ਬਾਰੇ।